ਹੈਲੋ ਡੀਅਰ ਸਟੂਡੈਂਟਸ, ਐਮ ਅਵਤਾਰ ਸਿੰਘ ਐਂਡ ਅੱਜ ਦੇ ਲੈਕਚਰ ਵਿੱਚ ਆਪਾਂ 10th NCERT ਦਾ ਚੈਪਟਰ 3rd ਕੰਪਲੀਟ ਕਰਾਂਗੇ। ਸੋ ਜਿਸ ਦਾ ਨਾਮ ਆ ਪੇਅਰ ਆਫ ਲੀਨੀਅਰ ਇਕੁਏਸ਼ਨਸ ਇਨ ਟੂ ਵੇਰੀਏਬਲਸ। ਸੋ ਫਸਟਲੀ ਆਪਾਂ ਸਟਾਰਟ ਕਰਦੇ ਹਾਂ ਲੀਨੀਅਰ ਇਕੁਏਸ਼ਨਸ ਤੋਂ। ਤਾਂ ਲੀਨੀਅਰ ਇਕੁਏਸ਼ਨਸ ਕਿਹੜੀਆਂ ਹੁੰਦੀਆਂ? ਜਿਨ੍ਹਾਂ ਦੀ ਡਿਗਰੀ 1 ਹੋਵੇ। ਸੋ ਆਪਾਂ ਕਿਹੜੀ ਫਾਰਮ ਦੀਆਂ ਲਿਖ ਸਕਦੇ ਹਾਂ? ਸੋ ਆਪਾਂ ਆਲਵੇਜ਼ ਲਿਖਦੇ ਹੁੰਦੇ ਹਾਂ ਜਿਵੇਂ AX plus BY plus C is equals to 0। ਠੀਕ ਹੈ, ਇਹ ਕਿਸ ਦੀ ਫਾਰਮ ਹੋ ਗਈ? ਆਪਣੀ ਲੀਨੀਅਰ ਇਕੁਏਸ਼ਨਸ ਦੀ। ਠੀਕ ਹੈ, ਸੋ ਇੱਥੇ ਆਪਾਂ ਨੂੰ ਦਿੱਤਾ ਹੋਇਆ ਉਹਨਾਂ ਨੇ 2 ਵੇਰੀਏਬਲਸ। ਸੋ x ਤੇ y ਹੋ ਗਏ ਆਪਣੇ ਵੇਰੀਏਬਲਸ ਐਂਡ A B ਤੇ C ਕੀ ਹੋ ਗਏ? ਕੌਨਸਟੈਂਟ। ਹਾਂਜੀ, ਤਾਂ ਆਪਾਂ ਪੂਰੇ ਦੇ ਪੂਰੇ ਚੈਪਟਰ 3 ਦੇ ਵਿੱਚ ਕੀ ਕਰਨਾ ਹੋਏਗਾ? ਸੋ ਆਪਾਂ x ਤੇ y ਦੀਆਂ ਵੈਲਿਊਜ਼ ਕੱਢਣੀਆਂ ਹੋਣਗੀਆਂ, ਬਟ ਕਿੰਨੇ ਤਰ੍ਹਾਂ ਨਾਲ ਵੈਲਿਊਜ਼ ਕੱਢਣੀਆਂ ਹੋਣਗੀਆਂ ਇਹ ਜ਼ਰੂਰੀ ਹੈ। ਠੀਕ ਹੈ, ਸੋ ਆਪਾਂ ਡਿਫਰੈਂਟ ਮੈਥਡਸ ਯੂਜ਼ ਕਰਾਂਗੇ। ਸੋ ਫਸਟ ਮੈਥਡ ਜਿਹੜਾ ਆਪਾਂ XY ਦੀ ਵੈਲਿਊ ਕੱਢਣ ਲਈ ਯੂਜ਼ ਕਰਾਂਗੇ ਉਸ ਨੂੰ ਬੋਲਿਆ ਜਾਂਦਾ ਆਪਾਂ ਗ੍ਰਾਫਿਕਲੀ ਕੱਢਾਂਗੇ। ਸੋ ਮੈਂ ਇੱਥੇ ਲਿਖ ਦਿੰਦਾ ਗ੍ਰਾਫਿਕਲੀ। ਠੀਕ ਹੈ, ਸੋ ਸੈਕਿੰਡ ਮੈਥਡ ਰਹੇਗਾ ਜਿਹੜਾ ਉਹ ਆਏਗਾ ਆਪਣੇ ਕੋਲੇ ਸਬਸਟੀਟਿਊਸ਼ਨ ਮੈਥਡ। ਸੋ ਜਿਹੜਾ ਕਿ ਆਪਾਂ 3.3 ਵਿੱਚ ਯੂਜ਼ ਕਰਾਂਗੇ ਸਬਸਟੀਟਿਊਸ਼ਨ ਮੈਥਡ। ਠੀਕ ਹੈ, ਐਂਡ ਉਸ ਤੋਂ ਬਾਅਦ ਥਰਡ ਕਿਹੜਾ ਰਹੇਗਾ? ਥਰਡ ਰਹੇਗਾ ਜੀ ਆਪਣੇ ਕੋਲੇ ਐਲੀਮੀਨੇਸ਼ਨ। ਤੁਸੀਂ ਆਲਮੋਸਟ ਕੀਤਾ ਹੋਏਗਾ। ਸੋ ਉਸ ਤੋਂ ਬਾਅਦ ਨੈਕਸਟ ਮੈਥਡ ਜਿਹੜਾ ਆਪਾਂ ਯੂਜ਼ ਕਰਾਂਗੇ ਉਸ ਦਾ ਨਾਮ ਹੈਗਾ ਕ੍ਰੋਸ ਮਲਟੀਪਲੀਕੇਸ਼ਨ ਮੈਥਡ, ਬਟ ਇਸ ਵਾਰ ਦੇ ਸਿਲੇਬਸ ਵਿੱਚੋਂ ਇਹ ਕੱਟ ਹੋ ਚੁੱਕਿਆ। ਠੀਕ ਹੈ, ਸੋ ਫਸਟਲੀ ਆਪਾਂ ਇਹਨਾਂ ਤਿੰਨਾਂ ਬਾਰੇ ਹੀ ਗੱਲ ਕਰਾਂਗੇ। ਤਾਂ ਮੈਂ ਸਟਾਰਟ ਕਰਦਾ। ਤਾਂ ਬਿਲਕੁਲ ਸਟਾਰਟਿੰਗ ਦੇ ਵਿੱਚ ਜੇਕਰ ਆਪਾਂ ਇਹਨਾਂ ਤੋਂ ਹਜੇ ਪਹਿਲਾਂ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਜਿਵੇਂ ਕਿ ਮੈਂ ਇੱਥੇ 2 ਫਾਰਮਸ ਲੈ ਲੈਣਾ। ਸੋ ਆਪਣੇ ਕੋਲੇ ਹੋ ਗਿਆ AX plus B, A1X ਲੈ ਲੈਂਦੇ ਹਾਂ, B1Y plus C1 is equals to 0 ਐਂਡ ਸਿਮਿਲਰਲੀ ਆਪਾਂ ਲੈ ਲੈਂਦੇ ਹਾਂ A2X plus B2Y plus C2 is equals to 0। ਠੀਕ ਹੈ, ਸੋ ਹੁਣ ਆਪਾਂ ਲਾਈਨ ਦੀਆਂ ਇਕੁਏਸ਼ਨਸ ਨੂੰ ਇੱਕ ਤਰ੍ਹਾਂ ਨਾਲ ਰਿਪਰੈਜ਼ੈਂਟ ਕੀਤਾ ਹੋਇਆ। ਓਕੇ, ਤਾਂ ਜੇਕਰ ਮੈਂ ਆਖਾਂ A1 upon A2 ਨੋਟ ਇਕਵਲਸ ਟੂ ਹੋਏਗੀ ਆਪਣੀ B1 upon B2 ਦੇ। ਠੀਕ ਹੈ, ਤਾਂ ਦੈਨ ਆਪਾਂ ਕੀ ਕਹਾਂਗੇ ਵੀ ਜਿਹੜੀਆਂ ਲਾਈਨਸ ਆ ਇਹ ਕਿਹੜੀਆਂ ਲਾਈਨਸ ਆ? ਇੰਟਰਸੈਕਟਿੰਗ ਲਾਈਨਸ ਆ। ਠੀਕ ਹੈ, ਸੋ ਪਲੀਜ਼ ਫਸਟ ਇੱਕ ਵਾਰ ਬੇਸਿਕਸ ਤੋਂ ਚੰਗੇ ਤਰੀਕੇ ਸਮਝ ਲਿਓ। ਜੇਕਰ ਆਪਣੇ ਕੋਐਫੀਸ਼ੀਐਂਟਸ A1 upon A2 ਨੋਟ ਇਕਵਲਸ ਟੂ ਹੋਏਗਾ B1 upon B2 ਦੇ, ਦੈਨ ਆਪਾਂ ਕੀ ਕਹਾਂਗੇ? ਲਾਈਨਸ ਆਰ ਇੰਟਰਸੈਕਟਿੰਗ ਲਾਈਨਸ ਐਂਡ ਮੈਂ ਇੱਥੇ ਲਿਖ ਦਿੰਦਾ ਇੰਟਰਸੈਕਟਿੰਗ ਲਾਈਨਸ ਐਂਡ ਦੇ ਹੈਵ ਯੂਨੀਕ ਸੋਲੂਸ਼ਨ। ਸੋ ਮੈਂ ਇੱਥੇ ਲਿਖ ਦਿੰਦਾ ਦੇ ਹੈਵ ਯੂਨੀਕ ਸੋਲੂਸ਼ਨ। ਠੀਕ ਹੈ, ਯੂਨੀਕ ਸੋਲੂਸ਼ਨ ਮੀਨਸ ਓਨਲੀ ਵਨ ਸੋਲੂਸ਼ਨ। ਓਕੇ, ਸੈਕਿੰਡ ਕੇਸ ਕਿਹੜਾ ਰਹੇਗਾ? ਸੋ ਜਿਵੇਂ ਮੈਂ ਇੱਥੇ ਲਿਖ ਦਿੰਦਾ ਜੇਕਰ A1 upon A2 ਇਕਵਲਸ ਟੂ ਆਏਗਾ ਆਪਣਾ B1 upon B2 ਦੇ, ਬਟ ਨੋਟ ਇਕਵਲਸ ਟੂ ਆਏਗਾ C1 upon C2 ਦੇ, ਦੈਨ ਕੀ ਹੋਏਗਾ? ਕੋਈ ਜਣਾ ਦੱਸ ਸਕਦਾ? ਸੋ ਦੈਨ ਆਪਾਂ ਲਿਖਾਂਗੇ ਕਿਹੜੀਆਂ ਲਾਈਨਸ ਹੋਣਗੀਆਂ ਜੀ? ਇਹ ਨੋ ਸੋਲੂਸ਼ਨ। ਠੀਕ ਹੈ, ਤਾਂ ਲਾਈਨਸ ਕਿਹੜੀਆਂ ਹੋਣਗੀਆਂ? ਪੈਰਲਲ ਲਾਈਨਸ। ਸੋ ਮੈਂ ਇੱਥੇ ਲਿਖ ਦਿੰਦਾ ਪੈਰਲਲ ਲਾਈਨਸ। ਓਕੇ, ਸੋ ਇੱਕ ਵਾਰ ਆਪਾਂ ਇਹਨਾਂ ਨੂੰ ਰਿਪਰੈਜ਼ੈਂਟ ਵੀ ਕਰਾਂਗੇ। ਸੋ ਜੇਕਰ ਮੈਂ ਗੱਲ ਕਰਾਂ ਕਿਹੜਾ ਸੋਲੂਸ਼ਨ ਰਹੇਗਾ ਇਹਨਾਂ ਦਾ? ਨੋ ਸੋਲੂਸ਼ਨ। ਨੋ ਸੋਲੂਸ਼ਨ ਰਜੇ ਮੈਂ ਕਿਉਂ ਕਹਿ ਰਿਹਾ? ਦੇਖੋ ਹੁਣ ਸੋਲੂਸ਼ਨ ਤਾਂ ਆਪਣੇ ਕੋਲੇ ਤਾਂ ਹੀ ਕੋਈ ਆਏਗਾ ਨਾ ਵੀ ਜੇਕਰ ਲਾਈਨਸ ਕੱਟ ਕਰਨੀਆਂ। ਦੇਖੋ ਇੱਕ ਲਾਈਨ ਇਹ ਹੋ ਗਈ, ਸਪੋਜ਼ ਕਰ ਲਓ ਆਪਾਂ ਇਸ ਨੂੰ AB ਦਾ ਨਾਮ ਦੇ ਦਈਏ, ਇੱਕ ਹੋ ਗਈ ਆਪਣੇ ਕੋਲੇ ਇਹ CD। ਤਾਂ ਹੁਣ ਇਹ ਕਿਸੇ ਪੁਆਇੰਟ ਤੇ ਕੱਟ ਹੀ ਨਹੀਂ ਕਰਦੀਆਂ, ਸੋਲੂਸ਼ਨ ਕਿਵੇਂ ਬਣੇਗਾ? ਸੋ ਦੈਟਸ ਵਾਈ ਨੋ ਸੋਲੂਸ਼ਨ। ਓਕੇ, ਐਂਡ ਇਹ ਲਾਈਨਸ ਕਿਹੜੀਆਂ ਸੀਗੀਆਂ? ਇਹ ਇਸ ਤਰੀਕੇ ਦੀਆਂ ਸੀਗੀਆਂ ਇੰਟਰਸੈਕਟਿੰਗ ਲਾਈਨਸ। ਸੋ ਇੱਕ ਪੁਆਇੰਟ ਤੇ ਕੱਟ ਕਰ ਰਹੀਆਂ ਸੀ, ਦੈਟ ਮੀਨਸ ਯੂਨੀਕ ਸੋਲੂਸ਼ਨ। ਠੀਕ ਹੈ, ਸੋ ਇਸ ਤੋਂ ਬਾਅਦ ਆਪਾਂ ਥਰਡ ਤੇ ਚੱਲਦੇ ਹਾਂ। ਥਰਡ ਆਪਣੇ ਕੋਲੇ ਕੀ ਆਪਸ਼ਨ ਰਹੇਗੀ? ਜੇਕਰ A1 upon A2 ਇਜ਼ ਇਕਵਲਸ ਟੂ ਹੈਗਾ B1 upon B2 ਦੇ ਐਂਡ ਇਜ਼ ਇਕਵਲਸ ਟੂ ਹੈਗਾ ਇਹ C1 upon C2 ਦੇ। ਤਾਂ ਹੁਣ ਦੇਖੋ ਰਾਜੇ ਕੀ ਹੋ ਰਿਹਾ ਵੀ ਆਪਣੇ ਕੋਲੇ ਇਨਫਾਈਨਟਲੀ ਮੈਨੀ ਸੋਲੂਸ਼ਨਸ ਆ ਰਹੇ ਆ। ਸੋ ਮੈਂ ਇੱਥੇ ਇੱਕ ਵਾਰ ਲਿਖ ਦਿੰਦਾ ਇਨਫਾਈਨਟਲੀ ਮੈਨੀ ਸੋਲੂਸ਼ਨਸ, ਬਟ ਲਾਈਨਸ ਕਿਹੜੀਆਂ ਹੋਣਗੀਆਂ? ਤੁਸੀਂ ਈਜ਼ਲੀ ਦੱਸ ਸਕਦੇ ਹੋ। ਦੇਖੋ ਤਿੰਨੋਂ ਪੁਆਇੰਟਸ ਇਕੁਅਲ ਆ ਰਹੇ ਆ, ਦੈਟ ਮੀਨਸ ਵੀ ਜਿਹੜੀਆਂ ਇਹ ਲਾਈਨਸ ਆ ਇੱਕ ਦੂਜੇ ਦੇ ਉੱਪਰ ਕੀ ਕਰ ਰਹੀਆਂ? ਇਹ ਕੋਇਨਸਾਈਡ ਕਰ ਰਹੀਆਂ, ਜਾਂ ਮੈਂ ਕਹਿੰਦੇ ਹਾਂ ਓਵਰਲੈਪ ਕਰ ਰਿਹਾ। ਜਿਵੇਂ ਇੱਕ ਲਾਈਨ ਇਹ ਜਾ ਰਹੀ ਹੈ ਐਂਡ ਦੂਸਰੀ ਵੀ ਇਸ ਦੇ ਉੱਪਰ ਹੀ ਜਾ ਰਹੀ ਹੈ। ਸੋ ਕਿੰਨੇ ਪੁਆਇੰਟਸ ਤੇ ਕੱਟ ਕਰ ਰਹੀ ਹੈ? ਦੈਟ ਮੀਨਸ ਇਨਫਾਈਨਟਲੀ ਮੈਨੀ ਸੋਲੂਸ਼ਨਸ। ਠੀਕ ਹੈ, ਸੋ ਲਾਈਨਸ ਨੂੰ ਕਿਹੜੀਆਂ ਲਾਈਨਸ ਬੋਲਾਂਗੇ? ਕੋਇਨਸਾਈਡ ਲਾਈਨਸ।
क्लीयर होगी गल ये? ओके, सो इस तो बाद आप एक्सरसाइज नूं स्टार्ट करांगे 3.2 नूं। सो एक्सरसाइज ਦੇ क्वेश्चन स्टार्ट ਕਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਹੋਰ ਕਲੀਅਰ ਕਰ ਦੇਣੀ ਚਾਹੂੰਗਾ ਵੀ ਜਿਹੜੀਆਂ ਆਪਣੀਆਂ ਇੰਟਰਸੈਕਟਿੰਗ ਲਾਈਨਸ ਹੁੰਦੀਆਂ, ਆਪਾਂ ਨੂੰ ਇੱਕ ਕੁਐਸਚਨ ਆ ਸਕਦਾ ਵੀ ਚੈੱਕ ਵੈਦਰ ਦਾ ਆਫ ਦਾ ਫੋਲੋਇੰਗ ਆਰ ਕੰਸਿਸਟੈਂਟ ਔਰ ਇਨਕਨਸਿਸਟੈਂਟ। ਠੀਕ ਹੈ, ਸੋ ਜਿਹੜੀਆਂ ਇੰਟਰਸੈਕਟਿੰਗ ਐਂਡ ਕੋਇਨਸਾਈਡ ਲਾਈਨਸ ਹੁੰਦੀਆਂ ਤਾਂ ਇਹ ਆਲਵੇਜ਼ ਕਿਹੜੀਆਂ ਹੁੰਦੀਆਂ? ਕੰਸਿਸਟੈਂਟ। ਠੀਕ ਹੈ, ਜਿਹੜੀਆਂ ਪੈਰਲਲ ਲਾਈਨਸ ਹੁੰਦੀਆਂ ਜੀ ਆਪਣੀਆਂ ਪੈਰਲਲ ਲਾਈਨਸ, ਸੋ ਇਹਨਾਂ ਨੂੰ ਆਪਾਂ ਕੀ ਬੋਲਿਆ ਜਾਂਦਾ? ਇਨਕਨਸਿਸਟੈਂਟ। ਠੀਕ ਹੈ, ਤੁਹਾਨੂੰ ਇਦਾਂ ਦਾ ਕੁਐਸਚਨ ਆ ਸਕਦਾ, ਜਾਂ ਆਪਾਂ ਕਹਿ ਸਕਦੇ ਹਾਂ ਪੈਰਲਲ ਲਾਈਨਸ ਐਂਡ ਜਾਂ ਜਿਨ੍ਹਾਂ ਦਾ ਨੋ ਸੋਲੂਸ਼ਨ ਹੁੰਦਾ, ਸੋ ਉਹਨਾਂ ਨੂੰ ਕੀ ਬੋਲਿਆ ਜਾਂਦਾ ਜੀ? ਇਨਕਨਸਿਸਟੈਂਟ। ਤਾਂ ਪਲੀਜ਼ ਇਸ ਚੀਜ਼ ਨੂੰ ਚੰਗੇ ਤਰੀਕੇ ਫਿੱਟ ਕਰ ਲਿਓ। ਸੋ ਆਪਾਂ ਐਕਸਰਸਾਈਜ਼ 3.2 ਦੇ ਸੈਕਿੰਡ ਦੇ ਫਸਟ ਪਾਰਟ ਤੋਂ ਸਟਾਰਟ ਕਰਦੇ ਹਾਂ, ਬਿਕੋਜ਼ ਜਿਹੜਾ ਆਪਣੇ ਕੋਲੇ ਫਸਟ ਕੁਐਸਚਨ ਆ, ਫਸਟ ਕੁਐਸਚਨ ਗ੍ਰਾਫ ਤੇ ਕਰਨ ਵਾਲਾ, ਉਹ ਬਿਲਕੁਲ ਸਿੰਪਲ ਰਹੇਗਾ। ਆਪਾਂ ਨੂੰ ਦੋ ਇਕੁਏਸ਼ਨਸ ਦਿੱਤੀਆਂ ਹੋਣਗੀਆਂ, ਤੁਸੀਂ 9th ਕਲਾਸ ਵੀ ਕਰਦੇ ਆ ਰਹੇ ਹੋ, ਐਂਡ ਜਿੱਥੇ ਉਹ ਆਪਣੇ ਕੋਲੇ ਇਸ ਤਰੀਕੇ ਡਰਾ ਕਰਾਂਗੇ, ਐਂਡ ਜਿੱਥੇ ਆਪਣੇ ਕੋਲੇ ਦੋਨੋਂ ਲਾਈਨਸ ਕੱਟ ਕਰਨੀਆਂ ਉਹ ਆਪਣੀਆਂ ਐਕਸ ਤੇ ਵਾਈ ਦੀਆਂ ਵੈਲਿਊਜ਼ ਹੋਣਗੀਆਂ। ਠੀਕ ਹੈ, ਜੇਕਰ ਨਾ ਆਇਆ ਤਾਂ ਆਪਾਂ ਗ੍ਰਾਫ ਵਾਲਾ ਕੁਐਸਚਨ ਵੀ ਕਰ ਲਵਾਂਗੇ, ਵੈਸੇ ਉਹ ਗ੍ਰਾਫ ਤੇ ਬਣੇਗਾ ਤਾਂ ਆਪਣੇ ਕੋਲੇ ਥੋੜਾ ਜਿਹਾ ਸੌਖਾ ਹੋ ਜਾਏਗਾ। ਓਕੇ, ਸੋ ਆਪਣੇ ਕੋਲੇ ਸੈਕਿੰਡ ਦਾ ਫਸਟ ਪਾਰਟ ਉਹਨਾਂ ਨੇ ਕੀ ਦਿੱਤਾ ਹੋਇਆ? On comparing the values of a1 upon a2, b1 upon b2 and c1 upon c2, find out which of the following are parallel, coincide and intersecting. Okay, ਸੋ ਹੁਣ ਆਪਾਂ ਕਿਵੇਂ ਕੱਢਦੇ ਹੁੰਦੇ ਸੀ ਇਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਸੀ। ਸੋ ਜਿਹੜੀਆਂ ਆਪਣੀ ਕੋਲੇ ਆਹ ਕੋਐਫੀਸ਼ੀਐਂਟਸ ਦਿੱਤੇ ਹੋਏ ਆ, ਇਹ ਕੀ ਹੈ? ਦੇਖੋ ਜੀ, ਆਹ a1 ਦੀ ਵੈਲਿਊ ਆ, ਆਹ a2, ਆਹ b1, ਆਹ b2, ਆਹ c1, ਆਹ c2। ਠੀਕ ਹੈ, ਓਕੇ, ਸੋ ਜੇਕਰ ਆਪਾਂ a1 upon a2 ਦੇਖੀਏ, a1 upon a2 ਆਪਣਾ ਕਿੰਨਾ ਆ ਰਿਹਾ? ਸੋ ਮੈਂ ਆਨਸਰ ਇੱਥੋਂ ਸਟਾਰਟ ਕਰਦਾ। ਸੋ a1 upon a2 ਆਪਣਾ ਆ ਰਿਹਾ 5 upon 7, ਇਹੀ ਆ ਰਿਹਾ। ਓਕੇ, ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ b1 upon b2 ਦੀ, ਸੋ ਇਹ ਆਪਣਾ ਕਿੰਨਾ ਆ ਰਿਹਾ? -4। ਪਲੀਜ਼ ਯਾਦ ਰੱਖਿਓ ਜੀ, ਸਾਈਨ ਨੂੰ ਆਪਾਂ ਨਾਲ ਹੀ ਲੈ ਕੇ ਚੱਲਾਂਗੇ, ਬਿਕੋਜ਼ ਆਪਾਂ ਜਿਹੜੀ ਸਟੈਂਡਰਡ ਫਾਰਮ ਕੀਤੀ ਸੀ ਉਹ ਪਲੱਸ ਵਿੱਚ ਕੀਤੀ ਸੀਗੀ। ਓਕੇ, -4 upon 6, ਤਾਂ ਇਹ ਆਪਣੇ ਕੋਲ ਕੀ ਬਣ ਜਾਏਗਾ? ਇਹ ਬਣ ਜਾਏਗਾ -2/3। ਠੀਕ ਹੈ, ਉਸ ਤੋਂ ਬਾਅਦ c1 upon c2, ਸੋ ਇਹ ਕਿੰਨਾ ਬਣ ਰਿਹਾ ਜੀ? ਇਹ ਬਣ ਰਿਹਾ ਆਪਣੇ ਕੋਲੇ 8 upon -9। ਸੋ ਇਹ ਤਾਂ ਆਪਣੇ ਕੋਲੇ ਅੱਗੇ ਕੱਟੇ ਨਹੀਂ ਜਾਂਦੇ। ਓਕੇ, ਤਾਂ ਹੁਣ ਆਪਾਂ ਨੂੰ ਈਜ਼ੀਲੀ ਇੱਥੋਂ ਪਤਾ ਲੱਗ ਰਿਹਾ ਵੀ ਜਿਹੜਾ ਆਪਣਾ a1 upon a2 ਆ ਉਹ ਨਾਟ ਇਕੁਅਲਸ ਟੂ ਹੈ b1 upon b2 ਦੇ, ਹੈ ਨਾ। ਸੋ ਆਪਣੇ ਕੋਲੇ ਕਿਹੜੀਆਂ ਲਾਈਨਸ ਹੋਣਗੀਆਂ ਆਲਵੇਜ਼? ਤਾਂ ਮੈਂ ਤੁਹਾਨੂੰ ਦੱਸਿਆ ਹੋਇਆ ਹੈਗਾ ਇੰਟਰਸੈਕਟਿੰਗ ਲਾਈਨਸ। ਸੋ ਜਦੋਂ ਵੀ ਆਪਣੇ ਕੋਲੇ ਫਸਟ ਦੋ ਰੇਸ਼ੀਓਜ਼ ਨਾ ਇਕੁਅਲ ਆਉਣਗੀਆਂ, ਦੈਨ ਕਿਹੜੀਆਂ ਲਾਈਨਸ ਹੋਣਗੀਆਂ? ਇੰਟਰਸੈਕਟਿੰਗ ਲਾਈਨਸ। ਸੋ ਇੰਟਰਸੈਕਟਿੰਗ ਲਾਈਨਸ ਦਾ ਕਿਹੜਾ ਸੋਲੂਸ਼ਨ ਹੁੰਦਾ ਆਪਣੇ ਕੋਲੇ? ਯੂਨੀਕ ਸੋਲੂਸ਼ਨ। ਠੀਕ ਹੈ, ਸੋ ਫਸਟ ਦਾ ਆਨਸਰ ਇਹ ਰਹੇਗਾ ਜੀ। ਇੱਕ ਵਾਰ ਤੁਸੀਂ ਪ੍ਰੈਕਟਿਸ ਕਰੋਗੇ ਤੁਹਾਨੂੰ ਬਿਲਕੁਲ ਈਜ਼ੀ ਲੱਗਣ ਲੱਗ ਜਾਣਗੇ, ਕੁਝ ਵੀ ਨਹੀਂ ਇਹਨਾਂ ਸਮਸ ਦੇ ਵਿੱਚ। ਓਕੇ, ਸੋ ਆਪਾਂ ਸੈਕਿੰਡ ਦੇਖਦੇ ਹਾਂ। ਸੈਕਿੰਡ ਦੇ ਵਿੱਚ ਦੇਖੋ, ਸੋ a1 upon a2, ਸੋ a1 upon a2 ਕਿੰਨਾ ਆਏਗਾ ਆਪਣੇ ਕੋਲੇ? 9 upon 18। ਸੋ ਕਿੰਨਾ ਬਣ ਜਾਏਗਾ ਇਹ? ਇਹ ਹੋ ਗਿਆ ਜੀ ਆਪਣੇ ਕੋਲੇ 1/2। ਠੀਕ ਹੈ, b1 upon b2 ਕਿੰਨਾ ਬਣ ਜਾਏਗਾ? ਸੋ ਇਹ ਹੈਗਾ ਆਪਣੇ ਕੋਲੇ 3/6। ਸੋ ਇਹ ਵੀ ਕਿੰਨਾ ਹੋ ਜਾਏਗਾ? 1/2। ਐਂਡ ਜੇਕਰ ਆਪਾਂ c1 upon c2 ਦੀ ਗੱਲ ਕਰੀਏ, ਇਹ ਕਿੰਨਾ ਹੈਗਾ? 12/24। ਸੋ ਇਹ ਵੀ ਕਿੰਨਾ ਬਣ ਜਾਏਗਾ? 1/2। ਸੋ ਇੱਥੋਂ ਆਪਾਂ ਨੂੰ ਕੀ ਪਤਾ ਲੱਗ ਰਿਹਾ? ਸੋ ਜੇਕਰ ਮੈਂ ਇੱਥੇ ਲਿਖਾਂ ਆਪਣਾ a1 upon a2 ਇਜ਼ ਇਕੁਅਲਸ ਟੂ ਆ ਰਿਹਾ b1 upon b2 ਦੇ, ਇਜ਼ ਇਕੁਅਲਸ ਟੂ ਆ ਰਿਹਾ c1 upon c2 ਦੇ। ਠੀਕ ਹੈ, ਤਾਂ ਹੁਣ ਆਪਾਂ ਇਹ ਕੀਤਾ ਹੋਇਆ, ਜਦੋਂ ਤਿੰਨੋਂ ਰੇਸ਼ੀਓਜ਼ ਇਕੁਅਲ ਆਉਣਗੀਆਂ ਉਦੋਂ ਕਿਹੜੀਆਂ ਲਾਈਨਸ ਹੋਣਗੀਆਂ? ਕੋਇਨਸਾਈਡ ਲਾਈਨਸ। ਠੀਕ ਹੈ, ਵੀ ਇੱਕ ਦੂਜੇ ਦੇ ਉੱਪਰ ਬਿਲਕੁਲ ਓਵਰਲੈਪ ਕਰ ਰਹੀਆਂ। ਓਕੇ, ਸੋ ਇਹਨਾਂ ਦਾ ਕਿਹੜੇ ਸੋਲੂਸ਼ਨ ਹੁੰਦੇ ਸੀ ਦੱਸ ਚੁੱਕਿਆ ਸੀ ਮੈਂ ਤੁਹਾਨੂੰ, ਇਨਫਾਈਨਿਟਲੀ ਮੈਨੀ ਸੋਲੂਸ਼ਨਸ। ਕਲੀਅਰ ਗੱਲ? ਓਕੇ, ਸੋ ਨੈਕਸਟ ਥਰਡ ਪਾਰਟ ਦੇਖੋ ਜੀ। ਥਰਡ ਪਾਰਟ ਦੇ ਵਿੱਚ ਆਪਾਂ ਨੂੰ ਕੀ ਦਿੱਤਾ ਹੋਇਆ? ਸੋ ਆਪਣੇ ਕੋਲੇ a1 upon a2 ਦੇਖੋ। ਸੋ ਆਨਸਰ ਆਪਾਂ ਇੱਥੋਂ ਲਿਖ ਦਿੰਦੇ ਹਾਂ, a1 upon a2 ਤਾਂ ਕਿੰਨੀ ਵੈਲਿਊ ਆ ਰਹੀ ਹੈ a1 upon a2 ਦੀ? 6 upon 2। ਇਹ ਹੋ ਗਿਆ ਆਪਣੇ ਕੋਲੇ 3 upon 1। ਠੀਕ ਹੈ, ਐਂਡ ਉਸ ਤੋਂ ਬਾਅਦ b1 upon b2 ਇਹ ਕਿੰਨੀ ਆ ਰਹੀ ਹੈ? -3 upon -1। ਸੋ ਇਹ ਵੀ ਆਪਣੇ ਕੋਲੇ ਕਿੰਨਾ ਬਣ ਜਾਏਗਾ? 3/1 ਹੀ ਬਣ ਜਾਏਗਾ। ਉਸ ਤੋਂ ਨੈਕਸਟ c1 upon c2, ਸੋ ਇਹ ਹੋ ਗਿਆ ਜੀ 10 upon 9, ਜਿਹੜੇ ਕਿ ਨਹੀਂ ਕੱਟੇ ਜਾਣਗੇ। ਠੀਕ ਹੈ, ਸੋ ਹੁਣ ਆਪਣੇ ਕੋਲੇ ਦੇਖੋ ਜੀ ਫਸਟ ਦੋ ਇਕੁਅਲ ਆ ਰਹੇ ਆ, ਮੀਨਸ ਟੂ ਸੇ a1 upon a2 ਇਜ਼ ਇਕੁਅਲਸ ਟੂ ਹੈਗਾ b1 upon b2 ਦੇ
ਨੋਟ ਇਕੁਅਲਸ ਟੂ ਹੈਗਾ C1 ਅਪੋਨ C2 ਦੇ। ਸੋ ਇਹ ਵੀ ਮੈਂ ਤੁਹਾਨੂੰ ਦੱਸ ਚੁੱਕਿਆ ਸੀ ਵੀ ਜਦੋਂ ਪਹਿਲੀਆਂ ਦੋ ਰੇਸ਼ੋਸ ਇਕੁਅਲ ਹੋਣਗੀਆਂ ਐਂਡ ਥਰਡ ਰੇਸ਼ੋ ਇਕੁਅਲ ਨਹੀਂ ਹੋਏਗੀ ਉਦੋਂ ਕਿਹੜੀਆਂ ਲਾਈਨਸ ਹੋਣਗੀਆਂ, ਜ਼ਿਆਦਾ ਨਾ, ਇਹ ਕਿਹੜੀਆਂ ਲਾਈਨ ਸੀਗੀਆਂ, ਪੈਰਲਲ ਲਾਈਨਸ। ਓਕੇ, ਸੋ ਆਪਾਂ ਇੱਥੇ ਲਿਖ ਦਿੰਦੇ ਹਾਂ ਦੇਅਰਫੋਰ ਥੀਜ਼ ਆਰ ਪੈਰਲਲ ਲਾਈਨਸ। ਐਂਡ ਜੇਕਰ ਪੈਰਲਲ ਲਾਈਨਸ ਆ ਤਾਂ ਸੋਲੂਸ਼ਨ ਕਿਹੜੇ ਹੋਣਗੇ, ਸੋਲੂਸ਼ਨ ਹੋਣਗੇ ਜੀ ਉਦੋਂ ਨੋ ਸੋਲੂਸ਼ਨ, ਬਿਕੋਜ਼ ਪੈਰਲਲ ਲਾਈਨਸ ਤਾਂ ਕਦੇ ਆਪਸ ਵਿੱਚ ਕੱਟ ਹੀ ਨਹੀਂ ਕਰਨੀਆਂ। ਇਹ ਆਪਾਂ ਗੱਲ ਕਰ ਚੁੱਕੇ ਸੀ ਵੀ ਜੇਕਰ ਕੱਟ ਕਰਨੀਆਂ ਤਾਂ ਸੋਲੂਸ਼ਨ ਤਾਂ ਹੀ ਆਉਣਗੇ। ਠੀਕ ਹੈ, ਸੋ ਇਹ ਹੋ ਗਿਆ ਆਪਣੇ ਕੋਲੇ ਸੈਕਿੰਡ ਪਾਰਟ। ਸੋ ਨੈਕਸਟ ਆਪਣੇ ਕੋਲੇ ਥਰਡ ਕੁਐਸਚਨ ਦੇ ਵਿੱਚ ਉਹਨਾਂ ਨੇ ਕਿਹਾ ਵੀ ਵਿਚ ਆਫ ਦਾ ਫੋਲੋਇੰਗ ਆਰ ਕੰਸਿਸਟੈਂਟ ਔਰ ਇਨਕਨਸਿਸਟੈਂਟ। ਐਂਡ ਇਹ ਮੈਂ ਤੁਹਾਨੂੰ ਦੱਸ ਚੁੱਕਿਆ ਸੀਗਾ ਵੀ ਜਿੱਥੇ ਆਪਣੇ ਕੋਲੇ ਨੋ ਸੋਲੂਸ਼ਨ ਆਊਗਾ ਮੀਨਸ ਟੂ ਸੇ ਪੈਰਲਲ ਲਾਈਨਸ ਆਉਣਗੀਆਂ, ਉੱਥੇ ਕੀ ਹੋਊਗਾ, ਇਨਕਨਸਿਸਟੈਂਟ ਐਂਡ ਅਦਰਵਾਈਜ਼ ਕੰਸਿਸਟੈਂਟ। ਠੀਕ ਹੈ, ਸੋ ਮੈਂ ਦੋ ਪਾਰਟਸ ਤੁਹਾਨੂੰ ਕਰਵਾ ਦਿੰਦਾ। ਓਕੇ, ਸੋ ਪਹਿਲਾਂ ਤਾਂ ਆਪਾਂ ਇਸ ਨੂੰ ਥੋੜ੍ਹਾ ਠੀਕ ਕਰਕੇ ਲਿਖ ਲਈਏ ਆਪਣੀ ਲੀਨੀਅਰ ਇਕੁਏਸ਼ਨ ਦੀ ਫਾਰਮ ਵਿੱਚ। ਸੋ ਇਹ ਆਪਣੇ ਕੋਲੇ ਇਹ ਚੀਜ਼ ਬਣ ਗਈ ਇਜ਼ ਇਕੁਅਲ ਟੂ 0 ਐਂਡ ਦੂਸਰੀ ਵਾਲੀ ਕੀ ਬਣ ਗਈ ਜੀ, ਇਹ ਹੋ ਗਿਆ ਆਪਣੇ ਕੋਲੇ 2x - 3y - 7 ਇਜ਼ ਇਕੁਅਲ ਟੂ 0। ਓਕੇ, ਸੋ ਹੁਣ ਦੇਖੋ ਜੀ ਆਪਣੇ ਕੋਲੇ ਇਹ ਕੀ ਬਣ ਰਿਹਾ, ਆਹ A1 ਆ A2 B1 ਅਪੋਨ B2 ਐਂਡ ਇਹ ਹੋ ਗਿਆ C1 ਅਪੋਨ C2। ਸੋ ਮੈਂ ਲਿਖ ਦਿੰਦਾ 3/2, ਇਹ ਹੋ ਗਿਆ ਜੀ ਆਪਣਾ A1 ਅਪੋਨ A2। ਉਸ ਤੋਂ ਬਾਅਦ B1 ਅਪੋਨ B2 ਦੀ ਵੈਲਿਊ ਕਿੰਨੀ ਆ ਰਹੀ ਹੈ, ਸੋ ਇਹ ਆਪਣੇ ਕੋਲੇ ਆ ਰਹੀ ਹੈ 2/-3। ਉਸ ਤੋਂ ਬਾਅਦ C1 ਅਪੋਨ C2 ਦੀ ਵੈਲਿਊ ਕਿੰਨੀ ਆ ਰਹੀ ਹੈ, ਇਹ ਆ ਰਹੀ ਹੈ ਆਪਣੇ ਕੋਲੇ ਜੀ -5/-7 ਐਂਡ ਮਾਈਨਸ ਨਾਲ ਮਾਈਨਸ ਚਲਾ ਜਾਏਗਾ, ਸੋ 5/7। ਠੀਕ ਹੈ, ਓਕੇ, ਸੋ ਇਹ ਵੈਲਿਊਜ਼ ਦੇਖੋ ਜੀ ਜੇਕਰ ਆਪਾਂ ਦੇਖੀਏ A1 ਅਪੋਨ A2 ਨੋਟ ਇਕੁਅਲਸ ਟੂ B1 ਅਪੋਨ B2। ਠੀਕ ਹੈ, ਨੋਟ ਇਕੁਅਲਸ ਟੂ C1 ਅਪੋਨ C2 ਐਂਡ ਆਪਾਂ ਬਿਲਕੁਲ ਫਸਟ ਕੇਸ ਕੀਤਾ ਸੀ ਜਿੱਥੇ ਆਪਣੀਆਂ ਪਹਿਲੀਆਂ ਦੋ ਰੇਸ਼ੋਸ ਇਕੁਅਲ ਨਹੀਂ ਆਉਣਗੀਆਂ ਉੱਥੇ ਆਪਣੇ ਕੋਲੇ ਕੀ ਹੋਣਗੀਆਂ, ਇੰਟਰਸੈਕਟਿੰਗ ਲਾਈਨਸ। ਤਾਂ ਇੰਟਰਸੈਕਟਿੰਗ ਲਾਈਨਸ ਆਲਵੇਜ਼ ਕੀ ਹੁੰਦੀਆਂ ਆਪਣੇ ਕੋਲੇ, ਕੰਸਿਸਟੈਂਟ। ਠੀਕ ਹੈ, ਸੋ ਮੈਂ ਇੱਥੇ ਕੀ ਲਿਖ ਦਿੰਦਾ, ਕੰਸਿਸਟੈਂਟ। ਕਲੀਅਰ ਹੋ ਗਈ ਗੱਲ, ਬਿਕੋਜ਼ ਆਪਣੇ ਕੋਲੇ ਇਹ ਲਾਈਨਸ ਕਿਹੜੀਆਂ ਬਣ ਰਹੀਆਂ, ਇੰਟਰਸੈਕਟਿੰਗ। ਜੇਕਰ ਬਸ ਆਪਣੇ ਕੋਲੇ ਸਿੰਪਲੀ ਗੱਲ ਆ, ਜੇਕਰ ਆਪਣੇ ਕੋਲੇ ਪੈਰਲਲ ਲਾਈਨਸ ਬਣਨੀਆਂ ਦੈਨ ਹੀ ਇਨਕਨਸਿਸਟੈਂਟ ਆਏਗਾ, ਅਦਰਵਾਈਜ਼ ਆਲਵੇਜ਼ ਕੀ ਆਏਗਾ, ਕੰਸਿਸਟੈਂਟ। ਠੀਕ ਹੈ, ਆਪਾਂ ਸੈਕਿੰਡ ਦੇਖਦੇ ਹਾਂ। ਸੈਕਿੰਡ ਕੇਸ ਵਿੱਚ ਆਪਣੇ ਕੋਲੇ ਕੀ ਬਣਦਾ, ਦੇਖੋ ਜੀ। ਸੋ ਜੇਕਰ ਆਪਾਂ ਗੱਲ ਕਰੀਏ ਇਸ ਨੂੰ ਅਦਰਵਾਈਜ਼ ਲਿਖਣਾ ਹੁੰਦਾ ਤਾਂ ਲਿਖ ਲਿਆ ਕਰੋ, ਨਹੀਂ ਲੋੜ ਵੀ ਨਹੀਂ ਇਸ ਤਰੀਕੇ ਲਿਖਣ ਦੀ, ਵੈਸੇ ਵੀ ਸੇਮ ਹੀ ਹੁੰਦੀ ਹੈ ਗੱਲ ਤਾਂ। ਸੋ ਆਪਾਂ ਇੱਕ ਵਾਰੀ ਫਾਰਮ ਦੇ ਵਿੱਚ ਕਨਵਰਟ ਕਰ ਲਿਆ 4x - 6y - 9 ਇਜ਼ ਇਕੁਅਲਸ ਟੂ 0। ਸੋ ਬੱਚੇ ਇੱਥੇ ਧਿਆਨ ਨਾਲ ਦੇਖੋ ਜੀ A1 ਅਪੋਨ A2। ਸੋ ਆਪਣੇ ਕੋਲੇ ਕੀ ਆ ਰਿਹਾ, A1 ਅਪੋਨ A2 2/4 ਦੈਟ ਇਜ਼ ਕੀ ਹੋ ਗਿਆ ਆਪਣਾ 1/2। ਸੋ ਉਸ ਤੋਂ ਬਾਅਦ B1 ਅਪੋਨ B2 ਕਿੰਨਾ ਆ ਰਿਹਾ ਜੀ, B1 ਅਪੋਨ B2 -3 ਅਪੋਨ -6 -3 ਅਪੋਨ -6। ਸੋ ਮਾਈਨਸ ਨਾਲ ਮਾਈਨਸ ਚਲਾ ਗਿਆ ਐਂਡ ਇਹ ਵੀ ਕਿੰਨਾ ਬਣਿਆ ਆਪਣਾ 1/2। ਠੀਕ ਹੈ, ਉਸ ਤੋਂ ਬਾਅਦ ਜੀ C1 ਅਪੋਨ C2 ਇਹ ਕਿੰਨਾ ਬਣਿਆ ਆਪਣਾ -8 ਅਪੋਨ -9। ਇਹ ਤਾਂ ਆਪਣਾ ਕੱਟਿਆ ਹੀ ਨਹੀਂ ਜਾਂਦਾ ਐਂਡ ਇਹ ਕੀ ਬਣ ਰਿਹਾ 8/9। ਸੋ ਹੁਣ ਦੇਖੋ ਜੀ ਫਸਟ ਦੋ ਰੇਸ਼ੋਸ ਦੀ ਵੈਲਿਊ ਇਕੁਅਲ ਆ ਰਹੀ ਹੈ। ਸੋ ਆਪਾਂ ਇੱਥੇ ਲਿਖ ਦਿੰਦੇ ਹਾਂ A1 ਅਪੋਨ A2 ਇਜ਼ ਇਕੁਅਲਸ ਟੂ ਹੈਗਾ B1 ਅਪੋਨ B2 ਦੇ, ਬਟ ਨੋਟ ਇਕੁਅਲਸ ਟੂ ਕਿਸ ਦੇ ਹੈ, C1 ਅਪੋਨ C2 ਦੇ। ਤਾਂ ਹੁਣ ਦੇਖੋ ਜੀ ਆਪਾਂ ਬਿਲਕੁਲ ਸਟਾਰਟਿੰਗ ਦੇ ਵਿੱਚ ਕੀਤਾ ਸੀ ਕਿਸ ਦੇ ਨਾਲ, ਇਹ ਕੰਪੇਅਰ ਕਰ ਰਹੀਆਂ ਆਪਣੀਆਂ ਪੈਰਲਲ ਲਾਈਨਸ ਨਾਲ। ਪੈਰਲਲ ਨਾਲ ਹੀ ਕਰ ਰਿਹਾ ਨਾ, ਬਿਕੋਜ਼ ਆਪਾਂ ਪੈਰਲਲ ਦੇ ਕੇਸ 'ਚ ਕੀਤਾ ਸੀ ਪਹਿਲੇ ਦੋ ਇਕੁਅਲ ਹੋਣਗੇ ਤੀਸਰਾ ਇਕੁਅਲ ਨਹੀਂ ਹੋਏਗਾ। ਸੋ ਮੈਂ ਇੱਥੇ ਲਿਖ ਦਿੰਦਾ ਪੈਰਲਲ ਲਾਈਨਸ ਐਂਡ ਪੈਰਲਲ ਲਾਈਨਸ ਦੇ ਵਿੱਚ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕੀ ਹੋਏਗਾ, ਇਨਕਨਸਿਸਟੈਂਟ। ਕਲੀਅਰ ਗੱਲ, ਸੋ ਬਿਲਕੁਲ ਸਿੰਪਲ ਹੀ ਰਹੇਗਾ ਜੀ ਇਹ ਤਾਂ। ਠੀਕ ਹੈ, ਸੋ ਫੋਰਥ ਕੁਐਸਚਨ ਦੇ ਵਿੱਚ ਵੀ ਇਹਨਾਂ ਨੇ ਬਿਲਕੁਲ ਸੇਮ ਹੀ ਦੇ ਰੱਖਿਆ। ਉਹ ਕਹਿੰਦੇ ਵੀ ਦੱਸੋ ਵੀ ਇਹਨਾਂ ਦੇ ਵਿੱਚੋਂ ਕਿਹੜੀਆਂ ਕੰਸਿਸਟੈਂਟ ਹੈ ਐਂਡ ਕਿਹੜੀਆਂ ਨਹੀਂ ਕੰਸਿਸਟੈਂਟ। ਜੇਕਰ ਕੰਸਿਸਟੈਂਟ ਹੈਗੀਆਂ ਤਾਂ ਉਹਨਾਂ ਨੂੰ ਗ੍ਰਾਫ ਤੇ ਬਣਾ ਕੇ ਦਿਖਾਓ। ਤਾਂ ਬਿਲਕੁਲ ਸਿੰਪਲ ਰਹੇਗਾ, ਆਪਾਂ 9th ਕਲਾਸ ਵਿੱਚ ਵੀ ਇਦਾਂ ਦਾ ਕੀਤਾ ਹੋਇਆ। ਸੋ ਨੈਕਸਟ ਮੈਂ ਸਿੱਧਾ 5th ਕੁਐਸਚਨ ਤੇ ਚੱਲਦਾ। ਸੋ 5th ਕੁਐਸਚਨ ਨੂੰ ਇੱਕ ਵਾਰ ਰੀਡ ਕਰੋ, ਕੀ ਦਿੱਤਾ ਹੋਇਆ ਆਪਾਂ ਨੂੰ। ਹਾਫ ਦਾ ਪੈਰੀਮੀਟਰ ਆਫ ਰੈਕਟੈਂਗੂਲਰ ਗਾਰਡਨ whose length is 4 more than its width, find the dimensions of garden। ਤਾਂ ਬਿਲਕੁਲ ਸੇਮ ਆਪਾਂ x ਤੇ y ਦੀ ਵੈਲਿਊ ਫਾਈਂਡ ਆਊਟ ਕਰਨੀ ਆ। ਲੈਟ ਕਰ ਲੈਂਦੇ ਆ, ਲੈਟ ਲੈਂਥ ਆਫ ਗਾਰਡਨ। ਸੋ ਲੈਂਥ ਨੂੰ ਮੈਂ ਲੈਟ ਕਰ ਲਿਆ, ਹਾਂਜੀ। ਸੋ ਰੈਕਟੈਂਗੂਲਰ ਗਾਰਡਨ ਕਿਹਾ ਜੀ ਉਹਨਾਂ ਨੇ। ਸੋ ਲੈਟ ਲੈਂਥ ਆਫ ਗਾਰਡਨ ਆਪਾਂ ਲੈ ਕੇ ਚੱਲ ਪਏ x ਮੀਟਰ। ਠੀਕ ਹੈ, ਐਂਡ ਬ੍ਰੈਥ ਆਫ ਗਾਰਡਨ,
सो ब्रैथ आपां लैके चल पे जी y मीटर। सो अकॉर्डिंग टू क्वेश्चन की दिता होया उन्होंने फर्स्ट कंडीशन, जेकर मैं इत्थे लिखां अकॉर्डिंग टू क्वेश्चन फर्स्ट कंडीशन की दी है जी हाफ द पैरीमीटर ऑफ रेक्टेंगुलर गार्डन। ठीक है, सो अपने को पैरीमीटर का फॉर्मूला की हुंदा है? पैरीमीटर का फॉर्मूला हुंदा जी 2 इंटू लेंथ प्लस ब्रैथ, यही हुंदा है। सो अपने को लेंथ कितनी है x, ब्रैथ कितनी है y, बट इन्होंने कहा हाफ द पैरीमीटर। सो आप इसका हाफ कर दें। ओके, इज इक्वल्स टू उन्होंने कहा है हाफ द पैरीमीटर ऑफ रेक्टेंगुलर गार्डन हुज लेंथ इज 4 मीटर मोर दैन इट्स विथ इज 36। सो आपू हाफ पैरीमीटर कितना दिता होया उन्होंने 36। ठीक है ना। ओके, सो इसनों आप सॉल्व कर लेने एक बार, 2 नाल 2 चला गया एंड अपने को एक्स प्लस वाई की वैल्यू कितनी आ गई 36। ठीक है, ये तो बिल्कुल सिंपल ही है। सो इसनों आप 1 का नाम दे दें। हुण अपने को सैकेंड इक्वेशन देखो, सैकेंड कंडीशन उन्होंने की दी हुई है हुज लेंथ इज 4 मोर दैन इट्स विथ। तो अपने को की बन जाएगा भी जी लेंथ है मीनस टू से एक्स है वह की है विथ नालों 4 ज़्यादा है, यही चीज़ बन गई। सो आप इतों भी एक बार सैटिंग कर लेने इसकी, वाई नूं इधर ले आने। सो एक्स माइनस वाई इज इक्वल्स टू 4 हो गया। ठीक है, सो हुण देखो जी आप एक्स ते वाई दियां वैल्यूज़ कड्ढनियां, दोनों इक्वेशनस नूं ऐड कर दिंने आ। सो जेकर मैं 1 + 2 करदा तो अपने को की बन जाएगा एक्स प्लस वाई ते एक्स माइनस वाई, इत्थे 36 एंड इत्थे आ गया जी अपने को 4। तो दोनों नूं ऐड करांगे आपां, प्लस वाई तो माइनस वाई कट्टे जाएंगे। सो 2x इज इक्वल्स टू 40 है ना, 36 + 4। सो अपने को x की वैल्यू कितनी आ गई, 2 नीचे आ जाएगा, x की वैल्यू आ गई जी 20। ठीक है, तो सिमिलरली जितों मर्जी तुम y की वैल्यू भी कढ़ सकते हो, 1 तो भी निकल आएगी 2 तो भी। सो आप इतों कढ़ दें। सो अपने को इन्होंने दिता होया सी 20 माइनस सैकेंड तो कढ़ रहे हैं रजे मैं। ठीक है, 20 माइनस वाई इज इक्वल्स टू 4। सो वाई नूं आपां उधर लै जाने, वाई इज इक्वल्स टू कितना आ जाएगा 16। ठीक है, सो लेंथ अपने को कितनी आ गई 20 एंड ब्रैथ कितनी आ गई अपने को 16। ठीक है, सो सारे थर्ड चैप्टर दे विच आपां एक्स ते वाई दियां वैल्यूज़ ही कड्ढनियां होणगियां। नैक्सट आपां नूं सिक्स्थ क्वेश्चन दिता होया। सो इहदे विच तां आपां सिंपल इंटरसैक्टिंग लाइनस दियां एक एग्जाम्पल देनी है, पैरल लाइनस दी देनी है एंड कोइनसाइड लाइनस देनी है। ये मैं तुहानूं दस ही चुकिया भी अपने को इंटरसैक्टिंग किहड़ियां होणगियां जिन्हां विच फस्ट 2 रेशो नहीं इक्वल होणगियां, पैरल बारे भी दस चुकिया एंड कोइनसाइड बारे भी। उस तो बाद जी नैक्सट अपने को हैगा 7th क्वेश्चन। 7th क्वेश्चन भी ग्राफ वाला रहेगा। सो इसनूं आपां अलग तो कर लवांगे जेकर लोड़ पई तां, अदरवाइज तुसीं आप करके देख लिओ, बिल्कुल सिंपल ही है। ठीक है, सो नैक्सट आप एक्सरसाइज 3.3 स्टार्ट करांगे जिस दे विच आपां सबस्टिट्यूशन मैथड की गल करांगे। सो मोस्ट इंपॉर्टेंट मैथड है एंड काफ़ी हैल्पफुल एंड सौखा रहेगा। ठीक है, सो हुण आपां देखो जी एक्स ते वाई दियां वैल्यूज़ कड्ढनियां, तो मैं फर्स्ट पार्ट ही स्टार्ट करदा। सो एक बार समझण लई बहुत वधिया रहेगा। सो आपां नूं दिता होया एक्स प्लस वाई दित्ती हुई है जी 14 एंड एक्स माइनस वाई दिता होया 4। तो तुसीं कहोगे सर आप सिंपल इन्हां नूं ऐड करके भी वैल्यूज़ कढ़ सकते हैं। हाँ जी बिल्कुल सही है, कढ़ सकते हैं। आप लास्ट क्वेश्चन में भी इदां ही किया, दोनों नूं ऐड करांगे ये कट्टे जाणगे एंड सिंपल वैल्यूज़ आ जाणगियां। बट एक बार सबस्टिट्यूशन मैथड सीख लवो भी हुंदा की है। सो इसनूं आपां फर्स्ट इक्वेशन का नाम देवांगे जी, इसनूं देवांगे आपां सैकेंड इक्वेशन का। ठीक है, सबस्टिट्यूशन मैथड लई ये क्वेश्चन बहुत सौखा, बट जदों आपां अगले करांगे एक बार मैथड चंगे तरीके समझ लवो। ओके, सो आपां की करना, फर्स्ट तो तुसीं एक थर्ड चीज़ बनानी है। सो फर्स्ट तो आप बना सकते हैं, जेकर आपको फर्स्ट दिता होया एक्स प्लस वाई की वैल्यू 14 दी हुई है तो या तो एक्स की वैल्यू बना लो या वाई की बना लो। सो मैं इत्थे लिख देना फ्रॉम फर्स्ट। सो अपने को की वैल्यू बनेगी, एक्स की वैल्यू कितनी बन जाएगी, एक्स इज इक्वल्स टू वाई उधर चला जाएगा 14 माइनस वाई, यही वैल्यू बन गई ना, यही बन गई रजे। सो इसनों आप थर्ड का नाम दे दियो। ठीक है, सो इस तो बाद आप की काम करना, पुट थर्ड इन 2, बिल्कुल सेम सिंपल काम आ। सो आप थर्ड इक्वेशन है जी इसनों 2 दे विच पुट करता। हुण 2 दे विच जिथे अपने को एक्स दी हुई है उत्थे आप की पुट कर देना 14 माइनस वाई। ठीक है, सो अपने को फ्रॉम 2 की बन जाएगा फ्रॉम 2। सो ये हो गया जी एक्स की जगह पर आप पुट करना 14 माइनस वाई,
इस तो बाद आपां नूं दिता होया माइनस वाई इज इक्वल्स टू 4। सो अपने कोले हो गया 14 माइनस 2y इज इक्वल्स टू 4 एंड इस नूं इधर ले आउणे आ जी आपां। सो ये हो जाएगा 18 अपने कोले 14 माइनस 4 ये हो जाएगा 10 एंड 2y उधर चला जाएगा। सो अपने कोले y की वैल्यू कितनी आ गई 2 नीचे आ गया। सो y की वैल्यू आ गई जी 5। ठीक है। सो आप हुण x की वैल्यू कढ़ सकते हैं जितों मर्जी भावें 1 तो कढ़ो भावें 2 तो भावें 3 तो। चलो मैं 3 तो करदा। सो फ्रॉम 3 अपने कोले x इज इक्वल्स टू 14 माइनस y की वैल्यू कितनी आ 5। सो x की वैल्यू कितनी आ जाएगी अपने कोले 9। ठीक है, सौखा सीगा ना काफ़ी। x की वैल्यू भी आ गई अपनी एंड y की वैल्यू भी आ गई। सो आपां कीता कि फर्स्टली दो इक्वेशनस आपां नूं दित्तियां होणगीਆਂ, एक तो आपां तीसरी इक्वेशन बना लैनी है, भावें फर्स्ट तो बनाओ भावें सैकेंड तो बनाओ। ठीक है, तुहाडी मर्जी रहेगी। सो जिवें मैं इत्थे फर्स्ट तो बना ली, सो अपने कोले x की वैल्यू बन गई 14 माइनस वाई, इस नूं दूसरी दे विच पुट कर देना। तो ऑलवेज याद रखियो ਜਿਹੜੇ बच्चे सैकेंड इक्वेशन तो भी बनाउणगे, जे सैकेंड तो बना रहे हो थर्ड तो फर्स्ट विच पुट करियो, जे फर्स्ट तो बना रहे हो तो थर्ड सैकेंड विच पुट करियो। ठीक है, सो बिल्कुल सिंपल रहेगा। एक क्वेश्चन आपां होर करदे हां। सो जिवें कि आपां नूं नैक्सट क्वेश्चन ही दिता होया। सो नैक्सट क्वेश्चन दे विच आपां नूं s माइनस टी की वैल्यू दित्ती हुई है जी 3 एंड अपनी कोले s अपॉन 3 प्लस t अपॉन 2 इज इक्वल्स टू दिता होया 6। ठीक है, सो स्टार्ट करिए आपां। तो आपां इदां करदे हां, ये होगी अपने कोले 1 ये होगी 2। तो आपां किसी एक तो बना लैंदे वैल्यू। तो मैं ऑलवेज 1 तो बनाउणा हुंदा, तो मैं इत्थे लिख देना फ्रॉम 1 तो आपां की करांगे एक x जां y की वैल्यू बनावांगे। सो अपने कोले s की आ गई माइनस टी उधर जाके की हो गया प्लस टी। सो s की वैल्यू ये वाली बन गई, इसनूं आपां 3 का नाम दे दईए। नैक्सट काम की करदे सी पुट 3 इन 2। सो हुण आपां 3 नूं किस विच पुट कर देंगे 2 विच, जिथे s सीगा अपने कोले 2 दे। सो इत्थे लिख दिंदे आ जी फ्रॉम 2, जिथे अपने कोले s है उहदी जगह ते की लिखना 3 प्लस 2। सो अपने कोले 3 प्लस टी। सो 3 प्लस टी अपॉन 3 प्लस टी अपॉन 2 इज इक्वल्स टू 6। ये चीज़ बन गई। सो हुण आपां एलसीएम लै लैंदे आ। एलसीएम अपने कोले 6 आ जाएगा। यह कितना बन गया जी अपने कोले, ये हो गया 2 6 प्लस 2t प्लस 3t इज इक्वल्स टू 6। सो यह हो गया अपने कोले 6 प्लस 5t, 6 उधर चला गया। सो ये हो जाएगा 36। तो 5t 6 उधर चला जाएगा। सो ये हो गया जी 30 एंड t की वैल्यू कितनी आ जाएगी 5 नीचे आ जाएगा। 30/5 कितना होंगे अपने कोले 6। ठीक है, सो t की वैल्यू कितनी आ गई अपनी 6। एंड सिमिलरली हुण आपां की करदे हुंदे आ फ्रॉम थर्ड। तो थर्ड तो आपां s की वैल्यू भी बना देंगे। s इज इक्वल्स टू 3 प्लस t की वैल्यू कितनी है 6। सो s की वैल्यू कितनी आ जाएगी 9। क्लीयर होगी गल। सो बिल्कुल सिंपल रहेगा जी। सबस्टिट्यूशन मैथड सब तो सौखा मैथड है। ठीक है, सो हुण आपां कुछ स्टेटमेंट्स वाले क्वेश्चन कर लैंदे आ। तो थोड़े जे सो नैक्सट अपने को सैकेंड क्वेश्चन दिता होया। सैकेंड क्वेश्चन के भी बिल्कुल सेम आपां नूं 2 इक्वेशनस दित्तियां हुई। सो एक नूं आपां 1 का नाम दे देंगे, एक नूं 2 का नाम दे देंगे। बट इत्थे आपां नूं इन्हां ने m की वैल्यू कड्ढण नूं कहा है। पहलां तां आपां x ते y की वैल्यू कढ के रुक जांदे सी, हुण आपां नूं इन्हां ने m की वैल्यू कड्ढण नूं भी कहा है। तो बस आपां की करांगे x ते y दीयां जिहड़ियां वैल्यूज आउणगीਆਂ ਉਹ ਇੱਥੇ पुट कर देंगे जी। ਇਹ आपां नूं दित्ती हुई है। जिवें कि मैं सॉल्व नहीं करता, सीधियां वैल्यूज लिख दिना। तो अपनी x की वैल्यू आ जाएगी -2। ठीक है, सबस्टिट्यूशन मैथड लगाओगे ना तुसीं, जिवें आपां पहलां करके आए हैं, x की वैल्यू -2 आ जाएगी एंड y की वैल्यू आ जाएगी अपने कोले 5। ओके, सो हुण दोनों वैल्यूज आपां चक के इत्थे पुट कर देंगे। सो जेकर आपां इत्थे पुट कर रहे हैं तो अपने कोले y की जगह ते 5, m एज इट इज, x की जगह ते -2 प्लस 3। सो अपने कोले 3 उधर चला गया जी। 5 - 3 2 हो गया इज इक्वल्स टू -2m। सो अपने कोले m की वैल्यू कितनी आ जाएगी -1। ठीक है, एंड जिहड़ी यह वाली चीज़ सी यह मैं किवें कड्ढी यूजिंग सबस्टिट्यूशन मैथड। तो ये तुसीं जिवें आपां पिछला सम करते आ रहे हैं पूरा उवें ही करना। ठीक है, सो मैं इत्थे लिख देना यूजिंग सबस्टिट्यूशन मैथड। ओके, सो इस तो बाद जिहड़े अपने कोले नैक्सट सम्स आ यह काफ़ी इंपॉर्टेंट रहणगे।
ਇਹਨਾਂ ਦੇ ਵਿੱਚੋਂ ਤੁਹਾਡੇ ਐਗਜ਼ਾਮ ਵਿੱਚ ਕੁਐਸਚਨ ਆਉਣਗੇ ਜੀ। ਸੋ ਆਪਣੇ ਕੋਲੇ ਥਰਡ ਕੁਐਸਚਨ ਦਿੱਤਾ ਹੋਇਆ, ਮੈਂ ਇੱਕ ਵਾਰ ਸਟੇਟਮੈਂਟਸ ਬਣਾਉਣਾ ਛੱਡ ਦਿੰਨਾ, ਜਿਹੜਾ ਜ਼ਿਆਦਾ ਇੰਪੋਰਟੈਂਟ ਹੋਇਆ ਉਸ ਨੂੰ ਪੂਰਾ ਵੀ ਕਰਵਾ ਦੂੰਗਾ। ਤਾਂ ਸਟੇਟਮੈਂਟਸ ਤੋਂ ਬਾਅਦ ਤਾਂ ਤੁਸੀਂ ਸੋਲਵ ਕਰ ਹੀ ਲਓਗੇ। ਜੇਕਰ ਤੁਹਾਨੂੰ ਇਦਾਂ ਦੀਆਂ ਇਕੁਏਸ਼ਨਸ ਬਣਾਉਣੀਆਂ ਆ ਗਈਆਂ ਤਾਂ ਇਸ ਤੋਂ ਬਾਅਦ ਤਾਂ ਤੁਸੀਂ ਸੋਲਵ ਕਰ ਹੀ ਲਓਗੇ, ਠੀਕ ਹੈ। ਸੋ ਆਪਾਂ ਨੂੰ ਫਸਟ ਦੇਖੋ ਕੀ ਦਿੱਤਾ ਹੋਇਆ, ਦਾ ਡਿਫਰੈਂਸ ਬਿਟਵੀਨ ਟੂ ਨੰਬਰਸ ਇਜ਼ 26। ਤਾਂ ਆਪਾਂ ਕੀ ਕਰਦੇ ਹਾਂ, ਨੰਬਰ ਲੈ ਲੈਂਦੇ ਹਾਂ। ਲੈਟ ਫਸਟ ਨੰਬਰ ਆਪਾਂ ਲੈ ਲਿਆ ਜੀ x, ਐਂਡ ਸੈਕਿੰਡ ਨੰਬਰ ਕੀ ਲੈ ਲਿਆ, ਸੈਕਿੰਡ ਨੰਬਰ ਆਪਾਂ ਲੈ ਕੇ ਚੱਲ ਪਏ y, ਠੀਕ ਹੈ। ਸੋ ਅਕੋਰਡਿੰਗ ਟੂ ਕੁਐਸਚਨ ਆਪਾਂ ਨੂੰ ਫਸਟ ਇਕੁਏਸ਼ਨ ਉਹਨਾਂ ਨੇ ਕੀ ਦਿੱਤੀ, ਦਾ ਡਿਫਰੈਂਸ ਬਿਟਵੀਨ ਟੂ ਨੰਬਰਸ ਇਜ਼ 26। ਤਾਂ ਓਬਵੀਅਸਲੀ ਕੀ ਹੋਏਗਾ, x ਮਾਈਨਸ y ਇਜ਼ ਇਕੁਅਲ ਟੂ 26। ਡਿਫਰੈਂਸ ਦਾ ਮਤਲਬ ਮਾਈਨਸ ਹੁੰਦਾ। ਸੋ ਇਹ ਆਪਣੀ ਕੀ ਬਣ ਗਈ, ਫਸਟ ਇਕੁਏਸ਼ਨ। ਉਸ ਤੋਂ ਬਾਅਦ ਸੈਕਿੰਡ ਅੱਗੇ ਰੀਡ ਕਰਦੇ ਹਾਂ, ਇਫ ਵਨ ਨੰਬਰ ਇਜ਼ 3 ਟਾਈਮਸ ਦਾ ਅਦਰ। ਤਾਂ ਆਪਾਂ ਕੀ ਇਹਨਾਂ ਨੇ ਦਿੱਤਾ ਹੋਇਆ ਵੀ ਜਿਹੜਾ ਇੱਕ ਨੰਬਰ ਹੈ, ਮੰਨ ਕੇ ਚਲੋ ਫਸਟ ਨੰਬਰ ਇਜ਼ 3 ਟਾਈਮਸ ਦਾ ਅਦਰ, ਸੋ x ਇਜ਼ ਇਕੁਅਲ ਟੂ ਹੈਗਾ 3y। ਸੋ ਇਹ ਹੋ ਗਈ ਆਪਣੀ ਸੈਕਿੰਡ ਇਕੁਏਸ਼ਨ, ਠੀਕ ਹੈ। ਤਾਂ ਹੁਣ ਦੇਖੋ ਇੱਥੋਂ ਆਪਾਂ ਨੂੰ ਥਰਡ ਬਣਾਉਣ ਦੀ ਲੋੜ ਹੀ ਨਹੀਂ। ਆਪਾਂ ਕੀ ਕਰਾਂਗੇ, x ਦੀ ਵੈਲਿਊ 3y ਚੱਕ ਕੇ ਉੱਪਰ ਪੁੱਟ ਕਰ ਦਿਆਂਗੇ, ਤਾਂ ਬਿਲਕੁਲ ਸਿੰਪਲ ਹੋ ਜਾਏਗਾ। ਮੈਂ ਇੱਥੇ ਲਿਖ ਦਿੰਦਾ, ਪੁੱਟ x ਇਜ਼ ਇਕੁਅਲ ਟੂ 3y ਇਨ ਫਸਟ। ਤਾਂ ਆਪਣੇ ਕੋਲੇ ਫਸਟ ਕੀ ਬਣ ਜਾਏਗਾ, ਸੋ ਫਰੋਮ ਫਸਟ ਮੈਂ ਲਿਖ ਦਿੰਦਾ ਜੀ, ਇਹ ਹੋ ਜਾਏਗਾ ਆਪਣੇ ਕੋਲੇ x ਦੀ ਜਗ੍ਹਾ ਤੇ 3y ਮਾਈਨਸ y, x ਦੀ ਜਗ੍ਹਾ ਤੇ ਰਜੇ ਮੈਂ 3y ਪੁੱਟ ਕਰਤਾ ਜਸਟ, ਠੀਕ ਹੈ। ਜਿੱਥੇ ਆਪਣੇ ਕੋਲੇ x ਸੀਗਾ ਉੱਥੇ ਕੀ ਲਿਖਤਾ 3y। ਸੋ 3y ਮਾਈਨਸ y ਇਜ਼ ਇਕੁਅਲ ਟੂ 26। ਸੋ 2y ਇਜ਼ ਇਕੁਅਲ ਟੂ 26 ਐਂਡ y ਇਜ਼ ਇਕੁਅਲ ਟੂ ਕਿੰਨਾ ਆ ਗਿਆ 13। ਤਾਂ ਹੁਣ ਜੀ x ਆਪਣਾ ਕਿੰਨਾ ਆ ਜਾਏਗਾ, 2 ਤੋਂ ਦੇਖ ਲਓ, ਫਰੋਮ 2 x ਇਜ਼ ਇਕੁਅਲ ਟੂ 3 ਇੰਟੂ y ਦੀ ਵੈਲਿਊ ਕਿੰਨੀ ਹੈ 13। ਸੋ ਆਪਣੀ x ਦੀ ਵੈਲਿਊ ਕਿੰਨੀ ਆ ਗਈ 39। ਕਲੀਅਰ ਗੱਲ, ਬਿਲਕੁਲ ਸਿੰਪਲ ਹੀ ਸੀਗਾ ਕੁਐਸਚਨ ਇਹ ਤਾਂ। ਸੋ ਸਿਮਿਲਰਲੀ ਆਪਣੇ ਕੋਲੇ ਸੈਕਿੰਡ ਕੁਐਸਚਨ ਦਿੱਤਾ ਹੋਇਆ, ਇੱਕ ਵਾਰ ਸੈਕਿੰਡ ਪਾਰਟ ਵੀ ਦੇਖ ਲਓ। The larger of two supplementary angles exceeds the smaller one by 18 degrees। ਸੋ ਹੁਣ ਸਪਲੀਮੈਂਟਰੀ ਐਂਗਲਸ ਕਿਹੜੇ ਹੁੰਦੇ ਆ ਜੀ, ਜਿਨ੍ਹਾਂ ਦਾ ਐਡ 180 ਹੁੰਦਾ। ਸੋ ਮੈਂ ਇਦਾਂ ਕਰਦਾ, ਲੈਟ ਕਰ ਲੈਣਾ, ਲੈਟ ਵਨ ਐਂਗਲ। ਸੋ ਵਨ ਐਂਗਲ ਆਪਾਂ ਨੂੰ ਦੇਤਾ ਜੀ x, ਐਂਡ ਇਸ ਦਾ ਜਿਹੜਾ ਸਪਲੀਮੈਂਟਰੀ ਐਂਗਲ ਆ, ਸੋ ਮੈਂ ਇੱਥੇ ਲਿਖ ਦੇਣਾ ਸਪਲੀਮੈਂਟਰੀ ਐਂਗਲ, ਇਟਸ ਸਪਲੀਮੈਂਟਰੀ ਐਂਗਲ ਆਪਣਾ ਲੈ ਕੇ ਚੱਲ ਪਏ y, ਠੀਕ ਹੈ। ਸੋ ਓਬਵੀਅਸਲੀ ਆਪਣੇ ਕੋਲੇ ਫਸਟ ਇਕੁਏਸ਼ਨ ਫਸਟ ਕੰਡੀਸ਼ਨ ਦੇ ਅਕੋਰਡਿੰਗ ਕੀ ਹੋਏਗਾ, ਅਕੋਰਡਿੰਗ ਟੂ ਕੁਐਸਚਨ। ਸੋ ਫਸਟ ਕੰਡੀਸ਼ਨ ਉਹਨਾਂ ਨੇ ਦੇਤੀ ਜੀ ਆਪਾਂ ਨੂੰ ਸਪਲੀਮੈਂਟਰੀ ਐਂਗਲਸ ਆ। ਸਪਲੀਮੈਂਟਰੀ ਮੀਨਸ ਦੋਨਾਂ ਦਾ ਐਡ ਕਿੰਨਾ ਹੋਏਗਾ ਰਾਜੇ 180। ਜੇਕਰ ਆਪਾਂ ਨੂੰ ਕੰਪਲੀਮੈਂਟਰੀ ਦਿੱਤਾ ਹੁੰਦਾ ਤਾਂ ਐਡ ਕਿੰਨਾ ਹੁੰਦਾ 90। ਤਾਂ ਪਲੀਜ਼ ਇਸ ਚੀਜ਼ ਨੂੰ ਚੰਗੇ ਤਰੀਕੇ ਕਰ ਲਿਓ। ਸੋ ਆਪਣੇ ਕੋਲੇ ਫਸਟ ਕੰਡੀਸ਼ਨ ਤਾਂ ਬਣ ਗਈ, ਫਸਟ ਇਕੁਏਸ਼ਨ। ਸੈਕਿੰਡ ਉਹਨਾਂ ਨੇ ਕੀ ਦਿੱਤਾ, the larger of two supplementary angles exceeds the smaller one by 18। ਤਾਂ ਆਪਾਂ ਕਿਸੇ ਨੂੰ ਮਰਜ਼ੀ ਕੀ ਲੈ ਸਕਦੇ ਹਾਂ, ਸਮਾਲਰ ਲੈ ਸਕਦੇ ਹਾਂ, ਕਿਸੇ ਨੂੰ ਮਰਜ਼ੀ ਆਪਾਂ ਗ੍ਰੇਟਰ ਲੈ ਸਕਦੇ ਹਾਂ, ਕੋਈ ਇਸ਼ੂ ਨਹੀਂ, ਠੀਕ ਹੈ। ਸੋ ਆਪਾਂ ਇਦਾਂ ਕਰਦੇ ਹਾਂ, ਆਪਾਂ ਨੂੰ ਇਹਨਾਂ ਨੇ ਕੀ ਦਿੱਤਾ ਵੀ ਜਿਹੜਾ ਸਮਾਲਰ ਹੈ, ਸਮਾਲਰ ਦੇ ਨਾਲੋਂ ਜਿਹੜਾ ਲਾਰਜਰ ਹੈ ਉਹ ਕਿੰਨਾ ਹੈ 18 ਡਿਗਰੀ ਜ਼ਿਆਦਾ ਹੈ। ਤਾਂ ਹੁਣ ਇਹਦਾ ਮਤਲਬ ਦੋਨਾਂ ਦੇ ਵਿੱਚ ਡਿਫਰੈਂਸ 18 ਦਾ ਹੈ, ਫੇਰ ਹੀ ਜ਼ਿਆਦਾ ਹੋਇਆ ਹੈ ਨਾ। ਸੋ ਆਪਾਂ ਲਿਖ ਸਕਦੇ ਹਾਂ x ਮਾਈਨਸ y ਇਜ਼ ਇਕਲਸ ਟੂ 18। ਸਿੰਪਲੀ ਰਹਿ ਗਈ ਗੱਲ। ਸੋ ਇਹ ਹੋ ਗਿਆ ਆਪਣੇ ਕੋਲੇ ਸੈਕਿੰਡ ਇਕੁਏਸ਼ਨ, ਐਂਡ ਇਸ ਤੋਂ ਅੱਗੇ ਤਾਂ ਤੁਸੀਂ ਸੋਲਵ ਕਰ ਹੀ ਲਓਗੇ। ਸਬਸਟੀਟਿਊਸ਼ਨ ਮੈਥਡ ਲਗਾਉਣਾ ਜਾਂ ਜਿਵੇਂ ਮਰਜ਼ੀ ਸਿੱਧਾ ਐਡ ਕਰਕੇ ਵੀ ਸੋਲਵ ਕਰ ਸਕਦੇ ਹੋ, ਠੀਕ ਹੈ। ਤਾਂ ਆਪਣੇ ਕੋਲੇ x ਦੀ ਵੈਲਿਊ ਆ ਜਾਏਗੀ ਜੀ 99 ਐਂਡ y ਦੀ ਵੈਲਿਊ ਆ ਜਾਏਗੀ 81, ਠੀਕ ਹੈ। ਤਾਂ ਪਲੀਜ਼ ਇੱਕ ਵਾਰ ਸੋਲਵ ਕਰਕੇ ਦੇਖਿਓ ਤੁਸੀਂ। ਸੋ ਆਪਣੇ ਕੋਲੇ ਥਰਡ ਦਿੱਤਾ ਹੋਇਆ ਜੀ। ਥਰਡ ਦੇ ਵਿੱਚ ਉਹਨਾਂ ਨੇ ਕਿਹਾ ਦਾ ਕੋਚ ਆਫ ਕ੍ਰਿਕਟ ਟੀਮ ਵਾਈਜ਼ 3 ਬੈਟਸ ਐਂਡ 6 ਬਾਲਸ ਫॉर 3800। ਓਕੇ, ਸੋ ਆਪਾਂ ਇਦਾਂ ਕਰਦੇ ਹਾਂ, ਲੈਟ ਜਿਹੜੀ ਚੀਜ਼ ਅਜੇ ਆਪਾਂ ਨੂੰ ਫਾਈਂਡ ਆਊਟ ਕਰਨ ਨੂੰ ਕਹੀ ਹੈ ਨਾ, ਉਸ ਨੂੰ ਲੈਟ ਕਰ ਲਈਦਾ ਹੁੰਦਾ। ਸੋ ਆਪਾਂ ਨੂੰ ਉਹਨਾਂ ਨੇ ਕਿਹਾ ਫਾਈਂਡ ਦਾ ਕਾਸਟ ਆਫ ਈਚ ਬੈਟ ਐਂਡ ਈਚ ਬਾਲ। ਮੈਂ ਲੈਟ ਕਰ ਲੈਣਾ, ਲੈਟ ਕਾਸਟ ਆਫ ਈਚ ਬੈਟ। ਸੋ ਈਚ ਬੈਟ ਦਾ ਕਾਸਟ ਕਿੰਨਾ ਲੈ ਲਿਆ x, ਐਂਡ ਈਚ ਬਾਲ ਦਾ ਕਾਸਟ ਕਿੰਨਾ ਲੈ ਲਿਆ ਆਪਾਂ y, ਅਕੋਰਡਿੰਗ ਟੂ ਕੁਐਸਚਨ। ਸੋ ਫਸਟ ਕੰਡੀਸ਼ਨ ਦੇਖੋ ਜੀ ਧਿਆਨ ਨਾਲ, ਦਾ ਕੋਚ ਆਫ ਕ੍ਰਿਕਟ ਟੀਮ ਬਾਈਜ਼ 7 ਬੈਟਸ, ਮਤਲਬ ਕਿ 7x ਹੋ ਗਿਆ,
है ना। प्लस प्लस राजे क्यों लिख रहा, क्योंकि दोनों का ऐड करके पैसे दिते होंगे उसने। 6 बॉल्स मीनस टू से 6 इंटू वाई किन्ने रुपये दिते राजे, दोनों का ऐड होके 3800। सो ये अपने को फर्स्ट इक्वेशन बन गई। ठीक है, सैकेंड बनाने जी। सैकेंड उन्होंने की दिता, लेटर शी बाइज 3 बैट्स मीनस टू से 3x हो गया है ना, बैट लिए आप एक्स लैके चले सी। एंड 5 बॉल्स प्लस 5 बॉल्स रुपीज़ किन्ने दिते उसने रजे 1750। ठीक है, ये अपने को होगी सैकेंड इक्वेशन। सो बिल्कुल सेम आप जिमें स्टार्टिंग दे विच कीता सीगा, फर्स्ट तो तुसी की बनाओगे, थर्ड बना लोगे, थर्ड नू सैकेंड विच पुट कर दोगे, तुहाडे कोले एक्स ते वाई दियां वैल्यूज़ आ जाणगियां। ठीक है, तो बिल्कुल सिंपल रहेगा, सबस्टिट्यूशन मैथड यूज़ करना ओनली। ठीक है, सो जेकर ना होया रजी मैनू एक बार दस दिओ, मैं फिर तो करवा दूंगा। सो नैक्सट अपने को फोर्थ पार्ट देखो जी। फोर्थ पार्ट विच की दिता होया उन्होंने, द टैक्सी चार्ज इन अ सिटी कंसिस्ट ऑफ फिक्स चार्ज टुगैदर विद द चार्ज फॉर द डिस्टेंस कवर्ड। तो मीनस टू से उन्होंने कहा भी जिहड़ी टैक्सी के चार्जिज आ रजे वो एक तो फिक्स चार्ज उन्होंने लेने आ, भी तुसी एक बार बैठ के उतर गए उन्होंने अपना फिक्स चार्ज लेना ही लेना, एंड उस दे नाल पर किलोमीटर दे लैणगे। ठीक है, भी जेकर तुसी 1 किलोमीटर गए उसके इन्ने, 2 किलोमीटर गए उसके इन्ने, तो मैं एक बार देखदा। सो उन्होंने कहा फॉर द डिस्टेंस ऑफ 10 किलोमीटर द चार्ज पेड इज 105 रुपीज़। ठीक है, जेकर तुसी 10 किलोमीटर जाना तो तुहानू 105 रुपए देने पैणगे, एंड जेकर तुसी 15 किलोमीटर जाना तो तुहानू 155 रुपीज़ देने पैणगे। ठीक है, सो वट आर द फिक्स चार्जिस एंड चार्जिस पर किलोमीटर। तो फर्स्ट चीज़ आपां मैं तुहानू पहलां भी दस के हटिया, जिहड़ी चीज़ फाइंड आउट करनी होगी उसनू एक्स ते वाई लैट कर लवांगे। सो मैं लैट किस नू करां रजे इत्थे, सो आपां लैट फिक्स चार्जिस अपने को की लैट कर लेने आपां एक्स, एंड एडिशनल चार्जिस ਜਾਂ मैं लिख देना चार्जिस पर किलोमीटर आप लैट कर लेने वाई। ठीक है, सो अकॉर्डिंग टू क्वेश्चन फर्स्ट बनाने जी आप। ठीक है, फर्स्ट कंडीशन। सो अपन उन्होंने की कहा, हाँ फॉर अ डिस्टेंस ऑफ 10 किलोमीटर द चार्ज पेड इज 105। मीनस टू से मैं तुहानू कहा सी भी एक बार बैठन दे रुपए तो उसने ले ही लेने गड्डी च, मीनस टू से फिक्स चार्ज जेडे एक्स आ वो तो लै ही लेने अपने तो। ठीक है, प्लस 10 किलोमीटर गए दे रजे उसने किन्ने रुपए ले लिए, मीनस टू से 10y इज इक्वल्स टू अपने को हो गया 105। ठीक है, सो चार्ज पर किलोमीटर के नाल ही आप लावांगे ना 10, क्योंकि 10 किलोमीटर गया। सो ये अपने को फर्स्ट बन गई। ठीक है, सिमिलरली अपने को सैकेंड बन जाएगी। उन्होंने आख्या 15 किलोमीटर दे, तो देखो जी 15 किलोमीटर वेले भी फिक्स चार्जिस तो पैणगे। सो एक्स प्लस 15y इज इक्वल्स टू 155। ठीक है, ये अपनी होगी सैकेंड। तो बिल्कुल सेम सबस्टिट्यूशन मैथड लगाना मैं तुहानू दस ही चुकिया। सो अपने को एक्स ते वाई दियाँ वैल्यूज़ आ जानियाँ। एक्स की वैल्यू रजी अपने को आ जाएगी मे बी एक्स की वैल्यू 5 आ जाएगी। ठीक है, एंड वाई की वैल्यू अपने को आ जाएगी, वाई की वैल्यू तुम एक बार सॉल्व करके देख लियो। ठीक है, वाई की वैल्यू मे बी 10 आ जाएगी। ठीक है, सो उस तो बाद भी इन्होंने अपन कहा हाउ मच डज अ परसन हैव टू पे फॉर ट्रैवलिंग द डिस्टेंस ऑफ 25 किलोमीटर। जेकर परसन 25 किलोमीटर जाना चाहता तो वह कितना पे करेगा। सो अपने को मैं इत्थे कह देना थर्ड कंडीशन एक होर देती उन्होंने। ठीक है, एक्स ते वाई दियाँ वैल्यूज़ कढ़न तो बाद वो कहता भी जेकर परसन ने 25 किलोमीटर जाना तो देखो जी फिक्स चार्जिस तो देने पैणगे, प्लस किन्ने किलोमीटर जाना 25 किलोमीटर, तो देखो कितना बनता अपने को। तुसी एक्स की वैल्यू पुट करोगे, वाई की वैल्यू पुट करोगे, एंड रुपीस आ जाएंगे। ठीक है, सो मैनू तुसी कमेंट बॉक्स के इत्थे रुपीस दसने भी किन्ने रुपीस आउणगे। क्लीयर। सो नैक्सट देखो जी अपने को फिफ्थ क्वेश्चन दिता हुआ उन्होंने। फिफ्थ क्वेश्चन काफ़ी ज़्यादा इंपॉर्टेंट आ, काफ़ी ज़्यादा। सो मैं एक बार मार्क भी कर देना इत्थे। हाँ जी, तो अपन उन्होंने कहा अ फ्रैक्शन बिकम्स 9/11 इफ 2 इज एडेड टू बोथ न्यूमीनेटर एंड डिनोमीनेटर। ओके, सो अपने तो एंड ते देखो, एंड ते उन्होंने की कहा फाइंड द फ्रैक्शन। सो मैं लैट कर लेना, लैट द फ्रैक्शन तो अपन पता ना की होंगी है, न्यूमीनेटर अपॉन डिनोमीनेटर। सो लैट आप कर ली फ्रैक्शन एक्स अपॉन वाई।
x ਆਪਣੇ ਕੋਲੇ ਨਿਊਮੀਨੇਟਰ ਆ, y ਆਪਣੇ ਕੋਲੇ ਡਿਨੋਮੀਨੇਟਰ ਆ। ਉਹਨਾਂ ਨੇ ਕਿਹਾ ਇੱਕ ਫ੍ਰੈਕਸ਼ਨ ਆ, ਇਟ ਵਿਲ ਬਿਕਮ 9/11 ਇਫ 2 ਇਜ਼ ਐਡਡ ਟੂ ਬੋਥ ਨਿਊਮੀਨੇਟਰ ਐਂਡ ਡਿਨੋਮੀਨੇਟਰ। ਸੋ ਮੈਂ ਫਸਟ ਕੰਡੀਸ਼ਨ ਦੇਖਦਾ ਜੀ ਅਕੋਰਡਿੰਗ ਟੂ ਕੁਐਸਚਨ। ਉਹ ਕਹਿੰਦੇ ਵੀ ਜੇਕਰ ਆਪਾਂ 2 ਉੱਪਰ ਵੀ ਐਡ ਕਰ ਦਈਏ ਐਂਡ 2 ਜੇਕਰ ਆਪਾਂ ਨੀਚੇ ਵੀ ਐਡ ਕਰ ਦਈਏ, ਇਹ ਕਿੰਨੀ ਬਣ ਜਾਏਗੀ 9/11। ਸੋ ਇਹ ਬਣ ਗਈ। ਇੱਥੋਂ ਆਪਾਂ ਹੁਣ ਇਸ ਨੂੰ ਕ੍ਰਾਸ ਮਲਟੀਪਲਾਈ ਕਰਕੇ ਫਸਟ ਇਕੁਏਸ਼ਨ ਬਣਾਉਣੇ ਆ। ਤਾਂ ਫਸਟ ਕਿਵੇਂ ਬਣੇਗੀ, ਕ੍ਰਾਸ ਮਲਟੀਪਲਾਈ ਕਰ ਰਿਹਾ ਰਾਜੇ ਮੈਂ, ਇਹ ਹੋ ਗਿਆ 11x plus 22 is equals to 9y plus 18, ਠੀਕ ਹੈ। ਐਂਡ ਹੁਣ ਆਪਾਂ 11x minus 9y is equals to 22 ਇੱਧਰ ਆ ਗਿਆ, 18 ਚੋਂ ਮਾਈਨਸ ਹੋਇਆ ਕਿੰਨਾ ਹੋ ਜਾਏਗਾ -4। ਸੋ ਇਹ ਆਪਣੇ ਕੋਲੇ ਫਸਟ ਇਕੁਏਸ਼ਨ ਬਣ ਗਈ, ਠੀਕ ਹੈ। ਸਿਮਿਲਰਲੀ ਆਪਾਂ ਸੈਕਿੰਡ ਬਣਾਉਣੇ ਆ। ਉਹਨਾਂ ਨੇ ਕਿਹਾ ਅੱਗੇ ਇਫ 3 is added to both numerator and denominator it becomes 5/6। ਸੋ ਆਪਣੇ ਕੋਲੇ ਇੱਥੇ ਆਪਾਂ ਕੀ ਕਰਦੇ ਹਾਂ, ਹੁਣ ਸੈਕਿੰਡ ਕੰਡੀਸ਼ਨ ਮੈਂ ਦੇਖਦਾ ਜੀ। ਉਹ ਕਹਿੰਦੇ ਵੀ ਜੇਕਰ ਆਪਾਂ 3 ਐਡ ਕਰ ਦਈਏ, x ਵਿੱਚ ਵੀ 3 ਐਡ ਐਂਡ y ਵਿੱਚ ਵੀ 3 ਐਡ, ਤਾਂ ਇਹ ਕਿੰਨਾ ਬਣ ਜਾਏਗੀ, ਇਹ ਬਣ ਜਾਏਗੀ 5/6। ਤਾਂ ਹੁਣ ਫੇਰ ਤੋਂ ਕ੍ਰਾਸ ਮਲਟੀਪਲਾਈ, ਤਾਂ ਇਹ ਹੋ ਜਾਊਗਾ ਜੀ ਆਪਣੇ ਕੋਲੇ 6x, ਇਹ ਹੋ ਜਾਏਗਾ 18, ਇਹ ਹੋ ਜਾਏਗਾ 5y ਐਂਡ ਇਹ ਹੋ ਜਾਏਗਾ 15, ਠੀਕ ਹੈ। ਸਿਮਿਲਰਲੀ ਹੁਣ ਆਪਾਂ ਕੀ ਕਰਦੇ ਹਾਂ, ਇੱਧਰ ਲਿਆਉਣੇ ਆ 6x minus 5y minus 3, 18 ਇੱਧਰ ਆ ਕੇ -3 ਹੋ ਜਾਏਗਾ ਨਾ, 15 ਚੋਂ ਮਾਈਨਸ ਹੋ ਕੇ ਇਹ ਹੋ ਗਈ ਆਪਣੀ ਸੈਕਿੰਡ ਇਕੁਏਸ਼ਨ। ਸੋ ਹੁਣ ਫਸਟ ਤੇ ਸੈਕਿੰਡ ਤੋਂ ਆਪਾਂ ਨੂੰ ਸੋਲਵ ਕਰਨਾ ਆਉਂਦਾ ਹੀ ਹੈ, ਸਬਸਟੀਟਿਊਸ਼ਨ ਮੈਥਡ ਲਗਾ ਕੇ ਤੁਸੀਂ ਸੋਲਵ ਕਰ ਦੇਣਾ, ਠੀਕ ਹੈ। ਸੋ ਉਸ ਤੋਂ ਬਾਅਦ ਸਿਕਸਥ ਕੁਐਸਚਨ, ਇਹ ਵੀ ਕਾਫੀ ਇੰਪੋਰਟੈਂਟ ਆ ਜੀ, ਠੀਕ ਹੈ। ਇਹਨਾਂ ਨੂੰ ਤੁਸੀਂ ਅੱਗੇ ਸੋਲਵ ਕਰਕੇ ਦੇਖ ਲਿਓ ਪਲੀਜ਼ ਚੰਗੇ ਤਰੀਕੇ। ਸੋ ਸਿਕਸਥ ਕੁਐਸਚਨ ਵੀ ਇੰਪੋਰਟੈਂਟ ਆ ਜੀ, ਤੁਹਾਨੂੰ ਮਿਲ ਸਕਦਾ। ਸੋ ਆਪਾਂ ਨੂੰ ਕਿਹਾ 5 years hence the age of Jacob will be 3 times that of his son। ਤਾਂ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ, ਆਪਾਂ ਕੀ ਕਰਨਾ, ਜੋ ਚੀਜ਼ ਫਾਈਂਡ ਆਊਟ ਕਰਨ ਨੂੰ ਕਹੀ ਹੈ ਉਸ ਨੂੰ ਲੈਟ ਕਰ ਲਓ। ਸੋ ਮੈਂ ਐਂਡ ਤੇ ਆਉਣਾ, ਵਟ ਆਰ देयर ਪ੍ਰੈਜ਼ੈਂਟ ਏਜਿਸ, ਤਾਂ ਆਪਾਂ ਪ੍ਰੈਜ਼ੈਂਟ ਏਜਿਸ ਨੂੰ ਕੀ ਕਰਦੇ ਹਾਂ, ਲੈਟ ਕਰ ਲੈਂਦੇ ਹਾਂ। ਸੋ ਲੈਟ ਪ੍ਰੈਜ਼ੈਂਟ ਏਜ ਆਫ, ਕਿਸ ਦੀ ਪ੍ਰੈਜ਼ੈਂਟ ਏਜ ਲੈਟ ਕਰਾਂਗੇ ਆਪਾਂ। ਸੋ ਮੈਂ ਲੈਟ ਕਰ ਲੈਣਾ ਜੀ ਪ੍ਰੈਜ਼ੈਂਟ ਏਜ ਆਫ ਜਕੋਬ, ਠੀਕ ਹੈ। ਜਕੋਬ ਦੀ ਏਜ ਆਪਾਂ ਲੈ ਲਈ x ਈਅਰਸ, x ਸਾਲਾਂ ਦਾ, ਠੀਕ ਹੈ। ਐਂਡ ਉਸਦੇ ਫਾਦਰ, ਉਸਦੇ ਸਨ ਦੀ ਏਜ ਆਪਾਂ ਕਿੰਨੀ ਲੈ ਲਈ, ਏਜ ਆਫ ਹਿਜ਼ ਸਨ, ਇਹ ਲੈ ਲਈ ਜੀ ਆਪਾਂ y, ਜਿਹੜੀ ਚੀਜ਼ ਆਪਾਂ ਫਾਈਂਡ ਆਊਟ ਕਰਨੀ ਹੈ। ਹੁਣ ਆਪਾਂ ਅਕੋਰਡਿੰਗ ਟੂ ਕੁਐਸਚਨ ਫਸਟ ਕੰਡੀਸ਼ਨ ਬਣਾਉਣੇ ਆ। ਸੋ ਉਹਨਾਂ ਨੇ ਕਿਹਾ 5 years hence the age of Jacob will be ਦਿੱਤਾ ਹੋਇਆ ਰਾਜੀ, ਮੀਨਸ ਟੂ ਸੇ ਫਿਊਚਰ ਦੇ ਵਿੱਚ 5 ਸਾਲ ਬਾਅਦ, ਠੀਕ ਹੈ। ਤਾਂ ਕਿੰਨੀ ਹੋ ਜਾਏਗੀ, ਏਜ ਆਫ Jacob will be 3 times that of his son। ਤਾਂ ਮੀਨਸ ਟੂ ਸੇ ਕਿੰਨੀ ਹੋ ਜਾਏਗੀ, ਹੁਣ ਦੇਖੋ 5 ਸਾਲ ਬਾਅਦ ਦੇਖਦੇ ਹਾਂ ਪਹਿਲਾਂ, ਆਫਟਰ 5 years ਤਾਂ ਆਪਣੇ ਕੋਲੇ ਜਕੋਬ ਆ, ਇਹ ਕਿੰਨੇ ਸਾਲ ਦਾ ਹੋ ਜਾਏਗਾ, ਮੈਂ ਇੱਥੇ ਲਿਖ ਦਿੰਦਾ ਜਕੋਬਸ ਏਜ ਕਿੰਨੀ ਹੋ ਜਾਏਗੀ x + 5 years, ਓਬਵੀਅਸਲੀ x + 5 ਸਾਲ ਦਾ ਹੀ ਹੋ ਜਾਏਗਾ ਨਾ 5 ਸਾਲ ਬਾਅਦ 2025 ਦੇ ਵਿੱਚ। ਐਂਡ ਜੇਕਰ ਆਪਾਂ ਗੱਲ ਕਰੀਏ ਜਕੋਬਸ ਸਨ, ਇਹ ਕਿੰਨਾ ਹੋ ਜਾਏਗਾ, ਸਨਸ ਏਜ, ਇਹ ਹੋ ਜਾਏਗੀ ਆਪਣੇ ਕੋਲੇ y + 5 years, ਠੀਕ ਹੈ। ਹੁਣ ਆਪਾਂ ਅਪਲਾਈ ਕਰਦੇ ਹਾਂ ਕੰਡੀਸ਼ਨ। ਤਾਂ ਉਹਨਾਂ ਨੇ ਕੀ ਕਿਹਾ, 5 years hence the age of Jacob will be 3 times that of his son। ਤਾਂ ਆਪਣੇ ਕੋਲੇ ਇਹ ਕਿੰਨਾ ਬਣ ਜਾਏਗਾ ਵੀ x + 5 ਜਕੋਬ ਦੀ ਏਜ ਇਜ਼ ਇਕੁਅਲਸ ਟੂ 3 times his son, ਠੀਕ ਹੈ। ਸਨ ਦੀ ਏਜ ਦੇ ਨਾਲ ਮੈਂ 3 ਮਲਟੀਪਲਾਈ ਕਰਤਾ। ਸੋ ਫਸਟ ਇਕੁਏਸ਼ਨ ਬਣਾਵਾਂਗੇ x + 5 ਇਜ਼ ਇਕੁਅਲਸ ਟੂ 3y + 15। ਸੋ ਇੱਧਰ ਲਿਆਉਣੇ ਆ ਜੀ x - 3y, ਸੋ 5 ਉੱਧਰ ਚਲਾ ਜਾਏਗਾ, ਕਿੰਨਾ ਹੋ ਜਾਏਗਾ ਇਹ 15 - 5, ਸੋ ਇਹ ਹੋ ਜਾਏਗਾ 10। ਸੋ ਇਹ ਆਪਣੇ ਕੋਲੇ ਫਸਟ ਇਕੁਏਸ਼ਨ ਬਣ ਗਈ, ਠੀਕ ਹੈ। ਸਿਮਿਲਰਲੀ ਆਪਾਂ ਸੈਕਿੰਡ ਬਣਾਵਾਂਗੇ। ਸੈਕਿੰਡ ਆਪਾਂ ਨੂੰ ਦਿੱਤਾ ਹੋਇਆ ਉਹਨਾਂ ਨੇ 5 years ago ਮਤਲਬ ਕਿ ਮੈਂ ਇੱਥੇ ਸੈਕਿੰਡ ਦੀ ਗੱਲ ਕਰਦਾ, 5 ਸਾਲ ਪਹਿਲਾਂ, ਮਤਲਬ ਕਿ 2015 ਦੀ ਗੱਲ ਹੋ ਰਹੀ ਹੈ, ਅੱਜ ਆਪਾਂ 20 ਚ ਬੈਠੇ ਹਾਂ। ਸੋ ਮੈਂ ਇੱਥੇ ਲਿਖ ਦਿੰਦਾ 5 years ago। ਸੋ ਹੁਣ ਤੁਸੀਂ ਆਪ ਦੱਸੋ, ਜਿਹੜਾ ਆਪਣੇ ਕੋਲੇ ਜਕੋਬ ਦੀ ਏਜ ਕਿੰਨੀ ਹੋਏਗੀ ਉਦੋਂ, ਜਕੋਬਸ ਏਜ, ਸੋ ਇਹ ਹੋਏਗੀ x - 5 ਹੈ ਨਾ। ਐਂਡ ਜਿਹੜਾ ਉਸ ਦਾ ਸਨ ਆ, ਇਸ ਦੀ ਏਜ ਕਿੰਨੀ ਹੋਏਗੀ y - 5, ਠੀਕ ਹੈ। ਤਾਂ ਉਹਨਾਂ ਨੇ ਕੀ ਦਿੱਤਾ ਹੋਇਆ ਆਪਾਂ ਨੂੰ
Jacob's age was 7 times that of his son. Means to say ਆਪਣੇ ਕੋਲੇ ਕੀ ਬਣ ਜਾਏਗਾ ਵੀ ਜਿਹੜੀ ਜਕੋਬ ਦੀ ਏਜ ਆ ਮੀਨਸ ਟੂ ਸੇ x-5 ਆ ਇਹ ਕੀ ਸੀਗੀ 7 ਟਾਈਮਸ ਆਫ ਹਿਸ ਸਨ। ਠੀਕ ਹੈ, ਸੋ ਇੱਥੋਂ ਆਪਣੇ ਕੋਲੇ ਸੈਕਿੰਡ ਇਕੁਏਸ਼ਨ ਬਣ ਜਾਏਗੀ। ਸੋ x-5 ਇਜ਼ ਇਕਵਲਸ ਟੂ 7y ਮਾਈਨਸ 35 ਅੰਦਰ ਮਲਟੀਪਲਾਈ ਕਰ ਰਹੇ ਹਾਂ ਰਾਜੇ ਬ੍ਰੈਕਟ ਖੋਲ ਕੇ। ਸੋ ਇਹ ਬਣ ਜਾਏਗੀ ਜੀ x-7y ਉਧਰ ਜਾ ਕੇ ਪਲੱਸ ਹੋ ਜਾਏਗਾ। ਸੋ ਇਹ ਹੋ ਗਿਆ ਜੀ -30। ਇਹ ਆਪਣੇ ਕੋਲੇ ਸੈਕਿੰਡ ਇਕੁਏਸ਼ਨ ਬਣ ਗਈ। ਸੋ ਦੋਨੋਂ ਇਕੁਏਸ਼ਨਸ ਨੂੰ ਸੋਲਵ ਕਰਕੇ ਆਪਾਂ x ਤੇ y ਦੀਆਂ ਵੈਲਿਊਜ਼ ਕੱਢ ਦੇਵਾਂਗੇ ਐਂਡ ਉਹ ਕੀ ਹੋਊਗੀ ਜਕੋਬ ਤੇ ਸਨ ਦੀ ਪ੍ਰੈਜ਼ੈਂਟ ਏਜ। ਠੀਕ ਹੈ, ਕਾਫੀ ਸੌਖਾ ਕੁਐਸਚਨ ਆ ਬਟ ਇੰਪੋਰਟੈਂਟ ਕਾਫੀ ਹੈ 5th ਐਂਡ 6th। ਠੀਕ ਹੈ, ਸੋ ਆਪਾਂ ਇਦਾਂ ਦੇ ਕੁਐਸਚਨ ਬਾਕੀ ਦੀਆਂ ਐਕਸਰਸਾਈਜ਼ਸ ਵਿੱਚ ਵੀ ਕਰਾਂਗੇ ਬਟ ਇਹ ਕਾਫੀ ਇੰਪੋਰਟੈਂਟ ਆ, ਚੰਗੇ ਤਰੀਕੇ ਕਰ ਲਿਓ। ਸੋ ਨੈਕਸਟ ਆਪਣੇ ਕੋਲੇ ਐਕਸਰਸਾਈਜ਼ 3.4 ਆ ਜਿਸ ਦੇ ਵਿੱਚ ਆਪਾਂ ਐਲੀਮੀਨੇਸ਼ਨ ਮੈਥਡ ਦੀ ਗੱਲ ਕਰਾਂਗੇ। ਠੀਕ ਹੈ, ਐਲੀਮੀਨੇਸ਼ਨ ਮੈਥਡ ਵੀ ਕਾਫੀ ਇੰਪੋਰਟੈਂਟ ਰਹੇਗਾ। ਵੈਸੇ ਤੁਹਾਡੀ ਮਰਜ਼ੀ ਰਹੇਗੀ ਕੁਐਸਚਨ ਦੇ ਵਿੱਚ ਤੁਸੀਂ ਜੋ ਮਰਜ਼ੀ ਮੈਥਡ ਲਗਾ ਸਕਦੇ ਹੋ ਬਟ ਜੇਕਰ ਉਹਨਾਂ ਨੇ ਸਪੈਸੀਫਿਕ ਦਿੱਤਾ ਹੋਇਆ ਵੀ ਤੁਸੀਂ ਐਲੀਮੀਨੇਸ਼ਨ ਹੀ ਲਗਾਉਣਾ ਤਾਂ ਤੁਸੀਂ ਐਲੀਮੀਨੇਸ਼ਨ ਨਾਲ ਹੀ ਕਰਨਾ ਪਏਗਾ। ਠੀਕ ਹੈ, ਸੋ ਫਸਟ ਕੁਐਸਚਨ ਤੋਂ ਮੈਂ ਕਲੀਅਰ ਕਰ ਦਿੰਦਾ, ਇੱਕ ਕੁਐਸਚਨ ਤੋਂ ਹੀ ਤੁਹਾਨੂੰ ਕਲੀਅਰ ਹੋ ਜਾਏਗਾ ਰਾਜੇ, ਚੰਗੇ ਤਰੀਕੇ ਸੁਣ ਲਿਓ। ਸੋ ਫਸਟ ਦਾ ਫਸਟ ਪਾਰਟ ਆਪਾਂ ਨੂੰ ਦਿੱਤਾ ਹੋਇਆ ਜੀ, ਫਸਟ ਦਾ ਸੈਕਿੰਡ ਪਾਰਟ ਕਰਦੇ ਹਾਂ ਥੋੜਾ ਜਿਹਾ ਹੋਰ ਕਲੀਅਰ ਹੋਏਗਾ। ਠੀਕ ਹੈ, ਫਸਟ ਪਾਰਟ ਥੋੜਾ ਜਿਹਾ ਜ਼ਿਆਦਾ ਈਜ਼ੀ ਆ। ਸੈਕਿੰਡ ਪਾਰਟ ਦੇਖੋ 3x plus 4y is equals to 10 ਤਾਂ ਇਹ ਆਪਾਂ ਨੂੰ ਫਸਟ ਇਕੁਏਸ਼ਨ ਦੇ ਰੱਖੀ ਹੈ। ਸੈਕਿੰਡ ਹੈਗੀ ਆ ਜੀ 2x minus 2y is equals to 2। ਸੋ ਇਹ ਹੋ ਗਈ ਜੀ ਆਪਣੀ ਸੈਕਿੰਡ ਇਕੁਏਸ਼ਨ। ਠੀਕ ਹੈ, ਤਾਂ ਹੁਣ ਦੇਖੋ ਜੀ ਤੁਸੀਂ ਥੋੜਾ ਜਿਹਾ ਦਿਮਾਗ ਲਗਾਉਣਾ, ਤੁਸੀਂ ਐਕਚੁਅਲ ਦੇ ਵਿੱਚ ਐਲੀਮੀਨੇਸ਼ਨ ਵਰਡ ਦਾ ਮਤਲਬ ਸਮਝ ਰਹੇ ਹੋ ਵੀ ਜਾਂ ਤਾਂ ਆਪਾਂ x ਨੂੰ ਐਲੀਮੀਨੇਟ ਕਰਨਾ ਜਾਂ y ਨੂੰ। ਤਾਂ ਦੇਖੋ ਜੇਕਰ ਆਪਣੇ ਕੋਲੇ ਆਹ ਦੋਨੋਂ ਕੋਐਫੀਸ਼ੀਐਂਟ ਸੇਮ ਹੋਣ, ਜਿਵੇਂ ਇੱਥੇ 3 ਹੈ ਇੱਥੇ ਵੀ 3 ਹੋਵੇ ਤਾਂ ਆਪਾਂ ਪਲੱਸ ਮਾਈਨਸ ਕਰਕੇ ਈਜ਼ੀਲੀ ਕੱਟ ਸਕਦੇ ਹਾਂ, ਜਾਂ ਕਰ ਜਿਵੇਂ ਇੱਥੇ 4 ਹੈ ਇੱਥੇ ਵੀ ਆਪਣੇ ਕੋਲੇ 4 ਹੋਵੇ ਤਾਂ ਆਪਾਂ ਕੱਟ ਸਕਦੇ ਸੀਗੇ। ਤਾਂ ਆਪਾਂ ਕੀ ਕਰਾਂਗੇ ਸੇਮ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਤਾਂ ਤੁਹਾਡੀ ਮਰਜ਼ੀ ਰਹੇਗੀ, ਤੁਸੀਂ ਜਿਵੇਂ ਮਰਜ਼ੀ ਜਿਸ ਨੂੰ ਵੀ ਮਲਟੀਪਲਾਈ ਕਰੋ। ਤਾਂ ਦੇਖੋ ਮੈਂ ਇੱਥੇ ਦੇਖਦਾ ਮਲਟੀਪਲਾਈ ਹੋ ਕੇ ਰਾਜੇ ਸੇਮ ਹੋ ਸਕਦੇ ਆ। ਸੋ ਮਲਟੀਪਲਾਈ ਇਕੁਏਸ਼ਨ 1y। ਸੋ ਦੇਖੋ ਜੀ ਜੇਕਰ ਆਪਾਂ x ਨੂੰ ਐਲੀਮੀਨੇਟ ਕਰਨਾ ਤਾਂ ਆਪਾਂ ਕੀ ਕਰਾਂਗੇ, ਦੇਖੋ ਜਿਹੜੀ ਫਸਟ ਇਕੁਏਸ਼ਨ ਆ ਇਸ ਨੂੰ ਕਿਸ ਨਾਲ ਮਲਟੀਪਲਾਈ ਕਰਾਂਗੇ ਸੈਕਿੰਡ ਦੇ x ਦੇ ਕੋਐਫੀਸ਼ੀਐਂਟ ਨਾਲ। ਠੀਕ ਹੈ, ਸੋ ਮੈਂ ਫਿਰ ਤੋਂ ਦੱਸ ਦਿੰਦਾ, ਜੇਕਰ ਆਪਾਂ x ਨੂੰ ਕੱਟਣਾ ਤਾਂ ਆਪਾਂ ਕੀ ਕਰਾਂਗੇ ਜਿਹੜੀ ਫਸਟ ਇਕੁਏਸ਼ਨ ਆ ਉਸ ਨੂੰ ਮਲਟੀਪਲਾਈ ਕਰਾਂਗੇ ਸੈਕਿੰਡ ਇਕੁਏਸ਼ਨ ਦੇ x ਦੇ ਕੋਐਫੀਸ਼ੀਐਂਟ ਨਾਲ। ਸੋ ਮੈਂ ਫਸਟ ਨੂੰ ਕਿਸ ਨਾਲ ਮਲਟੀਪਲਾਈ ਕਰਾਂ 2 ਨਾਲ। ਠੀਕ ਹੈ, ਐਂਡ ਜਿਹੜੀ ਸੈਕਿੰਡ ਇਕੁਏਸ਼ਨ ਆ ਸੈਕਿੰਡ ਨੂੰ ਕਿਸ ਨਾਲ ਮਲਟੀਪਲਾਈ ਕਰਾਂਗੇ ਫਸਟ ਇਕੁਏਸ਼ਨ ਦੇ x ਦੇ ਕੋਐਫੀਸ਼ੀਐਂਟ ਨਾਲ। ਸੋ ਸੈਕਿੰਡ ਬਾਈ 3 ਤਾਂ ਆਪਣੇ ਕੋਲੇ ਕੀ ਬਣ ਜਾਏਗਾ। ਹੁਣ ਮੈਂ ਫਸਟ ਨੂੰ ਕਿਸ ਨਾਲ ਮਲਟੀਪਲਾਈ ਕਰ ਰਿਹਾ ਰਾਜੇ, ਫਸਟ ਨੂੰ ਆਪਾਂ ਮਲਟੀਪਲਾਈ ਕਰ ਰਹੇ ਹਾਂ ਜੀ 2 ਨਾਲ। ਓਕੇ, ਸੋ 2 ਨਾਲ ਮਲਟੀਪਲਾਈ ਕਰੋ। ਸੋ ਆਪਣੇ ਕੋਲੇ ਪਹਿਲਾ ਬਣ ਜਾਏਗਾ 6x, ਦੂਸਰਾ ਕਿੰਨਾ ਬਣ ਜਾਏਗਾ 8y ਐਂਡ ਅਗਲਾ ਕਿੰਨਾ ਬਣ ਜਾਏਗਾ ਜੀ 20। ਸੋ ਇਸ ਨੂੰ ਤੁਸੀਂ 3 ਨੰਬਰ ਦੇ ਦਿਓ, ਥਰਡ ਇਕੁਏਸ਼ਨ ਹੋ ਗਈ। ਉਸ ਤੋਂ ਬਾਅਦ ਸੈਕਿੰਡ ਬਾਈ 3। ਸੋ ਜਿਹੜੀ ਸੈਕਿੰਡ ਇਕੁਏਸ਼ਨ ਸੀ ਇਸ ਨੂੰ ਆਪਾਂ ਕਿਸ ਨਾਲ ਮਲਟੀਪਲਾਈ ਕਰ ਰਹੇ ਹਾਂ 3 ਨਾਲ। ਸੋ ਆਪਾਂ ਮਲਟੀਪਲਾਈ ਕਰਦੇ ਹਾਂ, ਇਹ ਕਿੰਨਾ ਹੋ ਜਾਏਗਾ 6x, ਇਹ ਕਿੰਨਾ ਹੋ ਜਾਏਗਾ 6y, ਇਹ ਕਿੰਨਾ ਹੋ ਜਾਏਗਾ 6। ਠੀਕ ਹੈ, ਇਸ ਨੂੰ ਤੁਸੀਂ ਨਾਮ ਦੇ ਦਿਓ 4 ਦਾ। ਤਾਂ ਹੁਣ ਬਿਲਕੁਲ ਸਿੰਪਲ ਕੰਮ ਰਹਿ ਗਿਆ, ਸਬਟਰੈਕਸ਼ਨ ਕਰਨੀ ਆ ਆਪਾਂ। ਸਿੰਪਲ ਮੈਂ ਲਿਖ ਦਿੰਦਾ ਸਬਟਰੈਕਟ 3 from 4 ਜਾਂ 4 from 3। ਠੀਕ ਹੈ, ਜਿਵੇਂ ਮਰਜ਼ੀ ਕਰ ਦਿਓ 4 from 3। ਓਕੇ, ਸੋ ਕੀ ਬਣ ਗਿਆ ਜੀ ਦੇਖੋ ਇਹਨਾਂ ਨੂੰ ਜੇ ਆਪਾਂ ਸਬਟਰੈਕਟ ਕਰਦੇ ਹਾਂ, ਮੈਂ ਇੱਥੇ ਦੋਨੋਂ ਨੂੰ ਇੱਕ ਵਾਰ ਫੇਰ ਲਿਖ ਦਿੰਦਾ 6x plus 8y is equals to 20 and 6x minus 6y is equals to 6। ਤਾਂ ਜਦੋਂ ਵੀ ਬੱਚੇ ਆਪਾਂ ਸਬਟਰੈਕਸ਼ਨ ਕਰਦੇ ਹੁੰਦੇ ਆ ਤਾਂ ਓਬਵੀਅਸਲੀ ਸਾਈਨ ਚੇਂਜ ਹੁੰਦੇ ਆ। ਇੱਥੇ ਪਲੱਸ ਸੀ ਇੱਥੇ ਮਾਈਨਸ ਹੋ ਜਾਏਗਾ, ਇੱਥੇ ਮਾਈਨਸ ਸੀ ਇੱਥੇ ਪਲੱਸ ਹੋ ਜਾਏਗਾ, ਇੱਥੇ ਪਲੱਸ ਸੀ ਇੱਥੇ ਮਾਈਨਸ ਹੋ ਜਾਏਗਾ। ਠੀਕ ਹੈ, ਤਾਂ ਦੇਖੋ ਜੀ 6x ਉੱਪਰਲਾ ਪਲੱਸ ਦਾ ਨੀਚੇ ਵਾਲਾ ਮਾਈਨਸ ਦਾ, ਤਾਂ ਦੋਨੋਂ ਕੱਟੇ ਜਾਣਗੇ। ਇੱਥੇ ਆਪਣੇ ਕੋਲੇ 8y ਪਲੱਸ ਦਾ 6y ਪਲੱਸ ਦਾ, ਤਾਂ ਕਿੰਨਾ ਹੋ ਜਾਏਗਾ 14y। ਸਿਮਿਲਰਲੀ 20 ਮਾਈਨਸ 6 ਕਿੰਨਾ ਹੋ ਜਾਏਗਾ 14। ਤਾਂ ਆਪਣੀ ਕੋਲੇ ਰਜੇ y ਦੀ ਵੈਲਿਊ ਕਿੰਨੀ ਆ ਗਈ 14 ਨੀਚੇ ਆ ਜਾਏਗਾ, y ਦੀ ਵੈਲਿਊ ਆ ਗਈ ਜੀ 1 ਆ ਗਈ ਨਾ। ਸੋ ਹੁਣ ਦੇਖੋ
ਇਹੀ y ਦੀ ਵੈਲਿਊ ਤੁਸੀਂ ਜਿੱਥੇ ਮਰਜ਼ੀ ਪੁੱਟ ਕਰੋ 1 ਚ 2 ਚ 3 ਚ 4 ਚ ਜਿੱਥੇ ਤੁਹਾਨੂੰ ਵਧੀਆ ਲੱਗਦਾ। ਸੋ ਮੈਂ ਇਦਾਂ ਕਰਦਾ, ਆਪਾਂ ਇੱਥੇ ਪੁੱਟ ਕਰ ਦਿੰਦੇ ਹਾਂ 4 ਚ। ਠੀਕ ਹੈ, ਤੁਸੀਂ ਜਿੱਥੋਂ ਮਰਜ਼ੀ ਕੱਢ ਸਕਦੇ ਹੋ ਕਿਸੇ ਵੀ ਇਕੁਏਸ਼ਨ ਚੋਂ। ਸੋ ਫਰੋਮ 4 ਆਪਾਂ y ਦੀ ਵੈਲਿਊ 1 ਪੁੱਟ ਕਰਨੀ ਹੈ। ਸੋ 6x ਮਾਈਨਸ 6 y ਦੀ ਜਗ੍ਹਾ ਤੇ ਲਿਖਤਾ ਜੀ 1 ਇਜ਼ ਇਕਵਲ ਟੂ 6। ਸੋ 6x ਇਜ਼ ਇਕਵਲ ਟੂ ਮਾਈਨਸ 6 ਉਧਰ ਜਾ ਕੇ ਕੀ ਹੋ ਜਾਏਗਾ ਪਲੱਸ 6। ਸੋ 6 ਪਲੱਸ 6 12। ਸੋ x ਦੀ ਵੈਲਿਊ ਕਿੰਨੀ ਆ ਜਾਏਗੀ ਆਪਣੇ ਕੋਲੇ 6 ਨੀਚੇ ਆ ਜਾਏਗਾ, x ਦੀ ਵੈਲਿਊ ਆ ਗਈ 2। ਠੀਕ ਹੈ, ਤਾਂ ਬਿਲਕੁਲ ਸੇਮ ਸਿੰਪਲ ਕੰਮ ਸੀਗਾ। ਬਸ ਆਪਣਾ ਇਸ ਵਿੱਚ ਕੀ ਕਰਨਾ, ਆਪਾਂ ਐਲੀਮੀਨੇਟ ਕਰਨਾ ਜਾਂ ਤਾਂ x ਨੂੰ ਜਾਂ y ਨੂੰ। ਜਿਸ ਨੂੰ ਤੁਸੀਂ ਐਲੀਮੀਨੇਟ ਕਰਨਾ ਰਜੇ ਉਸ ਦੇ ਕੋਐਫੀਸ਼ੀਐਂਟ ਨੂੰ ਦੂਸਰੇ ਦੇ ਨਾਲ ਮਲਟੀਪਲਾਈ ਕਰੀ ਜਾਓ। ਸੋ ਜਿਵੇਂ ਕਿ ਆਪਾਂ ਇੱਕ ਕੁਐਸਚਨ ਹੋਰ ਕਰਕੇ ਦੇਖਦੇ ਹਾਂ। ਆਪਾਂ ਇਦਾਂ ਕਰਦੇ ਹਾਂ, ਫਸਟ ਦੇ ਤੁਸੀਂ ਬਾਕੀ ਪਾਰਟਸ ਇੱਕ ਵਾਰ ਟਰਾਈ ਕਰਕੇ ਦੇਖਿਓ, ਬਿਲਕੁਲ ਸਿੰਪਲ ਰਹਿਣਗੇ। ਮੈਂ ਇਦਾਂ ਕਰਦਾ, ਤੁਹਾਨੂੰ ਸਿੱਧਾ ਸਟੇਟਮੈਂਟ ਵਾਲਾ ਕੁਐਸਚਨ ਕਰਵਾ ਦਿੰਦਾ। ਠੀਕ ਹੈ, ਸਟੇਟਮੈਂਟ ਵਾਲੇ ਕੁਐਸਚਨ ਤੋਂ ਹੀ ਤੁਹਾਨੂੰ ਸਮਝ ਆ ਜਾਏਗਾ। ਸੋ ਆਪਾਂ ਨੂੰ ਦੇਖੋ ਜੀ ਦਿੱਤਾ ਹੋਇਆ ਸੈਕਿੰਡ ਕੁਐਸਚਨ ਦਾ ਫਸਟ ਪਾਰਟ। ਠੀਕ ਹੈ, ਜੇਕਰ ਨਾਮ ਪਤਾ ਲੱਗਿਆ ਰਾਜੇ ਇਸ ਤੋਂ ਪਹਿਲਾਂ ਵਾਲਾ ਜਿਹੜੇ ਮੈਂ ਤੁਹਾਨੂੰ ਆਪਣੇ ਆਪ ਕਰਨ ਨੂੰ ਕਿਹਾ ਤਾਂ ਮੈਨੂੰ ਇੱਕ ਵਾਰ ਕਮੈਂਟ ਦੇ ਵਿੱਚ ਦੱਸ ਦਿਓ, ਮੈਂ ਫੇਰ ਕਰਵਾ ਦੂੰ। ਸੋ ਦੇਖੋ ਜੀ, if we add 1 to numerator and subtract 1 from denominator a fraction reduces to 1। ਤਾਂ ਬਿਲਕੁਲ ਸੇਮ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਫ੍ਰੈਕਸ਼ਨ ਵਾਲਾ ਕੁਐਸਚਨ, ਉਹੀ ਕੁਐਸਚਨ ਆ ਜੀ। ਸੋ ਆਪਾਂ ਲੈਟ ਕਰ ਲੈਂਦੇ ਹਾਂ, ਲੈਟ ਫ੍ਰੈਕਸ਼ਨ ਬੀ। ਫ੍ਰੈਕਸ਼ਨ ਆਪਣੇ ਕੋਲ ਕੀ ਆ ਗਈ ਰਾਜੇ x ਅਪੋਨ y। ਪਹਿਲਾਂ ਆਪਾਂ ਸਬਸਟੀਟਿਊਸ਼ਨ ਮੈਥਡ ਨਾਲ ਕੀਤਾ ਸੀ, ਹੁਣ ਆਪਾਂ ਐਲੀਮੀਨੇਸ਼ਨ ਨਾਲ ਕਰਾਂਗੇ। ਸੋ ਆਪਾਂ ਨੂੰ ਦਿੱਤਾ ਹੋਇਆ if we add 1 to numerator। ਓਕੇ, ਪਹਿਲਾਂ ਤਾਂ ਆਪਾਂ ਅਕੋਰਡਿੰਗ ਟੂ ਕੁਐਸਚਨ ਪਹਿਲਾਂ ਤਾਂ ਰਾਜੀ 1 ਐਡ ਕਰੋ, ਨਿਊਮੀਨੇਟਰ ਦੇ ਵਿੱਚ 1 ਐਡ ਕਰਤਾ। ਠੀਕ ਹੈ, ਐਂਡ ਕਿਹਾ ਸਬਟਰੈਕਟ 1 ਫਰੋਮ ਡਿਨੋਮੀਨੇਟਰ, ਇਸ ਦੇ ਵਿੱਚੋਂ 1 ਸਬਟਰੈਕਟ ਕਰ ਦਿਓ y ਮਾਈਨਸ 1। ਦ ਫ੍ਰੈਕਸ਼ਨ ਰਿਡਿਊਸਿਸ ਟੂ 1। ਤਾਂ ਫ੍ਰੈਕਸ਼ਨ ਕਿਸ ਦੇ ਇਕੁਅਲ ਆ ਜਾਏਗੀ 1 ਦੇ ਇਕੁਅਲ ਆ ਜਾਏਗੀ। ਸੋ ਇੱਥੋਂ ਆਪਾਂ ਇੱਕ ਫਸਟ ਇਕੁਏਸ਼ਨ ਬਣਾਉਣੇ ਆ, ਕ੍ਰਾਸ ਮਲਟੀਪਲਾਈ ਕਰੋ। ਸੋ x ਪਲੱਸ 1 ਇਜ਼ ਇਕਵਲਸ ਟੂ ਉਧਰ ਚਲਾ ਜਾਏਗਾ y ਮਾਈਨਸ 1। ਸੋ ਰਾਜੇ ਇੱਕ ਸਾਈਡ ਲਿਆਉਣੇ ਆ, x ਮਾਈਨਸ ਵਾਈ ਇਜ਼ ਇਕਵਲਸ ਟੂ ਮਾਈਨਸ 2। ਸੋ ਇਹ ਆਪਣੀ ਹੋ ਗਈ ਜੀ ਫਸਟ ਇਕੁਏਸ਼ਨ। ਠੀਕ ਹੈ, ਸਿਮਿਲਰਲੀ ਹੁਣ ਆਪਾਂ ਸੈਕਿੰਡ ਕੰਡੀਸ਼ਨ ਪੜ੍ਹਦੇ ਹਾਂ। ਇਟ ਬਿਕਮਸ 1/2 ਇਫ ਓਨਲੀ ਐਡ 1 ਟੂ ਡਿਨੋਮੀਨੇਟਰ। ਤਾਂ ਬੱਚੇ ਉਹਨਾਂ ਨੇ ਕਿਹਾ, ਮੈਂ ਸੈਕਿੰਡ ਕੰਡੀਸ਼ਨ ਦੀ ਗੱਲ ਕਰਦਾ, ਉਹ ਕਹਿੰਦੇ ਵੀ ਜੇਕਰ ਆਪਾਂ ਓਨਲੀ ਡਿਨੋਮੀਨੇਟਰ ਦੇ ਵਿੱਚ 2 ਐਡ ਕਰਦੇ ਹਾਂ, ਇਫ ਵੀ ਐਡ ਓਨਲੀ 1, ਜੇਕਰ ਆਪਾਂ ਡਿਨੋਮੀਨੇਟਰ ਦੇ ਵਿੱਚ 1 ਐਡ ਕਰਦੇ ਹਾਂ ਤਾਂ ਇਹ ਕਿੰਨੀ ਬਣ ਜਾਏਗੀ, ਇਹ ਬਣ ਜਾਏਗੀ 1/2। ਠੀਕ ਹੈ, ਸੋ ਆਪਾਂ ਫਿਰ ਇਸ ਤੋਂ ਕ੍ਰਾਸ ਮਲਟੀਪਲਾਈ ਕਰਕੇ 2x y ਪਲੱਸ 1। ਸੋ ਇਹ ਹੋ ਗਿਆ ਜੀ ਆਪਣੇ ਕੋਲ 2x ਮਾਈਨਸ y ਇਜ਼ ਇਕਵਲ ਟੂ 1। ਠੀਕ ਹੈ, ਇਹ ਆਪਣੇ ਕੋਲ ਆ ਗਈ ਸੈਕਿੰਡ ਕੰਡੀਸ਼ਨ। ਠੀਕ ਹੈ, ਤਾਂ ਹੁਣ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਆਪਾਂ ਕੀ ਕੰਮ ਕਰਨਾ। ਫਸਟ ਤੇ ਸੈਕਿੰਡ ਨੂੰ ਧਿਆਨ ਨਾਲ ਦੇਖੋ। x ਤੇ y ਦਾ ਕੋਐਫੀਸ਼ੀਐਂਟ ਦੇਖੋ, ਆਪਾਂ ਸੌਰੀ x ਦਾ ਕੋਐਫੀਸ਼ੀਐਂਟ ਇੱਥੇ ਕਿੰਨਾ 1 ਹੈ, ਇੱਥੇ ਕੋਐਫੀਸ਼ੀਐਂਟ ਕਿੰਨਾ 2 ਹੈ। ਤਾਂ ਆਪਾਂ ਮਲਟੀਪਲਾਈ ਕਰ ਸਕਦੇ ਹਾਂ। ਫਸਟ ਨੂੰ ਕਿਸ ਨਾਲ ਮਲਟੀਪਲਾਈ ਕਰਾਂਗੇ 2 ਦੇ ਨਾਲ, ਐਂਡ ਸੈਕਿੰਡ ਨੂੰ ਕਿਸ ਨਾਲ ਮਲਟੀਪਲਾਈ ਕਰਾਂਗੇ 1 ਦੇ ਨਾਲ। ਇੱਥੋਂ ਵੀ ਹੋ ਜਾਏਗਾ। ਜੇਕਰ ਤੁਸੀਂ ਇਸ ਤਰੀਕੇ ਨਹੀਂ ਕਰਨਾ ਤਾਂ y ਦੇ ਕੋਐਫੀਸ਼ੀਐਂਟ ਚੈੱਕ ਕਰੋ, y ਦੇ ਕੋਐਫੀਸ਼ੀਐਂਟ ਬਿਲਕੁਲ ਸੇਮ ਆ, ਬਟ ਇੱਥੇ -1 ਹੈ, ਇੱਥੇ ਵੀ -1 ਆ। ਤਾਂ ਜੇਕਰ ਆਪਾਂ ਸਬਟਰੈਕਸ਼ਨ ਕਰ ਦਈਏ ਸਿੱਧੀ ਹੀ ਤਾਂ ਆਪਣੇ ਸਿੱਧੇ ਕੈਂਸਲ ਆਊਟ ਹੋ ਜਾਣਗੇ। ਆਪਾਂ ਨੂੰ ਮੇਨ ਮੋਟਿਵ ਤਾਂ ਸੇਮ ਕਰਨ ਦਾ ਹੀ ਆ ਨਾ। ਤੁਸੀਂ ਇਹ ਵੀ ਦੇਖ ਸਕਦੇ ਹੋ ਵੀ ਕਿਤੇ ਆਲਰੇਡੀ ਸੇਮ ਦਿੱਤਾ ਤਾਂ ਨਹੀਂ ਹੋਇਆ, ਇੱਥੇ ਰਾਜੇ ਆਲਰੇਡੀ ਸੇਮ ਦਿੱਤਾ ਹੋਇਆ। ਸੋ ਆਪਾਂ ਨੂੰ 3rd ਤੇ 4 ਬਣਾਉਣ ਦੀ ਲੋੜ ਹੀ ਨਹੀਂ ਪਈ। ਸੋ ਆਪਾਂ ਕੀ ਕਰਾਂਗੇ, ਸਿੱਧਾ ਨੈਕਸਟ ਪੇਜ ਤੇ ਕਰ ਦਿੰਦੇ ਹਾਂ ਸਬਟਰੈਕਟ 1 ਐਂਡ 2। ਸੋ ਮੈਂ ਇੱਥੇ ਲਿਖ ਦਿੰਦਾ ਸਬਟਰੈਕਟ 2 ਫਰੋਮ 1। ਸੋ ਕਿੰਨਾ ਬਣੇਗਾ ਜੀ, ਸੋ ਇਹ ਆਪਣੇ ਕੋਲੇ ਹੋ ਜਾਏਗਾ। ਦੇਖੋ ਸੈਕਿੰਡ ਆਪਾਂ ਨੂੰ ਦਿੱਤੀ ਹੋਈ ਸੀਗੀ x ਮਾਈਨਸ ਵਾਈ ਮਾਈਨਸ 2 ਦੇ ਵਿੱਚੋਂ ਆਪਾਂ ਕੀ ਸਬਟਰੈਕਟ ਕਰਨਾ 2x ਮਾਈਨਸ ਵਾਈ ਇਜ਼ ਇਕਵਲਸ ਟੂ 1। ਠੀਕ ਹੈ, ਸਬਟਰੈਕਸ਼ਨ ਵੇਲੇ ਬਿਲਕੁਲ ਸੇਮ ਸਾਈਨ ਚੇਂਜ ਹੋਣਗੇ। ਇੱਥੇ ਪਲੱਸ ਸੀ ਮਾਈਨਸ ਹੋ ਗਿਆ, ਇੱਥੇ ਪਲੱਸ ਹੋ ਗਿਆ, ਇੱਥੇ ਮਾਈਨਸ ਹੋ ਗਿਆ। ਸੋ ਬੱਚੇ ਦੇਖੋ ਆਹ ਵਾਲੇ ਆਪਣੇ ਕੋਲੇ ਉੱਪਰਲਾ ਮਾਈਨਸ ਵਾਈ ਆ, ਇਹ ਪਲੱਸ ਵਾਈ ਆ, ਵਾਈ ਤਾਂ ਵਾਈ ਚਲਾ ਗਿਆ। ਸੋ ਆਪਣੇ ਕੋਲੇ ਇੱਥੇ ਕੀ ਬਚਿਆ x ਮਾਈਨਸ 2x ਕਿੰਨਾ ਹੋਏਗਾ -x, ਐਂਡ ਇੱਥੇ ਕਿੰਨਾ ਬਚਿਆ -2 -1। ਸੋ ਕਿੰਨਾ ਹੋ ਜਾਏਗਾ ਜੀ -3 ਮਾਈਨਸ ਨਾਲ ਮਾਈਨਸ ਚਲਾ ਗਿਆ। ਸੋ x ਦੀ ਵੈਲਿਊ ਕਿੰਨੀ ਆ ਗਈ 3,
एंड y की वैल्यू राजे कितनी आ जाएगी, जिथे मर्जी पुट करके देखो। जेकर आप फ्रॉम फस्ट पुट करके देखिए तो फस्ट अपने को की सीगी x माइनस वाई इज इक्वल्स टू -2, तो इत्थे आप x की वैल्यू पुट कर दें 3 माइनस वाई इज इक्वल्स टू -2, तो इसनों इधर ले आने y की वैल्यू कितनी हो जाएगी 5। ठीक है, तो अपनी फ्रैक्शन की आ गई, फ्रैक्शन आप लैट की सी x अपॉन y, सो कितनी फ्रैक्शन आ गई अपनी, फ्रैक्शन आ गई जी अपनी, मैं इतने लिख देना 3/5 बिकॉज x की वैल्यू 3 है एंड y की वैल्यू 5 है। ठीक है, सौखा सी काफ़ी क्वेश्चन। सो हुण अगला पार्ट देखो जी, अगला बिल्कुल सेम एज वाला आ गया जो आप जकोब वाला क्वेश्चन किया सीगा, ये भी हो जाएगा, एक बार ट्राई करके देखना तुसी, मैं कंडीशनस बना देना। सो आपां नूं कहा 5 ईयरस अगो, सो पहला तो ये आप प्रेजेंट एजिस की गल करिए। ठीक है, लेट प्रेजेंट एजिस, सो प्रेजेंट एजिस बच्चे उन्होंने देतियां, तो प्रेजेंट एज ऑफ नूरी, सो जेकर मैं नूरी की गल करा, दो बच्चों की गल हो रही है, नूरी की ते सोनू की। ठीक है, नूरी की एज आप x ईयरस ले ली एंड सोनू की एज आप लैके चल पे y ईयरस। ठीक है, सो उस तो बाद फस्ट कंडीशन बनाने जी, आप फस्ट कंडीशन आपन की देती, अपन उन्होंने क्या होया 5 ईयरस अगो, मतलब कि 5 साल पहला, मीनस टू से 2015 विच, सो 5 ईयरस अगो। सो अपने को नूरी उदों कि हो रजे, नूरी होएगी x माइनस 5 साल की, एंड जेडे सोनू आ सोनू कि हो, सोनू होए y माइनस 5 ईयरस। सो कंडीशन की दी है रजे उन्होंने, नूरी वाज थ्राइस एज ओल्ड एज सोनू, मीनस टू से बिल्कुल सेम रहेगा भी जी नूरी है वो की सी थ्राइस सी, 3 आप किस नाल मल्टीप्लाई करांगे सोनू नाल। ठीक है, सो y माइनस 5 आ गया, इतों आप फस्ट बना लें इक्वेशन, कितनी बनेगी, सो x माइनस 5 3y माइनस 15, सो इधर ले आने रजी x माइनस 3y, सो यह हो जाएगा जी, उधर चला गया -15 प्लस 5, सो हो जाएगा -10। ठीक है, ये अपनी फस्ट बन गई जी इक्वेशन। हुण अपने को सैकेंड बनाने आ, सैकेंड रीड करो 10 ईयरस लेटर, मीनस टू से अज तो 10 साल बाद। ठीक है, किहड़े सन की गल हो रही है 2030 की, 10 ईयरस लेटर। सो नूरी उदों रजे किन्ने ईयरस की हो जूगी, नूरी हो जाएगी उदों x प्लस 10 साल की, एंड सोनू किन्ने हो जूगी, सोनू हो जाएगी y प्लस 10 साल की। ओके, सो उन्होंने कहा है नूरी विल बी ट्वाइस एज ओल्ड एज सोनू, सो अपने को की बन जाएगा x प्लस 10 इज इक्वल्स टू ट्वाइस y प्लस 10। इतों अपने को सैकेंड बन जाएगी, सैकेंड की होएगी x प्लस 10 2y प्लस 20, है ना, तो इधरली साइड ले आने x माइनस 2y, ये उधर चला गया, ये हो गया 10, ये होगी जी अपनी को सैकेंड। ठीक है, तो हुण फिर देखो रजे, इत्थे भी आपां नूं एलीमिनेशन दे विच थर्ड ते फोर बनाउण दी लोड़ ही नहीं, क्योंकि अपने को एक्स का कोएफिशिएंट इत्थे भी 1 है एंड इत्थे भी 1 है, तो जदों अपने को सेम होवे तो आपां सीधी सबट्रैक्शन भी कर सकते हैं। ठीक है, जदों अपने को सेम कोएफिशिएंट ना दिते होण उदों आपां कुछ ना कुछ मल्टीप्लाई करते हैं। ठीक है, सो इत्थों अपने को बिल्कुल सेम सबट्रैक्शन करके ये कैंसल आउट हो जाएंगे एंड अपने को पहला y की वैल्यू आ जाएगी, सो y की वैल्यू अपने को 20 आ जाएगी, तुसी एक बार कैलकुलेट करके देख लियो, एंड x की वैल्यू आ जाएगी 50। क्लीयर गल, सो आप प्रेजेंट एजिस कढ़नियां सी एंड अपन प्रेजेंट एजिस आ जानियां वाई यूजिंग एलिमिनेशन मैथड। क्लीयर है रजे। सो नैक्सट मैं थर्ड क्वेश्चन का भी दस देना तुहानूं। थर्ड क्वेश्चन तो बहुत ही ज़्यादा इंपॉर्टेंट रहेगा जी, बहुत ही ज़्यादा। ठीक है, ये क्वेश्चन मैं बार बार दस रहा, तुहानूं मिलण दे बहुत ज़्यादा चांसिस रहणगे। सो थर्ड दे विच देखो जी, उन्होंने आपां नूं कहा द सम ऑफ डिजिट्स ऑफ 2 डिजिट नंबर इज 9। ठीक है, भी 2 डिजिट्स का सम आपां नूं कितना देता रजे 9। जिवें कि तुसीं एग्जांपल लै लो भी 62 नंबर दिता होया है ना आपां नूं, 62 दियां डिजिट्स का सम की बनता 6 + 2 दैट इज़ 8 बनता। इसे तरीके आपां नूं एक इन्हां ने नंबर देता जिन्हां दियां डिजिट्स का सम कितना है 9 है। ठीक है, तो आप लैट करते हैं एक बार, मैं इत्थे कर लेना
ਲੈਟ देखो जी एक बार होर देखो भी जिवें अपने को 62 दिता होया एक नंबर यूनिट प्लेस ते आ एक नंबर किस प्लेस ते अपना टेंस प्लेस ते सो इसनों आपां जेकर लिखना होवे इदां ही लिखांगे है ना 60 + 2 ही लिखांगे ना सो इसनों 60 नूं आपां किवें लिखदे आ 6 × 10 + 2 मीनस टू से एक नंबर तो अपना टेंस प्लेस ते आ एक नंबर अपना यूनिट प्लेस ते है सो मैं लेट कर ली लेट यूनिट्स प्लेस डिजिट बी ये रजे की आएगी अपनी इसनों मैं मन के चल पिया एक्स ठीक है एंड टेंस प्लेस नूं आपां की मन के चल पे टेंस डिजिट नूं सो इसनूं मन के चल पे जी आपां वाई क्लीयर गल सो मीनस टू से अपना नंबर की बन जाएगा नंबर अपना बन जाएगा मैं इत्थे लिख देना एक बार सो वी द नंबर बिकम्स बिल्कुल इसनूं ध्यान नाल देखो नंबर की बनेगा अपने कोले जिहड़ा रजे अपने कोले टेंस प्लेस ते आ उस दे नाल की मल्टीप्लाई होएगा अपना 10 सो नंबर हो जाएगा जी 10y + x यही बन जाएगा ओके तो इन्होंने की दिता होया रजे द सम ऑफ डिजिट्स ऑफ 2 डिजिट नंबर इज 9 सो एक बार मैं इसनूं इत्थे छड्ड दा तो दोनों दी आपां नूं डिजिट्स का सम कितना देता 9 दिता होया सो अकॉर्डिंग टू क्वेश्चन सो आपां नूं की देता इन्होंने x + y = 9 सो यह आपां फर्स्ट इक्वेशन दे रखी है ठीक है इस तो बाद अगे रीड करते हैं आपां आलसो 9 टाइम्स दिस नंबर मीनस टू से दिस नंबर आ वाला जिहड़ा ओरिजिनल नंबर है ठीक है 9 टाइम्स ऑफ दिस नंबर ओके सैकेंड बना रहा मैं सैकेंड अपने को किमें बनेगी इन्होंने कहा 9 टाइम्स ऑफ दिस नंबर इज ट्वाइस द नंबर ऑबटेन्ड बाय रिवर्सिंग द ऑर्डर ऑफ डिजिट्स सो पहला रजे आपां रिवर्स करके एक नंबर होर बना लईए सो मैं एक बार लिखता इत्थे रिवर्स जां सीधा लिख दें रिवर्स नंबर सो रिवर्स करके अपना किहड़ा नंबर बनेगा सो अपने कोले वाई ते एक्स नूं आपां रिवर्स कर देना मीनस टू से जिहड़ी अपने कोले टेंस प्लेस आ इत्थे आपां एक्स लगाती एंड यूनिट प्लेस ते की लगाती आपां वाई सो एक्स इधर आ गया वाई उधर लै गया सो रिवर्स करके रजे ये नंबर बन गया सो हुण देखो जी इन्हां दोनों नूं आपां यूज़ करना सैकेंड दे विच सो उन्होंने कहा 9 times this number is twice the number obtained by reversing the order of digits so अपने कोले 9 times this number 10y plus x is equals to twice the number obtained by reversing the order of digits means to say reverse number ਦੇ ਨਾਲ 2 multiply करांगे so अपने कोले हो गया जी ये 90y plus 9x is equals to 20x plus 2y सो अदर मल्टीप्लाई करांगे अपने को हो जाएगा जी ये एक साइड ले जाने दोनों है ना सो एक साइड ले जाके अपने को कितनी वैल्यू आ जाएगी सो ये हो गया जी 90y - 2y है ना y वाले एक साइड ले गए x वाले एक साइड 20x - 9x सो अपने को 88y = कितना आ गया जी 11x 11x आ गया जी ਹੁਣ ਆਪਾਂ ਕਰਦੇ ਆ 11 ਨੂੰ ਨੀਚੇ ਲੈ ਲੈਂਦੇ ਆ ਸੋ x ਦੀ ਵੈਲਿਊ ਆਪਣੇ ਕੋਲੇ ਆ ਗਈ 88y/11 ਸੋ ਇਹ ਕੈਨਸਲ ਆਊਟ ਹੋ ਜਾਣਗੇ ਸੋ x ਦੀ ਵੈਲਿਊ ਕਿੰਨੀ ਆ ਗਈ 8y ਠੀਕ ਹੈ ਸੋ ਹੁਣ x ਦੀ ਵੈਲਿਊ 8y ਆਪਾਂ ਇੱਥੇ ਪੁੱਟ ਕਰ ਦਿੰਨੇ ਆ ਸੋ ਮੈਂ ਇੱਥੇ ਲਿਖ ਦਿੰਨਾ ਫਰੋਮ 1 ਤਾਂ ਬਿਲਕੁਲ ਸਿੰਪਲ ਜਿਵੇਂ ਆਪਾਂ ਸਬਸਟੀਟਿਊਸ਼ਨ ਕਰਦੇ ਸੀ ਬਿਲਕੁਲ ਸੇਮ ਹੀ ਬਣ ਗਿਆ ਤਾਂ ਸੋ x ਦੀ ਵੈਲਿਊ ਆਪਾਂ 8y ਇੱਥੇ ਪੁੱਟ ਕਰ ਦਿੰਨੇ ਆ ਸੋ अपने को बन जाएगा x + y = 9 सीगा सो x की वैल्यू मैं 8y पुट की थी 8y + y = 9 तो अपने को 9y = 9 y की वैल्यू कितनी बन गई जी अपने को y की वैल्यू बन गई 1 तो ओबवियसली x की वैल्यू कितनी बन जाएगी x अपने को 8y सीगा y की वैल्यू पुट कर देने सो x = 8 × 1 दैट इज x की वैल्यू होगी अपने को 8 ठीक है सो हुण आपां नूं इन्हां ने कहा सीगा तुसीं दसो फाइंड द नंबर ओरिजिनल नंबर अजे किहड़ा तो ओरिजिनल नंबर ए सीगा अपना इत्थे आपां पुट कर दिंदे आ वैल्यूज सो अपने कोले ओरिजिनल नंबर विल बी 10 × y मीनस टू से 1 प्लस x की वैल्यू कितनी है 8 सो ओरिजिनल नंबर हो जाएगा जी अपने कोले 18 ठीक है ना तो रिवर्स होके किहड़ा बनेगा 81 8 इधर आ गया 1 उधर चला गया
क्लीयर हो गया ना क्वेश्चन। ये क्वेश्चन राजे मोस्ट इंपॉर्टेंट आ ते पक्का ही आने वाला, मैं बार बार कह रहा, ठीक है। सो नैक्सट अपने को फोर्थ क्वेश्चन गिवन है, ਆਪਾਂ ਨੂੰ ਦਿੱਤਾ ਹੋਇਆ मीना went to bank to withdraw 2000 rupees. She asked the cashier to give her 50 and 100 rupees notes only. Meena got 25 notes at all. Okay, ਤਾਂ ਬੱਚੇ ਆਪਾਂ ਇਹ ਦੱਸਣਾ ਇਸ ਦੇ ਵਿੱਚ ਵੀ ਮੀਨਾ ਨੂੰ ਜਿਹੜੇ 50 ਰੁਪੀਸ ਦੇ ਨੋਟ ਆ ਉਹ ਕਿੰਨੇ ਮਿਲੇ ਐਂਡ 100 ਰੁਪੀਸ ਦੇ ਨੋਟ ਆ ਉਹ ਕਿੰਨੇ ਮਿਲੇ। ਤਾਂ ਟੋਟਲ ਰੁਪੀਸ ਉਸ ਨੂੰ ਕਿੰਨਾ ਮਿਲਿਆ, ਉਸ ਨੂੰ ਮਿਲਿਆ ਜੀ 2000 ਰੁਪੀਸ। ਓਕੇ, ਸੋ ਮੈਂ ਲੈਟ ਕਰ ਲੈਣਾ, ਲੈਟ ਨੰਬਰ ਆਫ नोट्स ऑफ रुपीज़ 50 रुपीज़ के किन्ने नोट्स मिले। तो आप लैट कर लिया जी एक्स, ठीक है। सिमिलरली 100 रुपीज़ के नोट्स आप लैट कर लेने, किन्ने मिल गए उसनों वाई, ठीक है। बट उन्होंने आपू फस्ट कंडीशन देखो की देती, वो कहती भी उसनों टोटल नोट्स किन्ने मिले आ 25, मीनस टू से एक्स प्लस वाई किन्ना हो गया जी 25 हो गया। ये तो बिल्कुल सिंपल ही गल है भी 50 के नोट इन्ने आ, एक्स के नोट वाई के नोट 100 के नोट्स इन्ने आ, टोटल नोट्स उसनों किन्ने मिले आ 25। सो ये हो गई अपने को फस्ट कंडीशन। सैकेंड कंडीशन देखो जी उन्होंने की कहा, उसनों टोटल रुपीज़ किन्ने मिले आ 2000, मीनस टू से जेकर आप गल करिए 50 इंटू एक्स, ठीक है, प्लस 100 इंटू वाई, होनी अपने को राजे 2000 बनूगा ना। इन्ने नोट उसनों 50 के मिले, आ सारा उसनों इन्नी रकम किस दी मिली 100 रुपीज़ के नोट्स विच, दोनों का ऐड होके कितना बनया 2000, ठीक है। ये होगी जी अपने को सैकेंड। सो इस तो अगे तो तुसीं सॉल्व कर ही सकते हो, जिहड़े मर्जी मैथड नाल कर दिओ, कोई ज़्यादा प्रॉब्लम नहीं रहेगी। जेकर उन्होंने दिता होया भी तुसीं एलिमिनेशन या सबसटीट्यूशन ही लगाउणा, दैन तुसीं यूज़ करियो उन्हां दा क्या मैथड, अदरवाइज तुसीं सबसटीट्यूशन लगा दिया करो, सब तो सौखा मैथड आ, ठीक है। सबसटीट्यूशन दे विच की करांगे, इत्थों आपां एक्स की वैल्यू बना लांगे, कितनी बन जाएगी 25 माइनस वाई, एंड इत्थे आपां पुट कर देंगे, ठीक है। जिहड़े बच्चों ने एलिमिनेशन लगाउणा तो वह की कर सकते हैं, उपरली इक्वेशन नूं 50 नाल मल्टीप्लाई कर सकते हैं, फिर भी हो जाएगा, ठीक है। ओके, सो नैक्सट अपने को जी इसनूं तुसीं सॉल्व करके मैनूं कमेंट्स दे विच आंसर जरूर दस्सिओ। नैक्सट मैं 5th क्वेश्चन दसदा, ठीक है। तो दसना इस दे विच मीना नूं 50 दे रुपीज़ किन्ने नोट्स मिले एंड 100 रुपीज़ दे विच किन्ने नोट्स मिले, ठीक है। सो नैक्सट आपां नूं 5th क्वेश्चन देखो जी, उन्होंने आख्या एक लैंडिंग लाइब्रेरी हैज़ फिक्स चार्ज, बिल्कुल सेम क्वेश्चन आ जिहड़ा आपां टैक्सी वाला क्वेश्चन कीता सी, ठीक है। तो एक तो देखो जी जिहड़ी लैंडिंग लाइब्रेरी आ उसते एक तो फिक्स चार्ज आ भी जे तुसीं बुक लै ली तो उसते तुहानूं फिक्स चार्ज पैणगे, एंड उस तो बाद हैगे आ भी पर डे के चार्जिस किन्ने हैं, ठीक है। भी जे तुसीं 4 दिन रखी या 5 दिन रखी तो उसते किन्ने चार्जिस पैणगे। सो मैं रीड करदा, अ लैंडिंग लाइब्रेरी हैज़ फिक्स चार्ज फॉर 3 डेज़। ओके, फस्ट पहले 3 दिनों के रजे उसने की कहता फिक्स चार्ज है, जिवें मैं सपोज कर लो कह दियाँ भी जे तुसीं पहले 3 दिन रखोगे तो तुहानूं 10 रुपये देने ही पैणगे, उस तो बाद चौथे दिन के चार्जिस अलग तो आ, ठीक है। सो बच्चे उन्होंने कहा एंड एडिशनल चार्ज फॉर ईच डे देयर आफ्टर, ठीक है जी। सारिथा पे 27 फॉर बुक कैप्ट फॉर 7 डेज। हाँ जी, तो हुण जिहड़ी सारिथा नाम की बच्ची आ उसने किन्ने दिन रखी बुक 7 दिन, ठीक है। मैं इत्थे एक बार इदा बना देना, 7 डेज बुक रखी है रजी उसने, ठीक है। तो हुण देखो जी एक्चुअल दे विच उसनूं 3 दिन दे तां फिक्स पैणगे, 3 दिन ते तां फिक्स पै गए, तो रिमेनिंग डेज किन्ने रह गए उस कोले, रिमेनिंग रह गए जी उस कोले 4 डेज, ठीक है। तो आपां हुण लैट करदे हां, लैट सो पहला आपां की कर लैंदे हां, लैट फिक्स चार्जिस, लैट फिक्सड चार्जिस। ओके, सो फिक्स चार्जिस किन्ने हो गए एक्स। सिमिलरली आप लैट कर लेने दूसरे चार्जिस, मैं इसमें लिख देना चार्जिस फॉर ईच डे, जिमें आप उत्थे कीता सी चार्जिस फॉर ईच किलोमीटर ईच डे, इसनों आप कह देने वाई। ओके, सो अकॉर्डिंग टू क्वेश्चन फर्स्ट कंडीशन देखो जी, सारिथा पेड 27 रुपीज़ फॉर 7 डेज, तो 7 दिन रखी है रजी। हुण पहले 3 दिन के किन्ने रुपीज़ पैणगे उसनूं, फिक्स तो आप कहते एक्स रुपीज़ पैणगे, ठीक है। इत्थे मैं एक्स लिख देना, प्लस उस तो बाद ईच डे मीनस टू से 4y, ईच डे के नाल आपां y कहना ना, सो 4y इज इक्वल्स टू किन्ने रुपीज़ पे किते आ 27। सो यह अपनी की होगी फर्स्ट कंडीशन होगी, ठीक है। सिमिलरली सैकेंड रीड करते हैं, वाइल सूजी पेड
21 ਫॉर द बुक कैप्ट 5 डेज। ਤਾਂ ਜਿਹੜੀ ਸੂਜ਼ੀ ਹੈ ਰਾਜੇ ਉਸਨੇ ਕਿੰਨੇ ਦਿਨ ਰੱਖੀ ਹੈ ਬੁੱਕ 5 ਡੇਜ਼ ਲਈ। ਠੀਕ ਹੈ 5 ਦੇ ਵਿੱਚੋਂ ਪਹਿਲੇ 3 ਦਿਨ ਤਾਂ ਫਿਕਸ ਤੇ ਹੀ ਚਲੇ ਗਏ, ਤਾਂ ਰਿਮੇਨਿੰਗ ਕਿੰਨੇ ਦਿਨ ਬਚੇ 2। ਸੋ ਆਪਾਂ ਲਿਖ ਦਿੰਦੇ ਆ x ਪਲੱਸ 2y ਲਿਖਾਂਗੇ ਨਾ ਰਾਜੇ ਬਿਕੋਜ਼ ਆਪਣੇ ਕੋਲੇ ਪਹਿਲੇ 3 ਦਿਨ ਤਾਂ ਫਿਕਸ ਦੇ ਵਿੱਚ ਹੀ ਚਲੇ ਗਏ। ਉਹਨਾਂ ਨੇ ਕਿਹਾ ਹੋਇਆ ਆਪਾਂ ਨੂੰ ਵੀ ਪਹਿਲੇ 3 ਦਿਨ ਦੇ ਤਾਂ x ਰੁਪੀਸ ਹੀ ਲੈਣੇ ਆਪਾਂ। ਉਸ ਤੋਂ ਬਾਅਦ x ਪਲੱਸ 2y ਇਜ਼ ਇਕੁਅਲ ਟੂ 21। ਸੋ ਇਹ ਆਪਣੀ ਸੈਕਿੰਡ ਇਕੁਏਸ਼ਨ ਬਣ ਗਈ। ਇੱਥੋਂ ਆਪਾਂ ਸਿੰਪਲ ਕੰਮ ਕੀ ਕਰਨਾ x ਤੇ y ਦੀਆਂ ਵੈਲਿਊਜ਼ ਕੱਢਣੀਆਂ। ਜਿਹੜਾ ਮੈਥਡ ਤੁਹਾਨੂੰ ਜ਼ਿਆਦਾ ਵਧੀਆ ਲੱਗਦਾ ਉਸ ਨਾਲ ਕੱਢੋ। ਠੀਕ ਹੈ ਸੋ ਨੈਕਸਟ ਬੱਚੇ ਇਸ ਦੇ ਨਾਲ ਆਪਣੀ ਐਕਸਰਸਾਈਜ਼ ਕੰਪਲੀਟ ਹੁੰਦੀ ਆ। ਐਂਡ ਨੈਕਸਟ ਆਪਾਂ ਆਪਣੇ ਕੋਲੇ ਕ੍ਰਾਸ ਮਲਟੀਪਲਾਈਕੇਸ਼ਨ ਮੈਥਡ ਇਸ ਸਿਲੇਬਸ ਵਿੱਚ ਕੱਟ ਹੋ ਚੁੱਕਿਆ। ਅਗਲੀ ਐਕਸਰਸਾਈਜ਼ ਆਪਾਂ ਕਰਦੇ ਹਾਂ, ਇਹ ਹੈਗੀ ਹੈ ਜੀ ਆਪਣੇ ਕੋਲੇ 3.6। ਠੀਕ ਹੈ ਸੋ ਆਪਾਂ ਸਟਾਰਟ ਕਰਦੇ ਹਾਂ ਐਕਸਰਸਾਈਜ਼ 3.6। ਸੋ ਇੱਕ ਵਾਰ 3.6 ਦੇ ਕੁਐਸਚਨ ਆ ਰਿਹਾ ਜੀ, ਇਹਨਾਂ ਨੂੰ ਥੋੜਾ ਜਿਹਾ ਚੰਗੇ ਤਰੀਕੇ ਦੇਖ ਲਿਓ। ਇਹਨਾਂ ਦੇ ਵਿੱਚ ਕੀ ਹੈ ਨਾ ਥੋੜੇ ਜਿਹੇ ਆਪਾਂ ਨੂੰ ਲੈਂਥੀ ਦਿੱਤੇ ਹੋਣਗੇ। ਸੋ ਜਿਵੇਂ ਕਿ ਆਪਾਂ ਨੂੰ ਫਸਟ ਕੁਐਸਚਨ ਦੇਖੋ ਕੀ ਦਿੱਤਾ ਹੋਇਆ, ਲੈਂਥੀ ਦਿੱਤੇ ਹੋਣਗੇ ਬਟ ਆਪਾਂ ਇਹਨਾਂ ਨੂੰ ਛੋਟਾ ਬਣਾ ਲਵਾਂਗੇ ਐਂਡ ਉਸ ਤੋਂ ਬਾਅਦ ਇਹ ਬਿਲਕੁਲ ਈਜ਼ੀਲੀ ਸੋਲਵ ਹੋ ਜਾਣਗੇ। ਸੋ ਜਿਵੇਂ ਕਿ ਆਪਾਂ ਨੂੰ ਫਸਟ ਦਿੱਤਾ ਹੋਇਆ, ਦੇਖੋ ਮੈਂ ਤੁਹਾਨੂੰ ਇੱਕ ਵਾਰ ਹਿੰਟ ਦੇ ਦਿੰਨਾ ਵੀ ਆਪਾਂ ਇਸ ਨੂੰ ਸੌਖਾ ਬਣਾਉਣਾ ਕਿਵੇਂ ਆ। ਫਸਟ ਦਿੱਤਾ ਹੋਇਆ ਜਿਵੇਂ 1/2x ਪਲੱਸ 1/3y ਇਜ਼ ਇਕੁਅਲਸ ਟੂ 2। ਇਹ ਕੋਈ ਅਲੱਗ ਮੈਥਡ ਨਹੀਂ ਰਹੇਗਾ ਵੀ ਜਿਵੇਂ ਆਪਾਂ ਸਬਸਟੀਟਿਊਸ਼ਨ ਜਾਂ ਐਲੀਮੀਨੇਸ਼ਨ ਜਾਂ ਆਪਣੇ ਕੋਲੇ ਕ੍ਰਾਸ ਮਲਟੀਪਲਾਈ 3.6 ਦੇ ਵਿੱਚ ਕੋਈ ਆਪਾਂ ਅਲੱਗ ਮੈਥਡ ਨਹੀਂ ਕਰਾਂਗੇ, ਜਸਟ ਥੋੜਾ ਜਿਹਾ ਸਿੰਪਲੀਫਾਈ ਕਰਾਂਗੇ। ਠੀਕ ਹੈ ਸੋ ਇਸ ਨੂੰ 1 ਦਾ ਨਾਮ ਦੇਣਾ ਜੀ ਮੈਂ। ਉਸ ਤੋਂ ਬਾਅਦ ਅਗਲੀ ਇਹਨਾਂ ਨੇ ਆਪਾਂ ਨੂੰ ਕੀ ਦੇਤੀ 1/3x ਪਲੱਸ 1/2y ਇਜ਼ ਇਕੁਅਲਸ ਟੂ ਦੇਤਾ ਬੱਚੇ 13/6। ਠੀਕ ਹੈ ਤਾਂ ਹੁਣ ਦੇਖੋ ਜੀ ਇਸ ਫਾਰਮ ਦੇ ਵਿੱਚ ਆਪਾਂ ਇਸ ਨੂੰ ਸੋਲਵ ਕਰਨਾ ਥੋੜਾ ਜਿਹਾ ਔਖਾ ਰਹੇਗਾ। ਤਾਂ ਆਪਾਂ ਕੀ ਕਰਦੇ ਹਾਂ 1/x ਨੂੰ ਤੇ 1/y ਨੂੰ ਕੁਛ ਨਾ ਕੁਛ ਲੈਟ ਕਰ ਲੈਂਦੇ ਆ। ਸਮਝ ਰਹੇ ਹੋ ਨਾ ਮੈਂ ਕੀ ਕਹਿਣਾ ਚਾਹਣਾ। ਸੋ ਮੈਂ ਇੱਥੇ ਲੈਟ ਕਰ ਲੈਣਾ, ਤਾਂ ਤੁਸੀਂ ਕੀ ਕਰਿਆ ਕਰੋ ਜਿਹੜਾ ਤੁਹਾਨੂੰ ਥੋੜਾ ਜਿਹਾ ਔਕਵਰਡ ਜਿਹਾ ਲੱਗ ਰਿਹਾ ਹੋਊਗਾ ਉਸ ਨੂੰ ਲੈਟ ਕਰ ਲਿਆ ਕਰੋ, ਤਾਂ ਆਪਣੀ ਸੌਖਾ ਹੋ ਜਾਇਆ ਕਰੇਗਾ ਕੁਐਸਚਨ। ਠੀਕ ਹੈ ਸੋ ਲੈਟ 1/x ਇਜ਼ ਇਕੁਅਲਸ ਟੂ a ਕਲੀਅਰ ਐਂਡ 1/y ਇਜ਼ ਇਕੁਅਲਸ ਟੂ b। ਸੋ ਤੁਸੀਂ ਵੀ ਇੱਦਾਂ ਹੀ ਕਰਨਾ। ਜੇਕਰ ਆਪਾਂ ਨੂੰ ਨੀਚੇ 1/x ਪਲੱਸ y ਮਿਲ ਗਿਆ ਤਾਂ ਤੁਸੀਂ ਪੂਰੇ ਦੇ ਪੂਰੇ x ਪਲੱਸ y ਨੂੰ ਲੈਟ ਕਰ ਲਿਓ। ਠੀਕ ਹੈ ਹੋ ਜਾਣਗੇ ਕੁਐਸਚਨ ਈਜ਼ੀ ਆ ਕਾਫੀ। ਓਕੇ ਸੋ ਆਪਣਾ 1 ਕੀ ਬਣ ਜਾਏਗਾ 1 ਬਿਕਮਸ, ਦੇਖੋ ਜੀ ਧਿਆਨ ਨਾਲ। ਸੋ ਇੰਨੇ ਪਾਰਟ ਦੀ ਜਗ੍ਹਾ ਤੇ ਰਜੇ ਆਪਾਂ ਕੀ ਲਿਖ ਦੇਣਾ a। ਸੋ ਇਹ ਹੋ ਜਾਏਗਾ ਜੀ a/2। 2 ਤਾਂ ਰਜੇ ਨੀਚੇ ਉਵੇਂ ਹੀ ਪਿਆ, ਉੱਪਰ ਆਪਣੇ ਕੋਲੇ ਕੀ ਆ ਗਿਆ a ਪਲੱਸ 1/y ਦੀ ਜਗ੍ਹਾ ਤੇ ਰਜੇ ਆਪਾਂ ਕੀ ਲਿਖਣਾ b। ਸੋ b/3 ਇਜ਼ ਇਕੁਅਲਸ ਟੂ 2। ਤਾਂ ਹੁਣ ਇਸ ਨੂੰ ਆਪਾਂ ਐਲਸੀਐਮ ਲੈ ਲੈਂਦੇ ਹਾਂ। ਐਲਸੀਐਮ ਆਪਣੇ ਕੋਲੇ 6 ਆ ਗਿਆ। 3a ਪਲੱਸ 2y ਮੀਨਸ ਟੂ 2b ਇਜ਼ ਇਕੁਅਲਸ ਟੂ 2। ਸੋ ਕ੍ਰਾਸ ਮਲਟੀਪਲਾਈ ਕਰ ਦਿੰਦੇ ਹਾਂ 3a ਪਲੱਸ 2b ਇਜ਼ ਇਕੁਅਲਸ ਟੂ ਆ ਗਿਆ 12। ਸੋ ਇਹ ਆਪਣੀ ਬਣ ਗਈ ਥਰਡ ਇਕੁਏਸ਼ਨ। ਠੀਕ ਹੈ ਜਾਂ ਫਸਟ ਕਹਿ ਲਓ ਜਿਵੇਂ ਵੀ ਆਪਾਂ ਬਣਾਉਂਦੇ ਹੁੰਦੇ ਸੀਗੇ। ਓਕੇ ਸੋ ਹੁਣ ਆਪਾਂ ਇੱਥੇ ਵੀ ਪੁੱਟ ਕਰਦੇ ਹਾਂ ਆਪਣੇ ਕੋਲ ਜਿਹੜਾ ਸੈਕਿੰਡ ਸੀ, ਸੈਕਿੰਡ ਕਿੰਨਾ ਬਣ ਜਾਏਗਾ। ਓਕੇ ਸੋ 1/x ਦੀ ਜਗ੍ਹਾ ਤੇ ਬੱਚੇ ਆਪਾਂ ਕੀ ਪੁੱਟ ਕਰਨਾ a। ਸੋ ਇਹ ਬਣ ਜਾਏਗਾ ਆਪਣੇ ਕੋਲ a/3 ਪਲੱਸ ਦੂਸਰੀ ਦੀ ਜਗ੍ਹਾ ਤੇ ਆਪਾਂ ਕੀ ਪੁੱਟ ਕਰਨਾ 1/y ਦੀ ਜਗ੍ਹਾ ਤੇ b। ਸੋ ਇਹ ਬਣ ਜਾਏਗਾ b/2 ਇਜ਼ ਇਕੁਅਲਸ ਟੂ 13/6। ਸੋ ਫਿਰ ਆਪਾਂ ਕਰ ਦਿੰਦੇ ਹਾਂ ਉਹੀ ਕੰਮ 6 ਇਜ਼ ਇਕੁਅਲਸ ਟੂ 2a ਪਲੱਸ 3b ਇਜ਼ ਇਕੁਅਲਸ ਟੂ 13/6। ਤਾਂ 6 ਤੇ 6 ਤਾਂ ਚਲੇ ਜਾਣਗੇ, ਉੱਧਰ ਜਾ ਕੇ ਵੀ ਕੱਟਿਆ ਜਾਏਗਾ। ਸੋ ਆਪਣੇ ਕੋਲੇ ਸੈਕਿੰਡ ਕਿਹੜੀ ਬਣ ਗਈ ਰਾਜੇ 2b ਪਲੱਸ 3b ਇਜ਼ ਇਕੁਅਲਸ ਟੂ 13। ਠੀਕ ਹੈ ਸੋ ਇਹ ਆਪਣੇ ਕੋਲੇ ਫੋਰਥ ਇਕੁਏਸ਼ਨ ਬਣ ਗਈ। ਸੋ ਹੁਣ ਥਰਡ ਤੇ ਫੋਰਥ ਨੂੰ ਤੁਸੀਂ ਆਪਣੀ ਮਨਮਰਜ਼ੀ ਨਾਲ ਜਿਹੜਾ ਮਰਜ਼ੀ ਮੈਥਡ ਲਗਾਓ, ਸਬਸਟੀਟਿਊਸ਼ਨ ਲਗਾਓ, ਐਲੀਮੀਨੇਸ਼ਨ ਲਗਾਓ। ਠੀਕ ਹੈ ਜਿਸ ਮੈਥਡ ਨਾਲ ਮਰਜ਼ੀ ਤੁਸੀਂ a ਤੇ b ਦੀਆਂ ਵੈਲਿਊ ਸੋਲਵ ਕਰੋ। ਸੋ ਆਪਣੇ ਕੋਲੇ ਰਾਜੇ ਦੇਖੋ a ਤੇ b ਦੀਆਂ ਵੈਲਿਊ ਸਪੋਜ਼ ਕਰ ਲਓ ਮੈਂ ਸਿੱਧੀਆਂ ਲਿਖ ਦਿੰਦਾ। ਆਪਣੇ ਕੋਲੇ ਵੈਲਿਊਜ਼ ਆ ਗਈਆਂ। a ਦੀ ਵੈਲਿਊ ਆ ਜਾਏਗੀ ਆਪਣੇ ਕੋਲੇ ਸੋਲਵ ਕਰਕੇ a ਦੀ ਵੈਲਿਊ ਆਪਣੇ ਕੋਲੇ ਆ ਜਾਏਗੀ 2 ਐਂਡ b ਦੀ ਵੈਲਿਊ ਆਪਣੇ ਕੋਲੇ ਆ ਜਾਏਗੀ 3। ਠੀਕ ਹੈ ਸੋ ਹੁਣ ਆਪਾਂ ਕੀ ਕਰਾਂਗੇ ਜੀ ਜਿਹੜੀ ਚੀਜ਼ ਆਪਾਂ ਲੈਟ ਕੀਤੀ ਸੀ ਬਿਕੋਜ਼ ਆਪਣਾ ਮੇਨ ਮੋਟਿਵ ਤਾਂ x ਤੇ y ਦੀਆਂ ਵੈਲਿਊਜ਼ ਕੱਢਣਾ ਸੀਗਾ। ਹੁਣ ਆਪਾਂ ਇੱਥੇ ਕੀ ਕਰਦੇ ਹਾਂ ਪੁੱਟ ਕਰ ਦਿੰਦੇ ਹਾਂ a ਦੀ ਵੈਲਿਊ। ਸੋ ਆਪਾਂ ਕਿਹਾ ਸੀਗਾ
1/x ਆ ਜਿਹੜਾ ਉਹ a ਦੇ ਇਕੁਅਲ ਆ ਐਂਡ 1/y ਆ ਜਿਹੜਾ ਉਹ b ਦੇ ਇਕੁਅਲ ਆ। ਸੋ ਆਪਣੇ ਕੋਲੇ 1/x ਇਜ਼ ਇਕਲਸ ਟੂ ਕੀ ਆ ਗਿਆ, a ਦੀ ਜਗ੍ਹਾ ਤੇ 2 ਐਂਡ 1/y b ਦੀ ਜਗ੍ਹਾ ਤੇ ਕੀ ਆ ਗਿਆ 3। ਸੋ ਬੱਚੇ ਦੇਖੋ ਧਿਆਨ ਨਾਲ, ਜੇਕਰ ਆਪਾਂ ਇੱਧਰ ਉੱਧਰ ਲਿਜਾਵਾਂਗੇ ਤਾਂ 2 ਨੀਚੇ ਆ ਜਾਏਗਾ, x ਉੱਥੇ ਆ ਜਾਏਗਾ, ਤਾਂ x ਦੀ ਵੈਲਿਊ ਆ ਗਈ ਜੀ 1/2 ਐਂਡ y ਦੀ ਵੈਲਿਊ ਆ ਗਈ ਜੀ ਆਪਣੇ ਕੋਲੇ 1/3। ਠੀਕ ਹੈ, ਤਾਂ ਇਹਨਾਂ ਕੁਐਸਚਨਸ ਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਆਪਣੇ ਕੋਲੇ ਡਿਫਰੈਂਟ ਮੈਥਡ ਲਗਾਵਾਂਗੇ, ਕੋਈ ਵੀ ਮੈਥਡ ਲਗਾਓ, ਬਸ ਆਪਾਂ ਇੱਕ ਵਾਰ ਸਿੰਪਲੀਫਾਈ ਕਰਕੇ ਕਰਾਂਗੇ। ਠੀਕ ਹੈ, ਸਿਮਿਲਰਲੀ ਰਾਜੇ ਬਾਕੀ ਦੇ ਪਾਰਟਸ ਆ, ਬਾਕੀ ਦੇ ਪਾਰਟਸ ਵੀ ਹੋ ਜਾਣਗੇ, ਤੁਸੀਂ ਜਸਟ ਪੁੱਟ ਕਰਕੇ ਦੇਖ ਲਿਆ ਕਰਿਓ। ਜਿਵੇਂ ਕਿ ਮੈਂ ਦੱਸੀ ਜਾਣਾ, ਸੈਕਿੰਡ ਪਾਰਟ ਆ ਜਿਹੜਾ, ਸੈਕਿੰਡ ਦੇ ਵਿੱਚ ਦੇਖੋ ਤੁਸੀਂ ਕੀ ਕਰਿਓ, 1/√x ਨੂੰ a ਪੁੱਟ ਕਰ ਲਿਓ ਐਂਡ 1/√y ਨੂੰ ਕੀ ਪੁੱਟ ਕਰ ਲਿਓ b। ਠੀਕ ਹੈ, ਇੱਕ ਵਾਰ ਹਿੰਟ ਦੇ ਦਿੰਨਾ ਮੈਂ ਸਾਰੇ ਪਾਰਟਸ ਤੇ, ਉਸ ਤੋਂ ਬਾਅਦ ਤੁਹਾਨੂੰ ਕਰਨਾ ਈਜ਼ੀ ਹੋ ਜਾਏਗਾ। ਸੋ ਥਰਡ ਪਾਰਟ ਦਿੱਤਾ ਹੋਇਆ, ਥਰਡ ਪਾਰਟ ਦੇ ਵਿੱਚ ਦੇਖੋ ਕੀ ਕਰਨਾ ਆਪਾਂ, ਥਰਡ ਪਾਰਟ ਦੇ ਵਿੱਚ ਆਪਾਂ ਸਿੰਪਲ 1/x ਨੂੰ a ਪੁੱਟ ਕਰ ਲਿਓ, 1/x ਨੂੰ ਕੀ ਕਰ ਲਿਓ a ਪੁੱਟ ਕਰ ਲਿਓ, ਕਿਉਂਕਿ y ਵਾਲਾ ਤੁਸੀਂ ਐਸ ਚੀਜ਼ ਨਾਲ ਹੀ ਲੈ ਕੇ ਚੱਲ ਪਿਓ, ਕਿਉਂਕਿ y ਤਾਂ ਆਪਾਂ ਨੂੰ ਸਿੰਪਲ ਹੀ ਦਿੱਤਾ ਹੋਇਆ, ਔਕਵਰਡ ਨਹੀਂ ਦਿੱਤਾ ਹੋਇਆ। ਠੀਕ ਹੈ, ਸੋ ਫੋਰਥ ਦੇ ਵਿੱਚ ਦੇਖੋ ਜੀ, ਫੋਰਥ ਦੇ ਵਿੱਚ ਆਪਾਂ ਨੂੰ ਦਿੱਤਾ ਹੋਇਆ ਉਹਨਾਂ ਨੇ, ਹਾਂਜੀ ਦੇਖੋ 5/x-1 ਦਿੱਤਾ ਹੋਇਆ ਐਂਡ 1/y-2। ਤਾਂ ਆਪਾਂ ਕੀ ਕਰਦੇ ਆ, 1/x-1 ਨੂੰ ਤੁਸੀਂ ਕੀ ਕਰ ਲਓ a ਪੁੱਟ ਕਰ ਲਓ ਐਂਡ 1/y-2 ਨੂੰ ਕੀ ਕਰ ਲਓ v ਪੁੱਟ ਕਰ ਲਓ, ਤਾਂ ਹੋ ਜਾਏਗਾ। ਉਸ ਤੋਂ ਬਾਅਦ ਆਪਣੇ ਕੋਲੇ ਫਿਫਥ ਪਾਰਟ ਦਿੱਤਾ ਹੋਇਆ, ਫਿਫਥ ਦੇ ਵਿੱਚ ਬੱਚੇ ਆਪਾਂ ਨੂੰ ਇੱਕ ਵਾਰ ਥੋੜਾ ਜਿਹਾ ਸੋਲਵ ਕਰਨਾ ਪਏਗਾ। ਮੈਂ ਇੱਕ ਵਾਰ ਤੁਹਾਨੂੰ ਦੱਸ ਵੀ ਦਿੰਨਾ ਵੀ ਆਪਾਂ ਸੋਲਵ ਕਿਵੇਂ ਕਰਾਂਗੇ। ਸੋ ਮੈਂ ਇੱਕ ਵਾਰ ਸਟੇਟਮੈਂਟ ਲਿਖਦਾ ਫਿਫਥ ਦੀ। ਸੋ 7x - 2y ਅਪੋਨ xy ਇਜ਼ ਇਕਲਸ ਟੂ ਦਿੱਤਾ ਹੋਇਆ ਜੀ ਆਪਾਂ ਨੂੰ 15। ਠੀਕ ਹੈ, ਸਿਮਿਲਰਲੀ ਜਿਹੜੀ ਦੂਸਰੀ ਦਿੱਤੀ ਹੋਈ ਹੈ ਇਹ ਦਿੱਤੀ 5 ਦਿੱਤਾ ਹੋਇਆ, ਜਿਹੜੀ ਦੂਸਰੀ ਆਪਾਂ ਨੂੰ ਦਿੱਤੀ ਹੋਈ ਹੈ 8x + 7y ਅਪੋਨ xy ਇਜ਼ ਇਕਲਸ ਟੂ 15। ਠੀਕ ਹੈ, ਤਾਂ ਹੁਣ ਆਪਾਂ ਇਸ ਨੂੰ ਪਹਿਲਾਂ ਵਾਲੇ ਕੁਐਸਚਨਸ ਦੀ ਫਾਰਮ ਵਿੱਚ ਬਣਾ ਲੈਂਦੇ ਹਾਂ। ਤਾਂ ਇਸ ਨੂੰ ਜੇਕਰ ਆਪਾਂ ਇਕੱਲੇ ਇਕੱਲੇ ਦੇ ਨੀਚੇ ਕਰੀਏ xy ਨੂੰ, ਤਾਂ ਇਹ ਕਿੰਨਾ ਹੋ ਜਾਏਗਾ 7x ਅਪੋਨ xy, ਇਹ ਕਿੰਨਾ ਹੋ ਜਾਏਗਾ 2y ਅਪੋਨ xy ਇਜ਼ ਇਕਲਸ ਟੂ 5 ਉਵੇਂ ਪਿਆ। ਠੀਕ ਹੈ, ਸਿਮਿਲਰਲੀ ਰਾਜੇ ਇੱਥੇ ਕਿੰਨਾ ਹੋ ਜਾਏਗਾ 8x ਅਪੋਨ xy ਪਲੱਸ 7y ਅਪੋਨ xy, ਹੈ ਨਾ 15 ਉਵੇਂ ਪਿਆ। ਤਾਂ ਦੇਖੋ x ਨਾਲ x ਚਲਾ ਗਿਆ, y ਨਾਲ y ਚਲਾ ਗਿਆ, ਇੱਥੇ x ਨਾਲ x ਚਲਾ ਗਿਆ, y ਨਾਲ y ਚਲਾ ਗਿਆ, ਤਾਂ ਆਪਣੇ ਕੋਲੇ ਕੀ ਬਣ ਗਈ, ਇਹ ਹੋ ਗਈ ਜੀ 7 ਅਪੋਨ y ਮਾਈਨਸ 2 ਅਪੋਨ ਇੱਥੇ ਹਾਂਜੀ 2 ਅਪੋਨ x ਇਜ਼ ਇਕਲਸ ਟੂ 5। ਇਹ ਤਾਂ ਇਹ ਬਣ ਗਈ ਐਂਡ ਦੂਸਰੀ ਕਿਹੜੀ ਬਣ ਗਈ ਆਪਣੀ ਕੋਲੇ 8 ਅਪੋਨ y ਪਲੱਸ 7 ਅਪੋਨ x ਇਜ਼ ਇਕਲਸ ਟੂ 15, ਇਹ ਬਣ ਗਈ। ਤਾਂ ਹੁਣ ਆਪਾਂ ਕੀ ਕੰਮ ਕਰਾਂਗੇ, ਬਿਲਕੁਲ ਸੇਮ ਜਿਵੇਂ ਆਪਾਂ ਫਸਟ ਕੁਐਸਚਨ ਜਿਹੜਾ ਮੈਂ ਸੋਲਵ ਕਰਵਾਇਆ ਸੀ, ਆਪਾਂ ਲੈਟ ਕਰ ਲੈਂਦੇ ਹਾਂ। ਲੈਟ 1/x ਇਜ਼ ਇਕਲਸ ਟੂ a ਐਂਡ 1/y ਇਜ਼ ਇਕਲਸ ਟੂ b। ਬਿਲਕੁਲ ਸੇਮ ਹੀ ਹੋ ਗਿਆ, ਸਿੰਪਲ ਕੁਐਸਚਨ ਬਣ ਗਿਆ। ਸੋ ਇਹ ਆਪਣੇ ਕੋਲੇ ਕੀ ਬਣ ਜਾਏਗੀ, ਇਹ ਵਾਲੀ ਚੀਜ਼ ਹੈ ਜੇ ਬਣ ਜਾਏਗੀ 1/y ਦੀ ਜਗ੍ਹਾ ਤੇ b। ਸੋ 7b ਮਾਈਨਸ 1/x ਦੀ ਜਗ੍ਹਾ ਤੇ a, 7b ਮਾਈਨਸ 2a ਇਜ਼ ਇਕਲਸ ਟੂ 5। ਇੱਕ ਇਹ ਬਣ ਗਈ ਐਂਡ ਇੱਥੇ ਪੁੱਟ ਕਰਕੇ ਦੇਖੋ 8b ਪਲੱਸ 7a ਇਜ਼ ਇਕਲਸ ਟੂ 15, ਸੈਕਿੰਡ ਇਹ ਬਣ ਗਈ। ਤਾਂ ਇੱਥੋਂ ਆਪਾਂ a ਤੇ b ਦੀਆਂ ਵੈਲਿਊਜ਼ ਕੱਢਾਂਗੇ, ਉਸ ਤੋਂ ਬਾਅਦ ਵੈਲਿਊਜ਼ ਇੱਥੋਂ ਪੁੱਟ ਕਰਕੇ x ਤੇ y ਦੀਆਂ ਵੈਲਿਊਜ਼ ਆ ਜਾਣਗੀਆਂ। ਠੀਕ ਹੈ, ਸੋ ਕਾਫੀ ਸੌਖਾ ਰਹੇਗਾ। ਉਸ ਤੋਂ ਬਾਅਦ 6th ਦਾ ਹਿੰਟ ਦੇਖ ਲਓ ਰਾਜੇ। 6th ਦੇ ਵਿੱਚ ਆਪਾਂ ਨੂੰ ਉਹਨਾਂ ਨੇ ਕੀ ਦਿੱਤਾ ਹੋਇਆ, 6th ਕੁਐਸਚਨ ਦੇ ਵਿੱਚ ਆਪਾਂ ਨੂੰ 6x + 3y ਇਜ਼ ਇਕਲਸ ਟੂ 6xy ਦਿੱਤਾ। ਠੀਕ ਹੈ, ਤਾਂ ਦੂਸਰਾ ਆਪਾਂ ਨੂੰ ਕੀ ਦਿੱਤਾ ਉਹਨਾਂ ਨੇ, ਦੂਸਰੀ ਵੀ ਮੈਂ ਲਿਖ ਦਿੰਦਾ, ਦੂਸਰੀ ਆਪਾਂ ਨੂੰ ਦੇਤੀ 2x + 4y ਇਜ਼ ਇਕਲਸ ਟੂ 5xy। ਠੀਕ ਹੈ, ਤਾਂ ਆਪਾਂ ਇਦਾਂ ਕਰਦੇ ਹਾਂ, ਇਸ ਕੁਐਸਚਨ ਨੂੰ ਪਹਿਲਾਂ ਪਿਛਲੇ ਕੁਐਸਚਨ ਦੀ ਫਾਰਮ 'ਚ ਬਣਾਉਣੇ ਆ, ਜਿਵੇਂ ਆਪਾਂ ਪਿਛਲਾ ਕੁਐਸਚਨ ਕੀਤਾ ਸੀ, ਤਾਂ ਬਿਲਕੁਲ ਸੇਮ। ਠੀਕ ਹੈ, ਪਿਛਲੇ ਕੁਐਸਚਨ ਵਿੱਚ ਵੀ ਆਪਾਂ ਕੀ ਕੀਤਾ ਸੀ, ਦੇਖੋ ਆਪਾਂ ਨੂੰ ਦਿੱਤਾ ਹੋਇਆ ਸੀ xy ਦੇ ਨਾਲ ਆਪਾਂ ਬੋਥ ਸਾਈਡਸ ਡਿਵਾਈਡ ਕਰ ਦਿੰਦੇ ਹਾਂ। ਸੋ ਆਪਣੇ ਕੋਲੇ ਇੱਥੇ ਵੀ xy ਆ ਗਿਆ, ਇੱਥੇ ਵੀ ਰਾਜੇ xy ਆ ਗਿਆ, ਇੱਥੇ ਵੀ ਆਪਣੇ ਕੋਲੇ ਕੀ ਆ ਗਿਆ xy, ਕਿਉਂਕਿ ਆਪਾਂ ਕੱਟ ਕਰਨਾ ਸੀ। ਇੱਥੋਂ ਸਿੱਧਾ ਚਲਾ ਗਿਆ, ਇੱਥੋਂ y ਦੇ ਨਾਲ y ਚਲਾ ਗਿਆ,
ਇੱਥੋਂ x ਨਾਲ x ਚਲਾ ਗਿਆ। ਤੁਸੀਂ ਥੋੜ੍ਹਾ ਜਿਹਾ ਦਿਮਾਗ ਯੂਜ਼ ਕਰਨਾ ਇੱਥੇ ਵੀ ਆਪਾਂ ਕਿਵੇਂ ਕੱਟ ਕਰ ਸਕਦੇ ਹਾਂ। ਸੋ ਸਿਮਿਲਰਲੀ ਇੱਥੇ ਵੀ 2x/xy ਪਲੱਸ 4y/xy ਪਲੱਸ 5xy/xy। ਸੋ xy ਨਾਲ ਤਾਂ xy ਚਲਾ ਜਾਏਗਾ, ਇੱਥੇ x ਨਾਲ x ਗਿਆ, ਇੱਥੇ y ਨਾਲ y ਗਿਆ, ਤਾਂ ਵੀ ਆਰ ਲੈਫਟ ਵਿਦ 6/y ਪਲੱਸ 3/x ਇਜ਼ ਇਕਵਲ ਟੂ 6 ਐਂਡ ਇੱਥੇ ਕਿਸ ਨਾਲ ਬਚਿਆ ਆਪਣੇ ਕੋਲੇ 2/y ਪਲੱਸ 4/x ਪਲੱਸ 5। ਸੋ ਸਿਮਿਲਰਲੀ ਬੱਚੇ ਬਿਲਕੁਲ ਸੇਮ ਕੁਐਸਚਨ ਬਣ ਗਿਆ। 1/x ਨੂੰ ਆਪਾਂ a ਪੁੱਟ ਕਰ ਦਿਆਂਗੇ, 1/y ਨੂੰ b ਪੁੱਟ ਕਰ ਦਿਆਂਗੇ ਐਂਡ ਆਪਣਾ ਸੋਲਵ ਹੋ ਜਾਏਗਾ। ਠੀਕ ਹੈ। ਉਸ ਤੋਂ ਬਾਅਦ 7th ਪਾਰਟ ਆਪਾਂ ਨੂੰ ਦਿੱਤਾ ਹੋਇਆ ਜੀ। 7th ਪਾਰਟ ਦੇ ਵਿੱਚ ਦੇਖੋ, 7th ਪਾਰਟ ਦੇ ਵਿੱਚ ਤੁਸੀਂ 1/x ਪਲੱਸ y ਨੂੰ ਪੁੱਟ ਕਰ ਦਿਓ a ਐਂਡ 1/x ਮਾਈਨਸ y ਨੂੰ ਪੁੱਟ ਕਰ ਦਿਓ b। ਸੋ ਆਪਣੇ ਕੋਲੇ ਸੌਖਾ ਬਣ ਜਾਏਗਾ। ਉਸ ਤੋਂ ਬਾਅਦ ਆਪਣੇ ਕੋਲੇ a ਤੇ b ਦੀਆਂ ਵੈਲਿਊਜ਼ ਆ ਜਾਣਗੀਆਂ ਐਂਡ ਫਰਦਰ ਆਪਾਂ ਅੱਗੇ x ਤੇ y ਦੀਆਂ ਵੈਲਿਊਜ਼ ਕੱਢ ਸਕਦੇ ਹਾਂ। ਠੀਕ ਹੈ। ਲਾਸਟ ਪਾਰਟ ਆਪਣੇ ਕੋਲੇ ਰਾਜੇ ਹੈਗਾ 8th ਪਾਰਟ। 8th ਪਾਰਟ ਦੇ ਵਿੱਚ ਦੇਖੋ ਆਪਾਂ ਨੂੰ ਉਹਨਾਂ ਨੇ ਦਿੱਤਾ ਹੋਇਆ, ਹਾਂਜੀ, ਤਾਂ ਤੁਸੀਂ ਪੁੱਟ ਕਰ ਦਿਓ 1/3x ਪਲੱਸ y ਨੂੰ a ਪੁੱਟ ਕਰ ਦਿਓ ਐਂਡ 1/3x ਮਾਈਨਸ y ਨੂੰ ਰਾਜੇ b ਪੁੱਟ ਕਰ ਦਿਓ, ਤਾਂ ਇਹ ਵੀ ਆ ਜਾਏਗਾ। ਠੀਕ ਹੈ। ਇਹ ਕੁਐਸਚਨਸ ਤੁਸੀਂ ਆਪਣੇ ਫ੍ਰੀ ਟਾਈਮ ਦੇ ਵਿੱਚ ਇੱਕ ਵਾਰ ਟਰਾਈ ਕਰਕੇ ਦੇਖ ਲਿਓ, ਹੋ ਜਾਣਗੇ। ਠੀਕ ਹੈ। ਮੈਂ ਇੱਕ ਇੰਪੋਰਟੈਂਟ ਕੁਐਸਚਨ ਕਰਵਾਉਣੇ ਆ, ਕੁਝ 3 ਕੁਐਸਚਨ ਜਿਹੜੇ ਆਪਾਂ ਨੂੰ ਅੱਗੇ ਦਿੱਤੇ ਹੋਏ ਆ, ਕਾਫੀ ਜ਼ਿਆਦਾ ਇੰਪੋਰਟੈਂਟ ਆ। ਠੀਕ ਹੈ। ਸੋ ਤਾਂ ਹੀ ਮੈਂ ਇਹਨਾਂ ਨੂੰ ਅੱਗੇ ਜ਼ਿਆਦਾ ਸੋਲਵ ਨਹੀਂ ਕਰਵਾਇਆ, ਇੱਕ ਵਾਰ ਤੁਹਾਨੂੰ ਹਿੰਟ ਦੇਤੇ। ਸੋ ਆਪਣੇ ਕੋਲੇ ਅਗਲਾ ਕੁਐਸਚਨ ਦੇਖੋ ਬੱਚੇ ਕੀ ਦਿੱਤਾ ਹੋਇਆ। ਸੋ ਆਪਾਂ ਨੂੰ ਸੈਕਿੰਡ ਦਾ ਫਸਟ ਪਾਰਟ ਕਾਫੀ ਇੰਪੋਰਟੈਂਟ, ਸੈਕਿੰਡ ਦਾ ਫਸਟ ਪਾਰਟ। ਸੋ ਆਪਾਂ ਨੂੰ ਉਹਨਾਂ ਨੇ ਕਿਹਾ ਰਾਜੇ ਰੀਤੂ ਕੈਨ ਰੋ ਡਾਊਨ ਸਟਰੀਮ 20 ਕਿਲੋਮੀਟਰ ਇਨ 2 ਆਵਰਸ। 2 ਘੰਟਿਆਂ ਦੇ ਵਿੱਚ ਕਿੰਨੇ ਕਿਲੋਮੀਟਰ ਜਾ ਸਕਦੀ ਹੈ? 20 ਕਿਲੋਮੀਟਰ। ਠੀਕ ਹੈ। ਡਾਊਨ ਸਟਰੀਮ, ਡਾਊਨ ਸਟਰੀਮ ਮੀਨਸ ਟੂ ਸੇ ਵੀ ਜਿਸ ਸਾਈਡ ਰਾਜੇ ਪਾਣੀ ਜਾ ਰਿਹਾ ਹੈ ਉਹ ਸਾਈਡ। ਤਾਂ ਹੁਣ ਦੇਖੋ ਆਪਾਂ ਨੂੰ ਜਾਣਾ ਸੌਖਾ ਹੋਏਗਾ, ਜਿਸ ਸਾਈਡ ਪਾਣੀ ਜਾ ਰਿਹਾ ਤਾਂ ਸਪੀਡ ਕੀ ਹੋ ਜਾਏਗੀ ਆਪਣੀ? ਪਲੱਸ ਹੋ ਜਾਏਗੀ ਸਪੀਡ। ਜਿਹੜੀ ਸਾਈਡ ਪਾਣੀ ਜਾ ਰਿਹਾ ਆਪਾਂ ਉਸੇ ਸਾਈਡ ਹੀ ਜਾਣਾ, ਸੌਖਾ ਹੈ ਨਾ ਕੰਮ। ਐਂਡ ਜੇਕਰ ਮੈਂ ਕਹਾਂ ਵੀ ਜੇ ਪਾਣੀ ਇਸ ਸਾਈਡ ਜਾ ਰਿਹਾ ਬਟ ਆਪਾਂ ਇਸ ਸਾਈਡ ਆਉਣਾ, ਤਾਂ ਕੀ ਹੋ ਜਾਏਗੀ ਸਪੀਡ ਆਪਣੀ? ਮਾਈਨਸ। ਆਪਾਂ ਨੂੰ ਮਤਲਬ ਸਪੀਡ ਘਟੇਗੀ ਨਾ ਆਪਣੀ। ਓਕੇ। ਸੋ ਆਲਵੇਜ਼ ਆਪਾਂ ਕੀ ਕਰਾਂਗੇ, ਜਦੋਂ ਵੀ ਡਾਊਨ ਸਟਰੀਮ ਕਹੇਗਾ ਤਾਂ ਆਪਾਂ ਦੋਨੋਂ ਦਾ ਕੀ ਕਰਾਂਗੇ? ਪਲੱਸ x ਪਲੱਸ y ਕਰਾਂਗੇ। ਜਦੋਂ ਆਪਣੇ ਕੋਲੇ ਅਪ ਸਟਰੀਮ ਕਹੇਗਾ x ਮਾਈਨਸ y। ਕਲੀਅਰ ਗੱਲ? ਸੋ ਮੈਂ ਇੱਥੇ ਲਿਖ ਵੀ ਦਿੰਨਾ, ਡਾਊਨ ਵੇਲੇ ਪਲੱਸ ਐਂਡ ਅਪ ਵੇਲੇ ਮਾਈਨਸ। ਸੋ ਹੁਣ ਮੈਂ ਸਟੇਟਮੈਂਟ ਰੀਡ ਕਰਦਾ ਤਾਂ ਆਪਾਂ ਨੂੰ ਬੱਚੇ ਕੀ ਦਿੱਤੀ ਹੈ? ਰੀਤੂ ਕੈਨ ਰੋ ਡਾਊਨ ਸਟਰੀਮ 20 ਕਿਲੋਮੀਟਰ ਇਨ 2 ਆਵਰਸ ਐਂਡ ਅਪ ਸਟਰੀਮ 4 ਕਿਲੋਮੀਟਰ ਇਨ 2 ਆਵਰਸ। ਫਾਈਂਡ ਹਰ ਸਪੀਡ ਆਫ ਰੋਇੰਗ ਇਨ ਸਟਿਲ ਵਾਟਰ ਐਂਡ ਸਪੀਡ ਆਫ ਕਰੰਟ। ਓਕੇ। ਸੋ ਆਪਾਂ ਲੈਟ ਕਰਦੇ ਹਾਂ। ਫਸਟਲੀ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜਿਹੜੀ ਚੀਜ਼ ਆਪਾਂ ਫਾਈਂਡ ਆਊਟ ਕਰਨੀ ਹੋਵੇ ਉਸ ਨੂੰ ਲੈਟ ਕਰ ਲਓ। ਸੋ ਲੈਟ ਸਪੀਡ ਆਫ ਰੋਇੰਗ ਇਨ ਸਟਿਲ ਵਾਟਰ, ਲੈਟ ਸਪੀਡ ਇਨ ਸਟਿਲ ਵਾਟਰ। ਓਕੇ। ਸੋ ਕਿੰਨੀ ਲੈ ਲੈਂਦੇ ਹਾਂ ਰਾਜੇ ਆਪਾਂ? x ਲੈ ਕੇ ਚੱਲ ਪੈਂਦੇ ਹਾਂ। ਠੀਕ ਹੈ। ਸਟਿਲ ਵਾਟਰ ਕਿਹੜਾ ਹੋਇਆ? ਖੜਾ ਪਾਣੀ। ਐਂਡ ਉਸ ਤੋਂ ਬਾਅਦ ਸਪੀਡ ਇਨ ਕਰੰਟ, ਤਾਂ ਕਰੰਟ ਆਪਾਂ y ਲੈ ਕੇ ਚੱਲ ਪੈਂਦੇ ਹਾਂ, y ਕਿਲੋਮੀਟਰ ਪਰ ਆਵਰ। ਦੇਖੋ ਇੱਥੇ ਸਪੀਡ ਲਈ ਹੈ ਤਾਂ ਸਪੀਡ ਕਿਸ ਵਿੱਚ ਆਏਗੀ? ਕਿਲੋਮੀਟਰ ਪਰ ਆਵਰ ਦੇ ਵਿੱਚ। ਸੋ ਆਪਣੇ ਕੋਲੇ ਫਸਟਲੀ ਮੈਂ ਡਾਊਨ ਸਟਰੀਮ ਦੀ ਗੱਲ ਕਰਾਂ, ਜੇਕਰ ਡਾਊਨ ਸਟਰੀਮ ਕਿੰਨੀ ਆ ਜਾਏਗੀ? ਡਾਊਨ ਸਟਰੀਮ x ਪਲੱਸ y ਮੈਂ ਤੁਹਾਨੂੰ ਦੱਸ ਚੁੱਕਿਆ, ਡਾਊਨ ਵੇਲੇ ਪਲੱਸ। ਐਂਡ ਅਪ ਸਟਰੀਮ ਕਿੰਨੀ ਆ ਜਾਏਗੀ ਰਾਜੇ? ਅਪ ਸਟਰੀਮ ਆ ਜਾਏਗੀ x ਮਾਈਨਸ y। ਕਲੀਅਰ? ਓਕੇ। ਸੋ ਅਕੋਰਡਿੰਗ ਟੂ ਕੁਐਸਚਨ ਆਪਾਂ ਨੂੰ ਦਿੱਤਾ ਹੋਇਆ ਉਹਨਾਂ ਨੇ ਰੀਤੂ ਕੈਨ ਰੋ ਡਾਊਨ ਸਟਰੀਮ 20 ਕਿਲੋਮੀਟਰ ਇਨ 2 ਆਵਰਸ। ਦੇਖੋ ਜੀ ਆਪਣੇ ਕੋਲੇ ਫਾਰਮੂਲਾ ਕੀ ਹੁੰਦਾ? ਡਿਸਟੈਂਸ ਇਜ਼ ਇਕਵਲਸ ਟੂ ਸਪੀਡ ਇਨਟੂ ਟਾਈਮ। ਸੋ ਉਹ ਕਹਿ ਰਹੀ ਹੈ 20 ਕਿਲੋਮੀਟਰ ਜਾ ਸਕਦੀ ਹੈ ਡਾਊਨ ਸਟਰੀਮ, ਮੀਨਸ ਟੂ ਸੇ ਐਸ ਦੀ ਜਗ੍ਹਾ ਤੇ ਕੀ ਲਿਖਾਂਗੇ? x ਪਲੱਸ y। ਸਪੀਡ ਆਪਾਂ ਨੂੰ ਦੇਤੀ ਨਾ x ਪਲੱਸ y। ਓਕੇ। ਇਨਟੂ ਟਾਈਮ, ਕਿੰਨੇ ਟਾਈਮ ਵਿੱਚ ਰਾਜੇ? 2 ਘੰਟਿਆਂ ਵਿੱਚ। ਸੋ ਇਨਟੂ 2 ਲਿਖ ਦਿੰਦੇ ਆ। ਸੋ ਆਪਣੇ ਕੋਲੇ x ਪਲੱਸ y ਦੀ ਵੈਲਿਊ ਕਿੰਨੀ ਬਣ ਗਈ? 10। ਫਸਟ ਇਕੁਏਸ਼ਨ ਬਣ ਗਈ, 2 ਨੀਚੇ ਚਲਾ ਗਿਆ, 10 ਬਣ ਗਿਆ। ਸੋ ਬੱਚੇ ਨੈਕਸਟ ਆਪਾਂ ਨੂੰ ਅਗਲੇ ਉਹਨਾਂ ਨੇ ਦਿੱਤਾ ਐਂਡ ਅਪ ਸਟਰੀਮ 4 ਕਿਲੋਮੀਟਰ ਇਨ 2 ਆਵਰਸ। ਦੇਖੋ ਜੀ ਸੋ ਹੁਣ ਆਪਾਂ ਫੇਰ ਤੋਂ ਉਸੇ ਫਾਰਮੂਲੇ ਦੇ ਵਿੱਚ ਪੁੱਟ ਕਰ ਦਿੰਦੇ ਆ। ਸੋ ਕਿੰਨਾ ਡਿਸਟੈਂਸ ਕਵਰ ਕਰਦੀ ਆ? 4 ਕਿਲੋਮੀਟਰ। ਸਪੀਡ ਕਿਹੜੀ ਹੈ? ਅਪ ਸਟਰੀਮ। ਅਪ ਸਟਰੀਮ ਮੀਨਸ x ਮਾਈਨਸ y।
x माइनस वाई इंटू टाइम कितना है 2 घंटे। सो 2 नीचे आ जाएगा इससे। सो x माइनस वाई की वैल्यू कितनी बन गई 2। तो बच्चे आप बिल्कुल सिंपली इसनों सॉल्व कर सकते हैं, जिवें मर्जी प्लस माइनस करो तुसीं। जेकर मैं इदां लिख दिना एडिंग 1 एंड 2 एड भी करांगे राजे जेकर आपां, तो अपने को y नाल y कैंसल आउट हो जाएगा। तो 2x की वैल्यू कितनी बनेगी अपने को 12 एंड x की वैल्यू कितनी बनेगी 6। सिमिलरली अपने को y की वैल्यू कितनी बनेगी, जे x की वैल्यू 6 आ तो y की वैल्यू कितनी बनेगी, y की वैल्यू बनेगी 4। क्लीयर गल। सो अपने को राजे ये आ गई अपनिया स्पीड इन स्टिल वाटर एंड स्पीड इन करंट। क्लीयर गल। सो इस दे पिछे इस दे यूनिट्स लिख दो किलोमीटर पर आवर, इत्थे भी राजे किलोमीटर पर आवर। क्लीयर। सो अपने को नैक्सट क्वेश्चन आ, जेकर ना पता लग्या राजे मैनू फिर तो तुसी मैसेज कर दो, मैं फिर समझा दूंगा। सो अगला देखो सैकेंड पार्ट। सैकेंड पार्ट दे विच बच्चे उन्होंने दिता होया 2 वोमेन एंड 5 मैन कैन टुगैदर फिनिश एंड वर्क इन 4 डेज। ठीक है, तो मैं बिल्कुल एंड ते आना। अपन की दिता होया फाइंड द टाइम टेकन बाय 1 वोमैन अलोन टू फिनिश द वर्क एंड आल्सो बाय 1 मैन अलोन। एक बंदा ते एक बुढ़ी अलग अलग रजे किन्ने टाइम दे विच काम कर सकते हैं। सो आप लैट की करते हैं, मैं इत्थे लैट कर लेना, लैट टाइम टेकन बाय 1 वोमैन अलोन। ठीक है, एक वोमैन द्वारा अलोन कितना टाइम लगता। सो आप ले लेने एक्स डेज ले लेने। ठीक है, ओके एक्स डेज या एक्स आवर्स कुछ भी ले सकते हैं तुसी। टाइम टेकन बाय 1 मैन, एक मैन द्वारा कितना लगता रहा जी वाई डेज। ठीक है, ओके एक्स डेज ते वाई डेज। सो हुण देखो आप अगे एक बार रीड करते हैं। तो उन्होंने कहा आपां नूं बच्चे मैं तुहानूं पहलां भी दस्सिया होया भी जिहड़ा टाइम टेकन हुंदा ते वर्क डन हुंदा एक दूजे दे की हुंदे आ उल्ट हुंदे आ। ठीक है, जेकर आपां नूं टाइम टेकन दिता होया 2 आवर्स तो वर्क डन कितना होएगा 1/2। ठीक है, इस चीज़ नूं चंगे तरीके फिट कर लियो। सो मैं स्टेटमेंट रीड करदा 2 वोमैन एंड 5 मैन कैन टुगैदर फिनिश द वर्क इन 4 डेज। देखो जी हुण अपने कोले की बनेगी। सो अकॉर्डिंग टू क्वेश्चन फर्स्ट अपने को बच्चे की बनेगी 2 वोमैन। सो 2 दे नाल आपां एक्स नहीं लगावांगे। ठीक है, 2 दे अपॉन एक्स लगावांगे प्लस 5 मैन मीन्स टू से 5 अपॉन वाई टुगैदर कैन फिनिश द वर्क इन 4 डेज। तो बच्चे मैं सारे का सारा क्वेश्चन देखो इत्थे देखो एक बार ध्यान नाल। एक वोमैन ने इन्ना टाइम लिया तो वर्क डन कितना होया उसका, जेकर आप लिखिए वर्क डन कितना होया, ओबीयसली मैं दसिया उल्ट हुंदा। सो वर्क डन हो गया 1/x है ना। तो इत्थे वर्क डन कितना हो गया 1/y। तो आपां नूं उन्होंने कहा भी 2 वोमैन, तो 2 वोमैन मीनस इस दे नाल मैं 2 मल्टीप्लाई करता, 5 अपने को मैन है। सो इस दे नाल मैं 5 मल्टीप्लाई करता, टोटल डेज किन्ने लगे आ 4। तो उस दे विच वर्क डन कितना होएगा 1/4। सो अपने को फर्स्ट ये बनेगी। तो इसनूं सॉल्व करते हैं 2y प्लस 5x ओवर xy इज इक्वल टू 1/4। तो इसनूं क्रॉस मल्टीप्लाई कर देंगे इस तो बाद। सो अपने को जेकर क्रॉस मल्टीप्लाई भी ना करो, एक मिनट इसनूं आपां कट करते हैं तो तुसीं की करो 1/x नूं पुट कर दिओ। सो जिवें आपां पहलां क्वेश्चनस कीते सीगे सारे दे सारे इत्थे करदे आ यार ये ना 1/x नूं पुट करके। सो 1/x नूं तुसीं a पुट कर दिओ एंड 1/y नूं पुट कर दिओ b। सो अपने को सौखा हो जाएगा। ठीक है, एंड सिमिलरली मैं सैकेंड इक्वेशन भी बनाना। सैकेंड इक्वेशन देखो राजे ये चीज़ समझ आ गई ना सारिਆਂ ਨੂੰ भी देखो जेकर मैनू कहा उन्होंने टाइम अपना लग रहा एक्स डेज लग रहे हैं तो वर्क कितना डन होएगा, वर्क होएगा 1/x। जेकर अपने को टाइम लग रहा वाई तो वर्क कितना डन होएगा, वर्क होएगा राजे 1/y। ठीक है, तो अपने को देखो उन्होंने सैकेंड इक्वेशन की कहा 3 वोमैन एंड 6 मैन। सो मीनस टू से 3 वोमैन मीनस टू से 3/x। इस दे नाल आपां 3 मल्टीप्लाई करता प्लस मैन किन्ने कहा राजी उन्होंने 6 मैन 6/y टुगैदर कैन फिनिश द वर्क इन 3 डेज। सो आपां इसनूं 3 दिन दे विच कर सकते हैं। सो इत्थों बच्चे अपने को फिर तो सैकेंड बन जाएगी। सो अपने को 1/x नूं तुसीं a पुट करो
एंड 1 ओवर वाई नूं की पुट करांगे बी, तो अपने कोल इत्थों सैकिंड बन जाएगी। तो इस तो बाद अपनियां ए ते बी दियां वैल्यूज़ आ जाणगियां। ए ते बी दियां वैल्यूज़ आउण तो बाद की आ जाएगा अपने कोले एक्स ते वाई दियां वैल्यूज़ भी आ जाणगियां, बिकॉज जे ए दी वैल्यू 2 आएगी तो एक्स की वैल्यू कितनी आएगी 1/2, इसका उल्ट होएगी ना। ठीक है, तो एक बार करके मैनू जरूर दस्यो। सो लास्ट क्वेश्चन आ अज दा अपना थर्ड क्वेश्चन, इंपॉर्टेंट क्वेश्चन भी कह सकते हैं आप। रूही ट्रैवल्स 300 किलोमीटर टू हर होम बाय पार्शली बाय ट्रेन एंड पार्शली बाय बस। कुछ राजे उसने ट्रेन द्वारा गई है एंड कुछ रास्ता किस द्वारा गई है, वो बस द्वारा। ओके, सपोज कर लो आह रास्ता है, तो कुछ तो वो ट्रेन द्वारा जा रही है, कुछ बस द्वारा। सो आप फाइंड आउट की करना, फाइंड द स्पीड ऑफ ट्रेन एंड बस सैपरेटली। सो आप लेट करते हैं फर्स्टली, लेट स्पीड ऑफ ट्रेन। सो लेट स्पीड ऑफ ट्रेन कितनी स्पीड होगी राजे x किलोमीटर पर आवर। ठीक है, स्पीड ऑफ बस कितनी होगी अपने को, ऑब्वियसली उल्ट लेने दूसरा आप लेने होने वेरिएबल, सो y हो जाएगी। सो इस तो अगे अकॉर्डिंग टू क्वेश्चन रूही ट्रैवल्स 300 किलोमीटर। सो टोटल डिस्टेंस कितना बचे, टोटल डिस्टेंस हैगा 300 किलोमीटर। मैं इतने लिख देना डिस्टेंस 300 किलोमीटर। ठीक है, उस तो बाद उन्होंने की कहा, शी टेक्स 4 आवर्स इफ शी ट्रैवल्स 60 किलोमीटर बाय ट्रेन एंड रिमेनिंग बाय बस। जेकर बच्चे हो 60 किलोमीटर आउट ऑफ 300, आ सारा कितना अपने को 300 किलोमीटर। सो इस दे विचों जेकर वो 60 किलोमीटर ते जा रही है ट्रेन द्वारा, सो आप इत्थे लिख दिंने आ एक सेकेंड। सो जेकर वो 60 किलोमीटर जा रही है ट्रेन द्वारा एंड रिमेनिंग कितना बचेगा 240। सो 240 जा रही है वो बस द्वारा। सो उसका कितना टाइम लग रहा है, सो शी टेक्स इतने लिखा हुआ है जी 4 आवर्स। सो अपने को इक्वेशन की बनेगी, सो इक्वेशन देखो जी अपने को बनेगी 60/x प्लस 240/y इज इक्वल्स टू 4। ये समझ आइए मैं किवें लिखिया, देखो रे जी उन्होंने कहा सी 4 घंटे लग रहे हैं, तो आप भी की करांगे, ये भी अपने को T1 प्लस T2 आऊगा ना। तो मैं फर्स्टली इतों T1 कढ़दा टाइम, तो T1 कितना आएगा, देखो 60 किलोमीटर जा रही है वो ट्रेन द्वारा। सो टाइम द फॉर्मूला डिस्टेंस अपॉन स्पीड, सो कितना बन जाएगा ये 60/x। ठीक है, सिमिलरली बाकी दे रहे जे 240 किस द्वारा जा रही है वो बस की स्पीड द्वारा 240/y। सो टोटल इदा ही मैं लिखा दोनों का प्लस हो के कितना टाइम लग रहा उसनों 4 घंटे, मीनस टू से T1 प्लस T2 इज इक्वल्स टू 4। क्लीयर हो गई ना गल। सो इतों आप की करांगे 1/x ते 1/y नूं पुट कर देंगे, 1/x ए आ गया, 1/y अपना बी आ जाएगा। ठीक है, सो इस तो बाद अपनी ये क्वेश्चन मैं पूरा करवा देना 60A प्लस 240B इज इक्वल्स टू 4 आ गया जी। ठीक है, सो ये अपनी फर्स्ट इक्वेशन बन गई। हुण मैं सैकेंड इक्वेशन बनाना, सैकेंड में उन्होंने की कहा इफ शी ट्रैवल्स 100 किलोमीटर बाय ट्रेन एंड रिमेनिंग बाय बस। तो बच्चे जेकर वो 100 किलोमीटर आउट ऑफ 300 दे विचों 100 किलोमीटर जेकर वो ट्रेन द्वारा जा रही है एंड बाकी दा किस द्वारा जा रही है बस द्वारा, बाकी कितना बचा 200। सो आप इत्थे लिख दिंने आ 100/x प्लस 200/y। तो टाइम कितना लग रहा उसनों, टाइम लग रहा रजे उसनों शी टेक्स 10 मिनट्स लॉन्गर, मीनस टू से पहला उसनों 4 घंटे लग रहे सी, हुण 4 घंटिया तो भी 10 मिनट ज़्यादा। तो 4 घंटे 10 मिनट नूं रजे आप किवें लिख सकते हैं, 4 घंटे ते 10 मिनट 4 आवर्स एंड 10 मिनट्स। इसनूं तुसीं कन्वर्ट करो आवर्स दे विच, तो किवें लिखांगे। सो 4 10 मिनट्स में लिखते हैं आप 10/60। सो ये अपने को 0 चली जाएगी। सो अपने को मिक्स फ्रैक्शन तोड़ लेने। सो 6 चौका 24 एंड 25/6। ठीक है, सो आप 4 घंटे एंड 10 मिनट में किमें लिख सकते हैं राजे 25/6। ओके, सो फिर आप पुट कर देने 1/x की पुट किया A। सो ये हो जाएगा 100A एंड इसनों की पुट किया 1/y नूं B। सो अपने को ये चीज़ बन गई। ठीक है, ये हो गई जी सैकेंड।
ਸੋ ਇੱਥੋਂ ਬੱਚੇ ਆਪਾਂ ਕੀ ਕਰਾਂਗੇ, ਬਿਲਕੁਲ ਸੇਮ ਕੰਮ ਜਿਵੇਂ ਪਹਿਲਾਂ ਕਰਦੇ ਆ ਰਹੇ ਹਾਂ। A ਤੇ B ਦੀਆਂ ਵੈਲਿਊਜ਼ ਕੱਢਾਂਗੇ। A ਤੇ B ਦੀਆਂ ਵੈਲਿਊਜ਼ ਰਾਜੇ ਆਪਣੇ ਕੋਲੇ ਆ ਜਾਣਗੀਆਂ ਨਾ। ਤੁਸੀਂ ਜਿਹੜਾ ਮਰਜ਼ੀ ਮੈਥਡ ਲਗਾਓ, ਸਬਸਟੀਟਿਊਸ਼ਨ ਲਗਾਓ, ਐਲੀਮੀਨੇਸ਼ਨ ਲਗਾਓ, ਜਿਹੜਾ ਤੁਹਾਨੂੰ ਜ਼ਿਆਦਾ ਵਧੀਆ ਲੱਗਦਾ। ਸੋ ਆਪਣੇ ਕੋਲੇ ਵੈਲਿਊਜ਼ ਕੀ ਆਉਣਗੀਆਂ, ਮੈਂ ਇੱਥੇ ਲਿਖ ਵੀ ਦਿੰਦਾ ਤੁਹਾਨੂੰ ਵੈਲਿਊਜ਼। ਸੋ ਆਪਣੇ ਕੋਲੇ ਐਂਡ ਤੇ ਰਾਜੇ ਆਨਸਰ ਕਿੰਨਾ ਆ ਜਾਏਗਾ, ਐਂਡ ਤੇ ਆਪਣੇ ਕੋਲੇ y ਦੀ ਵੈਲਿਊ ਆ ਜਾਏਗੀ 80 ਕਿਲੋਮੀਟਰ ਪਰ ਆਵਰ। ਠੀਕ ਹੈ, ਮੀਨਸ ਟੂ ਸੇ ਜਿਹੜੀ ਬੱਸ ਦੀ ਸਪੀਡ ਹੈ ਉਹ 80 ਕਿਲੋਮੀਟਰ ਪਰ ਆਵਰ ਆ, ਐਂਡ ਜਿਹੜੀ x ਹੈ, x ਦੀ ਸਪੀਡ ਕੀ ਹੈ 60 ਕਿਲੋਮੀਟਰ ਪਰ ਆਵਰ। ਠੀਕ ਹੈ, ਤਾਂ ਕੱਢੋਗੇ ਕਿਵੇਂ ਇਹ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਸਿੰਪਲ ਕੋਈ ਵੀ ਮੈਥਡ ਲਗਾਓ, ਰੈਦਰ ਇਟ ਇਜ਼ ਸਬਸਟੀਟਿਊਸ਼ਨ, ਐਲੀਮੀਨੇਸ਼ਨ, ਕ੍ਰਾਸ ਮਲਟੀਪਲੀਕੇਸ਼ਨ, ਜਿਹੜਾ ਤੁਹਾਨੂੰ ਜ਼ਿਆਦਾ ਵਧੀਆ ਲੱਗਦਾ। ਠੀਕ ਹੈ, ਸੋ ਆਪਣੇ ਕੋਲੇ ਪਹਿਲਾਂ A ਤੇ B ਦੀਆਂ ਵੈਲਿਊਜ਼ ਆਉਣਗੀਆਂ, ਉਸ ਤੋਂ ਬਾਅਦ A ਤੇ B ਦੀਆਂ ਵੈਲਿਊਜ਼ ਦਾ ਉਲਟ ਆਪਣੇ ਕੋਲੇ ਕੀ ਆ ਜਾਣਗੀਆਂ, x ਤੇ y ਦੀਆਂ ਵੈਲਿਊਜ਼। ਕਲੀਅਰ ਗੱਲ। ਸੋ ਇਸ ਦੇ ਨਾਲ ਬੱਚੇ ਆਪਣਾ ਥਰਡ ਚੈਪਟਰ ਪੂਰਾ ਕੰਪਲੀਟ ਹੁੰਦਾ। ਐਂਡ ਤੁਸੀਂ ਇੱਕ ਛੋਟਾ ਜਿਹਾ ਕੰਮ ਕਰਨਾ, ਜੋ ਵੀ ਕੋਈ ਕੁਐਸਚਨ ਨਾ ਸਮਝ ਆਇਆ ਤਾਂ ਉਹ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸ ਦੇਣਾ, ਐਂਡ ਐਗਜ਼ਾਮਪਲਸ ਜ਼ਰੂਰ ਟਰਾਈ ਕਰਨੀ ਆ। ਠੀਕ ਹੈ, ਜਿਹੜੇ ਗ੍ਰਾਫ ਵਾਲੇ ਕੁਐਸਚਨਸ ਆ ਉਹਨਾਂ ਤੇ ਆਪਣੀ ਪਹਿਲਾਂ ਤੋਂ ਹੀ ਇੱਕ ਵੀਡੀਓ ਬਣੀ ਹੋਈ ਹੈ 3.1 ਐਕਸਰਸਾਈਜ਼ ਤੇ, ਤਾਂ ਤੁਸੀਂ ਉਹ ਵੀ ਦੇਖ ਸਕਦੇ ਹੋ। ਠੀਕ ਹੈ, ਸੋ ਓਕੇ ਰਾਜੇ, ਬਾਏ ਬਾਏ, ਹੈਵ ਅ ਨਾਈਸ ਡੇ।